ਦੋ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕੀਤਾ ਹਨਾ। ਔਰ ਉਸ ਤੋਂ ਬਾਅਦ ਉਹ ਕੁੜੀ ਨੂੰ ਜਹਾਜ਼ ਚੜ੍ਹ ਕੇ ਬਾਹਰ ਚਲੇ ਜਾਂਦੇ ਨੇ ਔਰ ਉੱਥੇ ਕੁਝ ਸਮਾਂ ਬੀਤਣ ਤੋਂ ਬਾਅਦ ਉਹ ਕੁੜੀ ਮੁੱਕਰ ਜਾਵੇ, ਕੀ ਗਲਤ ਨਹੀਂ ਹੈ? ਉੱਥੇ ਕਮ ਸੇ ਕਮ 25 ਤੋਂ 30 ਮੁੰਡੇ ਆਏ ਸੀ ਜਿਨ੍ਹਾਂ ਦੇ ਵਿਆਹ ਨੂੰ 8-8 ਸਾਲ ਹੋ ਗਏ ਸੀਗੇ। ਔਰ ਉਸ ਤੋਂ ਬਾਅਦ ਇੱਕ ਮੁੰਡਾ ਉਹ ਸੀ ਜਿਸ ਵੀਰ ਦੇ ਕੋਲ 2.5 ਸਾਲ ਦੀ ਕੁੜੀ ਵੀ ਹੈ, ਪਰ ਉਹਦਾ ਵਿਆਹ ਹੋਇਆ, ਕੁੜੀ ਇੱਥੇ ਰਹੀ ਆ ਔਰ ਬੱਚਾ ਜੰਮ ਕੇ ਇੱਥੇ ਉਹਨੇ ਕਦੀ ਬਾਤ ਨਹੀਂ ਪੁੱਛੀ। ਮੁੰਡੇ ਦਾ ਨੰਬਰ ਬਲੌਕ ਆ, ਪੈਸਾ ਲਾ ਕੇ ਮੁੰਡੇ ਨੇ ਆਪ ਪੜ੍ਹਾ ਕੇ ਭੇਜੀ ਸੀ। ਫਿਰ ਉਹਨਾਂ ਮੁੰਡਿਆਂ ਦਾ ਕੀ ਕਸੂਰ ਹੈ? ਤੁਸੀਂ ਇਹਨਾਂ ਕੁੜੀਆਂ ਦੇ ਹੱਕ 'ਚ ਹਾਲੇ ਵੀ ਖੜੋਗੇ? ਵੀ ਬਾਹਰ ਜੋ ਕੁਝ ਹੋ ਰਿਹਾ ਬਹੁਤ ਸਟ੍ਰੈਸ 'ਚ ਆ ਕੁੜੀਆਂ, ਉਹ ਤੁਹਾਨੂੰ ਕਾਲ ਨਹੀਂ ਕਰ ਸਕਦੀਆਂ, ਹੋ ਸਕਦਾ ਤੁਹਾਨੂੰ ਪੈਸੇ ਵੀ ਨਹੀਂ ਭੇਜ ਸਕਦੀਆਂ। ਵੀ ਇਹ ਰਿਸ਼ਤੇ ਨੂੰ ਬਚਾਉਣ ਲਈ ਕੰਪਰੋਮਾਈਜ਼ ਕਰੋ। ਉਹੀ ਤਾਂ ਗੱਲ ਮੈਂ ਸਮਾਜ ਨੂੰ ਕਹਿਣਾ ਚਾਹੁੰਦੀ ਸੀ। ਜਦੋਂ ਸੌਦਾ ਹੈ, ਸੌਦੇ 'ਚ ਠੱਗੀਆਂ ਦੇਖੋ, ਪਹਿਲਾਂ ਸਾਡੀਆਂ ਧੀਆਂ ਠੱਗੀਆਂ ਜਾਂਦੀਆਂ ਰਹੀਆਂ, ਸਾਡੀਆਂ ਭੈਣਾਂ ਠੱਗੀਆਂ ਜਾਂਦੀਆਂ ਰਹੀਆਂ, ਹੁਣ ਸਾਡੇ ਭਰਾ ਠੱਗੇ ਜਾ ਰਹੇ ਆ, ਹੁਣ ਸਾਡੇ ਪੁੱਤ ਠੱਗੇ ਜਾ ਰਹੇ ਆ। ਧੀ ਹੋਵੇ, ਪੁੱਤ ਹੋਵੇ, ਭੈਣ ਹੋਵੇ, ਭਰਾ ਹੋਵੇ, ਮੈਂ ਸਾਰਿਆਂ ਨਾਲ ਖੜੀ ਆ। ਜਿਨ੍ਹਾਂ ਨਾਲ ਵੀ ਧੋਖਾ ਹੁੰਦਾ ਤਾਂ ਫਿਰ ਇਹ ਸਿਸਟਮ ਵੀ ਜ਼ਿੰਮੇਵਾਰ ਹੈ ਤੇ ਤੁਸੀਂ ਵੀ ਜ਼ਿੰਮੇਵਾਰ ਆ। ਅਖਬਾਰਾਂ ਦੀਆਂ ਸੁਰਖੀਆਂ ਜਾਂ ਲੀਡਰਾਂ ਦੇ ਬਿਆਨ ਆਉਂਦੇ ਸੀ ਕਿ NRI ਲਾੜਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣਗੇ। ਹਾਲੇ ਤੱਕ ਨਹੀਂ ਜ਼ਬਤ ਹੋਏਗੇ। ਬਹੁਤ ਸਾਰੀਆਂ ਧੀਆਂ ਇੱਥੇ ਰੋਂਦੀਆਂ ਨੇ, ਪਰ ਮੈਂ ਇਹ ਨਹੀਂ ਕਹਿੰਦੀ ਕਿ ਮੁੰਡੇ ਗਲਤ ਨੇ ਜਾਂ ਕੁੜੀਆਂ ਗਲਤ ਨੇ। ਪਰ ਅੱਜ ਦਾ ਜੋ ਸਮਾਂ, ਮੈਂ ਕੱਲ 15 ਤੋਂ 20-25 ਮੁੰਡਿਆਂ ਦੀ ਇੰਟਰਵਿਊ ਕੀਤੀ, ਉਹਨਾਂ ਨੇ ਸਾਨੂੰ ਇਹੀ ਦੱਸਿਆ, ਜੈਨੂਇਨ ਉਹਨਾਂ ਕੋਲ ਪ੍ਰੂਫ ਸੀ, ਵਿਆਹ ਹੋਏ ਸੀ, ਦੋ ਪਰਿਵਾਰਾਂ ਦਾ ਰਿਸ਼ਤਾ, ਕੁੜੀਆਂ ਘਰ 'ਚ ਰਹੀਆਂ ਨੇ, ਮੁੰਡਿਆਂ ਨੇ ਖੁਦ ਪੜ੍ਹਾ ਕੇ ਬਾਹਰ ਭੇਜੀਆਂ ਨੇ ਔਰ ਉੱਥੇ ਜਾ ਕੇ ਉਹਨਾਂ ਦੇ ਅਫੇਅਰ ਕਿਸੇ ਹੋਰ ਨਾ ਹੋ ਗਏ। ਜਦੋਂ ਚੱਕਾ ਚੌਂਦ ਉਹਨਾਂ ਨੂੰ ਖਿੱਚੂਗੀ ਤੇ ਇਹ ਚੀਜ਼ਾਂ ਹੋਣੀਆਂ ਲਾਜ਼ਮੀ ਆ। ਬਾਕੀ ਰਹੀ ਗੱਲ ਜਿਹੜੀ ਮੁੰਡਿਆਂ ਨਾਲ ਤੁਸੀਂ ਮਿਲ ਕੇ ਆਏ ਹੋ, ਕੱਲ ਮੈਨੂੰ ਵੀ ਉਹਨਾਂ ਨਾਲ ਸਿੰਪਥੀ ਆ, ਪਰ ਦੇਖੋ ਕਹਿੰਦੇ ਹੋ ਕਿ ਕੁੜੀਆਂ ਉਧਰ ਜਾ ਕੇ ਆਕਰਸ਼ਿਤ ਹੋ ਜਾਂਦੀਆਂ ਨੇ, ਕਿ ਉਹਨਾਂ ਦਾ ਜਾਇਜ਼ ਹੈ ਆਕਰਸ਼ਿਤ ਹੋਣਾ। ਜਿੱਧਰ ਮੁੰਡਾ ਇੱਥੇ ਕਿਸੇ ਕੁੜੀ ਨਾਲ ਅਫੇਅਰ ਕਰ ਲੇ, ਉਹ ਤਾਂ ਚੀਕਣਗੇ ਉੱਥੇ ਬੈਠੀਆਂ ਕਿ ਭਾਈ ਸਾਨੂੰ ਤਾਂ ਇੰਨੇ ਮੁੰਡੇ ਨੇ ਧੋਖਾ ਦਿੱਤਾ। ਜਦੋਂ ਨੀ ਤੁਸੀਂ ਆਪਾਂ ਇੱਕ ਨੀ ਕਮਜ਼ੋਰ ਆ, ਉੱਤੇ ਮਹਿਲ ਨਹੀਂ ਉਸਾਰਿਆ ਜਾ ਸਕਦਾ। ਮੈਨੂੰ ਖੁਸ਼ੀ ਕਿਸ ਗੱਲ ਦੀ ਆ, ਮੈਂ ਕਿੰਨੀ ਸ਼ੁਕਰ ਆ ਜਿਹਦੀ ਜ਼ਮੀਰ ਜਾਗਦੀ ਹੋਊਗੀ ਨਾ, ਉਹੀ ਆਪਣੇ ਚੈਲੰਜ ਨੂੰ ਇਦਾਂ ਲਊਗਾ ਵੀ ਹਾਂ। ਫਿਰ ਮੈਂ ਕਹਿੰਦੀ ਜੇ ਤੁਹਾਡੀ ਜ਼ਮੀਰ ਜਾਗਦੀ ਆ, ਹੁਣ ਕਿੰਨੇ ਜਿਹੜੇ ਮੁੰਡਿਆਂ ਨੇ ਕਮੈਂਟ ਕੀਤੇ ਜਾਂ ਜਿਨ੍ਹਾਂ ਨੇ ਵੀ ਕੀਤੇ ਹਨਾ, ਮੈਂ ਤਾਂ ਗੁੱਡ ਲੱਕ ਸਮਝਦੀ ਆ ਆਪਦਾ ਵੀ ਉਹ ਲੋਕਾਂ ਨੇ ਮੇਰੇ ਉਸ ਚੈਲੰਜ ਨੂੰ ਕਬੂਲਿਆ। ਤੁਹਾਡੀ ਨਜ਼ਰ ਦੇ ਵਿੱਚ ਕਿਹੜੀ ਕੁੜੀ ਸਹੀ ਹੈ? ਹਰ ਕੁੜੀ, ਮੈਂ ਨਹੀਂ ਕਹਿੰਦੀ, ਮੈਂ ਖੁਦ ਇੱਕ ਔਰਤ ਹਾਂ, ਖੁਦ ਕੁੜੀ ਹਾਂ, ਤੇ ਪਰ ਇਹ ਆ ਕਿ ਜਿਸ ਤਰੀਕੇ ਨਾਲ ਤੁਸੀਂ ਉਸ ਵੀਡੀਓ ਦੇ ਵਿੱਚ ਬੋਲ ਰਹੇ ਸੀ ਕਿ ਤੁਸੀਂ ਡਿਪੋਰਟ ਕਰਕੇ ਦਿਖਾਓ, ਮੈਂ ਕੁੜੀਆਂ ਦੇ ਨਾਲ ਖੜੀ ਹਾਂ, ਕਿਹੜੀਆਂ ਕੁੜੀਆਂ ਦੀ ਡਿਪੋਰਟਿੰਗ ਦੀ ਗੱਲ ਕਰ ਰਹੇ ਸੀ ਤੁਸੀਂ? ਦੇਖੋ ਮੈਮ, ਇੱਦਾਂ ਕੁੜੀਆਂ ਡਿਪੋਰਟ ਨਹੀਂ ਹੁੰਦੀਆਂ ਜਿਵੇਂ ਆਪਣੇ ਮਤਲਬ ਰੌਲਾ ਪਿਆ ਹੋਇਆ ਮੀਡੀਆ ਤੇ। ਚੁੱਭਦਾ ਹੈ ਇੰਜ ਗੱਭਰੂਆਂ ਦਾ ਹਾਰ ਜਾਣਾ। ਮੈਨੂੰ ਉਹ ਚੀਜ਼ ਤਕਲੀਫ ਦਿੰਦੀ ਹੈ। ਸੁਸਾਈਡ ਕਰਨ ਵਾਲੇ ਲੋਕ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਇਹ ਭਾਵੇਂ ਸਾਡੇ ਸੁਸਾਈਡ ਵਾਲਾ ਕੀੜਾ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਅਸੀਂ ਥੋੜੇ ਜਿਹੇ ਮਤਲਬ ਹਾਰਦੇ ਹਾਂ ਤੇ ਫਟਾਫਟ ਅਸੀਂ ਕਹਿੰਦੇ ਵੀ ਮਰ ਜਾਈਏ ਜਾਂ ਧਰਤੀ ਸਾਨੂੰ ਥਾਂ ਦੇ ਦੇਵੇ, ਅਸੀਂ ਦਫਨ ਹੋ ਜਾਈਏ। ਇਹ ਕਿਤੇ ਨਾ ਕਿਤੇ ਅਸੀਂ ਕਮਜ਼ੋਰ ਆ। ਲਵਪ੍ਰੀਤ ਨੂੰ ਵੀ ਉਹਦੇ ਯਾਰ ਦੋਸਤ ਤਾਨੇ ਮੇਰੇ ਮਾਰਨਗੇ ਕਿ ਭਾਈ ਤੇਰੀ ਵਹੁਟੀ ਉੱਥੇ ਮੁੱਕਰ ਗਈ ਜਾ ਕੇ ਜਾਂ ਨਹੀਂ ਆ। ਉਸ ਤੋਂ ਬਾਅਦ ਉਹਦੇ ਪੇਰੈਂਟਸ ਨੇ ਪਤਾ ਨਹੀਂ ਉਹ ਕਿੱਦਾਂ ਭੇਜੀ ਸੀ ਕੁੜੀ, 24 ਲੱਖ ਰੁਪਇਆ ਲਾਇਆ ਸੀ। ਫਿਰ ਚਾਚੇ ਤਾਏ ਨਹੀਂ ਜਿਉਣ ਦਿੰਦੇ ਹੁੰਦੇ ਬੰਦੇ ਨੂੰ, ਕਿ ਲੈ ਤੁਹਾਡੀ ਨੌਂ ਇੱਦਾਂ ਮੁੱਕਰ ਗਈ, ਤੁਹਾਡੀ ਮੁੰਡਿਆ ਛੋਟੀ ਉਮਰੇ ਵਿਆਹ ਕੀਤਾ। ਇਹ ਚੀਜ਼ਾਂ ਉਹਨੂੰ ਸ਼ਾਇਦ ਅੰਦਰ ਖਾਂਦੀਆਂ ਹੋਣਗੀਆਂ ਕਿ ਮੇਰੇ ਮਾਂ ਪਿਓ ਦਾ ਕੀ ਬਣੇਗਾ, ਮੈਂ ਇੰਨਾ ਪੈਸਾ ਲਾਇਆ ਸੀ। ਇਹ ਚੀਜ਼ ਵੀ ਤੁਹਾਨੂੰ ਸਤਾਉਂਦੀ ਹੋਏਗੀ ਨਾ। ਸਮਾਜ ਸਾਡਾ ਇਦਾਂ ਦਾ ਹੈ ਵੀ ਅਸੀਂ ਬੰਦੇ ਨੂੰ ਜਿੱਦਾਂ ਕਹਿੰਦੇ ਵੀ ਇਦਾਂ ਮਰਨ ਲਈ ਮਜਬੂਰ ਕਰ ਦਿੰਦੇ। ਸਮਾਜ ਵੀ ਸਾਡਾ ਜ਼ਿੰਮੇਵਾਰ ਆ। ਕਿਹਦਾ ਕਸੂਰ ਹੈ? ਮਾਪਿਆਂ ਦਾ ਕਸੂਰ ਹੈ? ਬੱਚਿਆਂ ਦੀ ਪਰਵਰਿਸ਼ 'ਚ ਕਮੀ ਰਹਿ ਗਈ ਸੀ ਜਾਂ ਬੱਚੇ ਛੋਟੀ ਉਮਰੇ ਵਿਆਹ ਕੇ ਉੱਥੇ ਭੇਜਦੇ? ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਹੋ ਗਈਆਂ। ਕਸੂਰ ਕਿਹਦਾ ਇੱਥੇ ਆ? ਕਿੱਦਾਂ ਸੁਧਾਰਿਆ ਜਾਵੇਗਾ ਇਸ ਨੂੰ? ਦੇਖੋ, ਇਹ ਕਸੂਰ ਤਾਂ ਬਹੁਤ ਪੁਰਾਣਾ ਇੱਕ ਤਰ੍ਹਾਂ ਦਾ ਇਹ ਸਿਸਟਮ ਚੱਲ ਰਿਹਾ। ਗਲਤੀਆਂ ਤੋਂ ਇਹ ਗੁਨਾਹ ਵੱਲ ਵੱਧ ਗਿਆ। ਹੁਣ ਗੁਨਾਹ ਵੱਲ ਹੀ ਵੱਧ ਗਿਆ ਜਦੋਂ ਮੁੰਡਿਆਂ ਨੇ ਸੁਸਾਈਡ ਕਰਨੀ ਸ਼ੁਰੂ ਕਰਤੀ। ਉਹ ਕਹਿੰਦੇ ਜਿਵੇਂ ਅਸੀਂ 4-4 ਕੁੜੀਆਂ ਮੰਨ ਲਓ ਇੱਕ ਰੂਮ 'ਚ ਰਹਿੰਦੀਆਂ, ਤਾਂ ਸਾਰੇ ਸਾਡੇ ਪੇਕਿਆਂ ਦੇ ਵੀ ਸਹੁਰਿਆਂ ਦੇ ਵੀ ਸਾਰੇ ਪੜਦੇ ਹੁੰਦੇ ਆ ਹੈ ਨਾ, ਵੀ ਸਾਰਿਆਂ ਦੇ ਸਾਹਮਣੇ ਕਈ ਵਾਰ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ, ਵੀਡੀਓ ਕਾਲ ਨਹੀਂ ਕੀਤੀ ਜਾ ਸਕਦੀ। ਤਾਂ ਉਹ ਮੇਰੇ ਖਿਆਲ 'ਚ ਉੱਥੇ ਜਿਹੜੀ ਉਹਨਾਂ ਦੀ ਜਾ ਕੇ ਉਹਨਾਂ ਦਾ ਇਕੱਠਿਆਂ ਰਹਿਣਾ ਤੇ ਸਟੱਡੀ ਕਰਨਾ, ਵਰਕ ਤੇ ਜਾਣਾ, ਉਹ ਚੀਜ਼ਾਂ ਜਿਹੜੀਆਂ ਸਾਨੂੰ ਮੰਨਣੀਆਂ ਤਾਂ ਪੈਣੀਆਂ। ਮੈਨੂੰ ਘਰ ਤੋਂ ਰਹਿੰਦੀ ਨੂੰ 9 ਸਾਲ ਬਾਹਰ ਹੋ ਗਿਆ। 9 ਸਾਲਾਂ 'ਚ ਮੇਰੀ ਵੱਖ-ਵੱਖ ਥਾਵਾਂ ਤੇ ਨੌਕਰੀ ਰਹੀ ਆ। ਮੈਂ PG 'ਚ ਰਹਿੰਦੀ ਆ, ਮੇਰੇ ਪਿਕ ਪਰਿਵਾਰ ਕਿਤੇ ਹੋਰ ਵਸਦਾ, ਮੇਰਾ ਪਰਿਵਾਰ ਹੋਰ ਕਿਤੇ ਆ ਹੈ ਨਾ। ਔਰ ਮੈਂ ਉਹਨਾਂ ਨਾਲ ਗੱਲ ਕਰਨੀ ਆ ਫੋਨ ਤੇ, ਮੈਂ ਆਪਣੀ ਮਾਂ ਨੂੰ ਟਾਈਮ ਦੇਣਾ, ਮੈਂ ਆਪਣੇ ਘਰਦਿਆਂ ਨੂੰ ਟਾਈਮ ਦੇਣਾ ਵਾ, ਤਾਂ ਮੈਂ ਉੱਥੇ ਜ਼ਰੂਰ ਆਪਣੀ ਮਾਂ ਨਾਲ ਗੱਲ ਕਰਨੀ ਹੈ ਤਾਂ ਬਾਹਰ ਜਾ ਕੇ ਕਰੂੰਗੀ। ਮੇਰੇ ਭਰਾ ਦਾ ਫੋਨ ਹੈ, ਮੈਂ ਬਾਹਰ ਕਰੂੰਗੀ। ਮੈਂ ਆਪਣੇ ਪੇਰੈਂਟਸ ਨੂੰ ਟਾਈਮ ਤਾਂ ਦਊਂਗੀ ਨਾ। ਇਹ ਥੋੜੀ ਹੈ ਕਿ ਮੇਰੇ ਨਾਲ ਰੂਮਮੇਟ ਹੈ ਤਾਂ ਮੈਂ ਕਹੂੰਗੀ ਮੰਮੀ ਮੈਂ ਗੱਲ ਨਹੀਂ ਕਰਨੀ ਜੀ, ਮੇਰੇ ਨਾਲ ਤਾਂ ਕੁੜੀ ਹੈ। ਇਹ ਤਾਂ ਇੱਥੇ ਤੁਸੀਂ ਐਗਰੀ ਕਰੋ ਇੱਥੇ ਕਿ ਆਪਾਂ ਬਾਹਰ ਉੱਠ ਕੇ ਗੱਲ ਕਰ ਸਕੀਏ। ਤੁਸੀਂ ਕਿਹੜੇ ਹਾਲਾਤ 'ਚ ਰਹਿ ਰਹੇ ਆ,
ਤੁਸੀਂ ਆਪਣੀ ਗੱਲ ਕਰ ਰਹੇ ਹੋ ਹਨਾ ਭਈ ਜਿਹੜੀਆਂ ਬਾਹਰ ਕੁੜੀਆਂ ਰਹਿ ਰਹੀਆਂ ਉਹ ਜਿਹੜੀ ਬੇਸਮੈਂਟ ਸ਼ਾਇਦ ਤੁਸੀਂ ਨਹੀਂ ਦੇਖੀ ਹੋਊਗੀ ਹਨਾ ਤਾਂ ਜਿਹੜੇ ਬੇਸਮੈਂਟ ਆ ਜਾਂ ਜਿਹਦਾ ਬਾਹਰਲਾ ਉਹਨਾਂ ਦੀਆਂ ਗਰਾਊਂਡ ਹੈਗੀਆਂ ਜਿਹੜੀਆਂ ਗਾਰਡਨ ਹੈਗੀਆਂ ਉੱਥੇ ਬਹੁਤ ਸਾਰਾ ਇਦਾਂ ਦਾ ਮਤਲਬ ਜੇ ਠੰਡ ਵੀ ਬਹੁਤ ਆ ਇੱਕਦਮ ਆਪਾਂ ਬਾਹਰ ਨਹੀਂ ਨਿਕਲ ਸਕਦੇ ਹੁਣ ਆਏ ਉਧਰੋਂ ਖਾਣਾ ਬਣਾਉਣਾ ਸਾਰੀਆਂ ਕੁੜੀਆਂ 4 ਖਾਣਾ ਬਣਾਉਣ ਤੇ ਲੱਗੀਆਂ ਤਾਂ ਇਹ ਮੇਰੇ ਖਿਆਲ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਇੱਥੇ ਬੈਠੇ ਨੂੰ ਤੈਅ ਨਹੀਂ ਕਰ ਸਕਦੇ ਹੁਣ ਮੇਰੇ ਘਰ ਦੇ ਹਾਲਾਤ ਜਿੱਦਾਂ ਹੋਰ ਹੋਣਗੇ ਤੁਹਾਡੇ ਘਰ ਦੇ ਹਾਲਾਤ ਹੋਰ ਹੋਣਗੇ ਆ ਸਾਡੇ ਪੇਰੈਂਟਸ ਨਾਲ ਸਾਨੂੰ ਮੁਹੱਬਤ ਹੈਗੀ ਤਾਂ ਅਸੀਂ ਕਿਸੇ ਤਰੀਕੇ ਨਾਲ ਵੀ ਉਹਨਾਂ ਨੂੰ ਸਮਾਂ ਦਵਾਂਗੇ ਕਿਉਂਕਿ ਜੇਕਰ ਅੱਜ ਅਸੀਂ ਇਹ ਗੱਲ ਕਹਿ ਦਿੰਦੇ ਆ ਕਿ ਨਹੀਂ ਭਾਈ ਮੇਰੇ ਨਾਲ ਤਾਂ 4 ਕੁੜੀਆਂ ਰਹਿੰਦੀਆਂ ਮੈਂ ਤਾਂ ਗੱਲ ਹੀ ਨਹੀਂ ਕਰਨੀ ਮੁੱਕਰ ਹੀ ਜਾਣਾ ਕਿ ਮੈਂ ਤੁਹਾਡੇ ਨੰਬਰ ਤੱਕ ਬਲੌਕ ਕਰ ਦੇਣੇ ਕਿ ਇਹ ਸਹੀ ਹੈ ਕੁੜੀਆਂ ਦੇ ਅਫੇਅਰ ਵੀ ਹੋ ਜਾਂਦੇ ਨੇ ਵਿਆਹੀਆਂ ਵਰੀਆਂ ਇੱਧਰ ਹੋਣਗੀਆਂ ਪਰਿਵਾਰ ਇੱਥੇ ਰੋਂਦੇ ਹੋਣਗੇ ਉੱਥੇ ਜਾ ਕੇ ਅਫੇਅਰ ਹੋ ਜਾਂਦਾ ਉਹ ਗਲਤ ਨਹੀਂ ਹੈ ਨਹੀਂ ਅਫੇਅਰ ਫਿਰ ਉਹ ਇਹ ਗੱਲ ਤਾਂ ਫਿਰ ਚੱਕਾ ਚੌਂਦ ਵਾਲੀ ਹੈਗੀ ਜਦੋਂ ਅਸੀਂ ਛੋਟੇ ਹਾਲੇ ਉਹ ਮੈਚਿਓਰ ਹੀ ਨਹੀਂ ਹੈਗੇ ਜਦੋਂ ਅਸੀਂ ਬੱਚਿਆਂ ਦੇ ਬਿਲਕੁਲ ਛੋਟੇ ਬੱਚਿਆਂ ਦੇ 12ਵੀਂ ਕਰਦਿਆਂ ਨੂੰ ਤਾਂ ਸਾਡੇ ਵਰਗਿਆਂ ਨੂੰ ਇਹ ਵੀ ਨਹੀਂ ਕੁਝ ਪਤਾ ਹੀ ਨਹੀਂ ਹੁੰਦਾ ਸੀ ਵੀ ਦੁਨੀਆਦਾਰੀ ਕੀ ਚੀਜ਼ ਹੈ ਹਨਾ ਮੇਰੇ ਖਿਆਲ 'ਚ ਸਾਰਿਆਂ ਦਾ ਹੀ ਇਦਾਂ ਹੁੰਦਾ ਤੇ ਉਦੋਂ ਤੱਕ ਅਸੀਂ ਹੁਣ 40 ਸਾਲ ਤੱਕ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਕਹੀਦਾ ਵੀ ਅੱਛਾ ਆਹ ਚੀਜ਼ ਹੁਣ ਇਦਾਂ ਹੈ ਵੀ ਹੁਣ ਵੀ ਸਿੱਖੀ ਦਾ ਵੀ ਹੋਰ ਸਿੱਖ ਲਈਏ ਜਿਵੇਂ ਹੁਣ ਆਪਾਂ ਕੱਲ ਸਿੱਖ ਹੀ ਲਿਆ ਸੋਸ਼ਲ ਮੀਡੀਆ ਤੋਂ ਵੀ ਦੇਖੋ ਸਮਾਜ ਲਈ ਕੁਛ ਨਾ ਕਰੋ ਮੈਂ ਟੁੱਟਣ ਵਾਲਿਆਂ ਚੋਂ ਨਹੀਂ ਆ ਤੁਸੀਂ ਗਾਲਾਂ ਕੱਢਦੇ ਹੋ ਜਿਵੇਂ ਬੁੱਧ ਜੀ ਨੇ ਕਿਹਾ ਸੀ ਵੀ ਬੁੱਧ ਜੀ ਨੂੰ ਕੋਈ ਸ਼ਰਾਰਤੀ ਬੰਦਾ ਗਾਲਾਂ ਕੱਢਦਾ ਸੀ ਤੇ ਬੁੱਧ ਜੀ ਨੇ 5-7 ਦਿਨ ਕੱਢਦਾ ਰਿਹਾ ਬੁੱਧ ਜੀ ਨੇ ਗੁਲਦਸਤਾ ਮੰਗਾਇਆ ਵੀ ਇਹ ਲਓ ਗੁਲਦਸਤਾ ਉਹ ਕਹਿੰਦਾ ਜੀ ਮੈਂ ਤੁਹਾਡਾ ਗੁਲਦਸਤਾ ਨਹੀਂ ਲੈਣਾ ਫਿਰ ਗਲਤ ਹੀ ਬੋਲਿਆ ਜਾਣੀ ਕਿ ਤੇ ਬੁੱਧ ਜੀ ਕਹਿੰਦੇ ਤੂੰ ਸਾਡਾ ਗੁਲਦਸਤਾ ਨਹੀਂ ਲੈਣਾ ਭਈ ਆਪਦੀ ਝੋਲੀ ਅੱਡ ਉਹਨੇ ਝੋਲੀ ਅੱਡੀ ਕਹਿੰਦੇ ਜਿੰਨੀਆਂ 5-7 ਦਿਨ ਤੋਂ ਗਾਲਾਂ ਕੱਢਦਾ ਤੇਰੀਆਂ ਹੀ ਆ ਥੋੜਾ ਜਿਹਾ ਮੈਨੂੰ ਇਹ ਹੋਇਆ ਵੀ ਜਿਹੜੇ ਸਮਾਜ ਲਈ ਮੈਂ ਇੰਨਾ ਕੀਤਾ ਇਹ ਕੀ ਕੌਣ ਲੋਕ ਆ ਜਿਹੜੇ ਦਾ ਮਤਲਬ ਆਪ ਜਿਹਨੇ ਕਰ ਰਹੇ ਆ ਪਰ ਫਿਰ ਕਿਤੇ ਨਾ ਕਿਤੇ ਮੈਂ ਕਿਹਾ ਵੀ ਉਹਨਾਂ ਨੇ ਤੁਸੀਂ ਉਸ ਬੰਦੇ ਨੂੰ ਗਾਲਾਂ ਕੱਢਦੇ ਹੋ ਜਿਹਦਾ ਤੁਸੀਂ ਪ੍ਰਭਾਵ ਕਬੂਲ ਲੈਂਦੇ ਹੋ ਹਨਾ ਬਈ ਭਾਵੇਂ ਉਹਦਾ ਪ੍ਰਭਾਵ ਅਸੀਂ ਗਲਤ ਤਰੀਕੇ ਨਾਲ ਕਬੂਲੀਏ ਭਾਵੇਂ ਚੰਗੇ ਨਾਲ ਕਬੂਲੀਏ ਮੈਨੂੰ ਇਹ ਗੱਲ ਬਹੁਤ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਮੈਂ ਕੁੜੀਆਂ ਦੇ ਹੱਕ 'ਚ ਬਿਲਕੁਲ ਨਹੀਂ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕੌਰ ਸੰਧੂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਖੁਦ ਦੇ ਉਹਨਾਂ ਦੇ ਆਪਣੇ ਹੀ ਪੇਜ ਤੇ ਅਪਲੋਡ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਅੱਗ ਦੀ ਤਰ੍ਹਾਂ ਫੈਲਦੀ ਹੈ ਜਿਹਦੇ ਵਿੱਚ ਬੇਅੰਤ ਕੌਰ ਗਿੱਲ ਜੋ ਇੱਕ ਬਹੁਤ ਵੱਡੀ ਲੇਖਿਕਾ ਨੇ ਸੋਸ਼ਲ ਵਰਕਰ ਵੀ ਨੇ ਔਰ ਉਹਨਾਂ ਦੇ ਵੱਲੋਂ ਕੁੜੀਆਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਔਰ ਦੋਨੇ ਪੱਖ ਸਾਨੂੰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੇ ਨੇ ਇੱਕ ਪੱਖ ਉਹ ਹੁੰਦਾ ਹੈ ਜੋ ਉਹਨਾਂ ਦਾ ਕਰੜਾ ਵਿਰੋਧ ਕਰਦਾ ਹੈ ਔਰ ਇੱਕ ਪੱਖ ਉਹ ਸਾਨੂੰ ਦਿਖਾਈ ਦਿੰਦਾ ਹੈ ਜੋ ਉਹਨਾਂ ਦੇ ਹੱਕ ਵਿੱਚ ਖੜਦਾ ਦਿਖਾਈ ਦਿੰਦਾ ਹੈ ਔਰ ਇਸੇ ਤਰ੍ਹਾਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਉਹ ਕੁੜੀਆਂ ਦੇ ਹੱਕ ਵਿੱਚ ਆਏ ਕਿਉਂ ਆਏ ਕੀ ਦੇਖਿਆ ਉਹਨਾਂ ਨੇ ਸਮਾਜ ਦੇ ਵਿੱਚ ਔਰ ਜੋ ਕੁਝ ਅੱਜ ਸਮਾਜ ਵਿੱਚ ਚੱਲ ਵੀ ਰਿਹਾ ਹੈ ਇਸ ਨੂੰ ਲੈ ਕੇ ਜਦੋਂ ਉਹਨਾਂ ਨੇ ਆਪਣੀ ਬੇਬਾਕੀ ਦੇ ਨਾਲ ਬੋਲਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਆਲੋਚਨਾ ਕਾਫੀ ਹੋਈ ਹੈ ਆਲੋਚਨਾ ਹੋਣ ਤੋਂ ਬਾਅਦ ਬੇਅੰਤ ਕੌਰ ਗਿੱਲ ਦੀ ਮਾਨਸਿਕਤਾ ਤੇ ਕਿੰਨਾ ਕੁ ਅਸਰ ਪੈਂਦਾ ਹੈ ਤੇ ਔਰ ਕੀ ਕੁਝ ਉਹ ਸੋਚਦੇ ਨੇ ਔਰ ਲੋਕਾਂ ਤੱਕ ਉਹਨਾਂ ਦੀ ਅਸਲ ਸੱਚਾਈ ਨੂੰ ਪਹੁੰਚਾਉਣਾ ਬਹੁਤ ਜ਼ਰੂਰੀ ਸੀ ਕਿਉਂਕਿ ਉਹ ਬੋਲੇ ਕਿਉਂ ਨੇ ਕਿਉਂਕਿ ਅੱਜ ਉਹਨਾਂ ਦੀ ਇਸ ਤਰ੍ਹਾਂ ਤਰੀਕੇ ਦੇ ਨਾਲ ਆਲੋਚਨਾ ਹੋ ਰਹੀ ਹੈ ਕਿ ਜਿਹੜੀਆਂ ਕੁੜੀਆਂ ਫਰਾਡ ਕਰਕੇ ਵਿਦੇਸ਼ਾਂ ਦੇ ਵਿੱਚ ਇਸ ਵੇਲੇ ਸੈੱਟ ਬੈਠੀਆਂ ਨੇ ਮੁੰਡੇ ਇੱਧਰ ਰੁਲਦੇ ਫਿਰਦੇ ਨੇ ਜਾਂ ਮੁੰਡੇ ਉੱਥੇ ਨੇ ਕੁੜੀਆਂ ਇੱਧਰ ਰਹਿ ਗਈਆਂ ਨੇ ਔਰ ਉਹਨਾਂ ਨੇ ਇੱਕ ਆਵਾਜ਼ ਬੁਲੰਦ ਕਰਨੀ ਚਾਹੀ ਪਰ ਕੁਝ ਲੋਕ ਉਹਨਾਂ ਦੀ ਗੱਲ ਨੂੰ ਹੋਰ ਪਾਸੇ ਲੈ ਗਏ ਸਨ ਤਾਂ ਬੇਅੰਤ ਕੌਰ ਦੇ ਨਾਲ ਗੱਲਬਾਤ ਕਰਾਂਗੇ ਔਰ ਕੀ ਕਾਰਨ ਸੀ ਉਹਨਾਂ ਨੇ ਇਸ ਤਰੀਕੇ ਨਾਲ ਬੋਲਣ ਦਾ ਉਹਨਾਂ ਨੇ ਕੁੜੀਆਂ ਨੂੰ ਹੀ ਕਿਉਂ ਕਿਹਾ ਕਿ ਮੈਂ ਉਹਨਾਂ ਦੇ ਹੱਕ 'ਚ ਖੜੀ ਹੋਈ ਹਾਂ ਉਹਨਾਂ ਕੁੜੀਆਂ ਦੇ ਹੱਕ 'ਚ ਜੋ ਵਿਦੇਸ਼ ਵਿੱਚ ਜਾ ਕੇ ਮੁਕਰੀਆਂ ਵੀ ਹੋਈਆਂ ਨੇ ਕੀ ਗੱਲ ਆ ਬੇਅੰਤ ਕੌਰ ਨਾਲ ਗੱਲ ਕਰ ਲਿਆ ਤਾਂ ਸਭ ਤੋਂ ਪਹਿਲਾਂ ਮੈਮ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੁਹਾਨੂੰ ਵੀ ਜੀ ਆਇਆਂ ਨੂੰ ਜੀ ਸ਼ੁਕਰੀਆ ਮੈਮ ਵੀਡੀਓ ਤੇ ਤਹਿਲਕਾ ਮਚਾਇਆ ਹੋਇਆ ਹੈ ਅੱਜ ਕੱਲ੍ਹ ਲੋਕ ਤੁਹਾਡੀ ਆਲੋਚਨਾ ਬਹੁਤ ਕਰ ਰਹੇ ਨੇ ਕਿ ਬੇਅੰਤ ਕੌਰ ਗਿੱਲ ਉਹਨਾਂ ਦੇ ਹੱਕ ਵਿੱਚ ਬੋਲ ਰਹੀ ਹੈ ਜਿਹੜੀਆਂ ਕੁੜੀਆਂ ਵਿਦੇਸ਼ ਜਾ ਕੇ ਮੁਕਰੀਆਂ ਹੋਈਆਂ ਨੇ ਮੁੰਡੇ ਇੱਧਰ ਰੋਂਦੇ ਫਿਰਦੇ ਐਕਚੁਅਲੀ ਮੈਮ ਮੈਂ ਇਹ ਲਾਈਵ ਹੋਈ ਸੀ ਤੇ ਮੈਨੂੰ ਇਹ ਗੱਲ ਬਹੁਤ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਮੈਂ ਕੁੜੀਆਂ ਦੇ ਹੱਕ 'ਚ ਬਿਲਕੁਲ ਨਹੀਂ ਸੀ ਹਾਂ ਜਿਸ ਤਰੀਕੇ ਨਾਲ ਕੁੜੀਆਂ ਦੀਆਂ ਫੋਟੋ ਵਾਇਰਲ ਕੀਤੀਆਂ ਜਾ ਰਹੀਆਂ ਸੀ ਮੈਂ ਉਹਦੇ ਮਤਲਬ ਜ਼ਰੂਰ ਸੀਗੀ ਭਈ ਇਹ ਇਦਾਂ ਨਾ ਕਰੋ ਉਦੋਂ ਮੈਂ ਕੁੜੀਆਂ ਦੇ ਹੱਕ 'ਚ ਸੀ ਵੀ ਉਹ ਕਿਸੇ ਦੀਆਂ ਧੀਆਂ ਕਿਸੇ ਦੀਆਂ ਭੈਣਾਂ ਤੇ ਦੂਸਰਾ ਜਿੰਨਾ ਚਿਰ ਅਦਾਲਤ ਕਿਸੇ ਨੂੰ ਮੁਜਰਮ ਕਰਾਰ ਨਹੀਂ ਦਿੰਦੀ ਭਾਵੇਂ ਉਹ ਕੁੜੀ ਹੈ ਭਾਵੇਂ ਉਹ ਮੁੰਡਾ ਹੈ ਉਹਨੂੰ ਅਸੀਂ ਜਲੀਲ ਨਹੀਂ ਕਰ ਸਕਦੇ ਸਮਾਜ 'ਚ ਜਦੋਂ ਤੁਸੀਂ ਉੱਥੇ ਸਭ ਤੋਂ ਪਹਿਲਾਂ ਤੁਹਾਡੀ ਵੀਡੀਓ ਪੈਂਦੀ ਹੈ ਤੁਸੀਂ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੁੰਦੇ ਹੋ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਕੁੜੀਆਂ ਦੇ ਹੱਕ 'ਚ ਖੜੀ ਹਾਂ ਜਿਹੜੀਆਂ ਇੱਥੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਸੀਂ ਕੰਟਰੈਕਟ ਮੈਰਿਜ ਕੀਤੀ ਹੋਈ ਹੈ ਉੱਧਰ ਜਾ ਕੇ ਮੁਕਰੀਆਂ ਹੋਈਆਂ ਨੇ ਤੁਸੀਂ ਇਹ ਵੀ ਗੱਲ ਕਹਿੰਦੇ ਹੋ ਕਿ ਮੈਂ ਉਹਨਾਂ ਦੇ ਹੱਕ 'ਚ ਖੜੀ ਹਾਂ ਇਹ ਕਿਉਂ ਕਿਉਂਕਿ ਉਹ ਕੁੜੀਆਂ ਤਾਂ ਆਲਰੇਡੀ ਇੱਥੋਂ ਮੁੰਡਿਆਂ ਦਾ ਪੈਸਾ ਲੈ ਕੇ ਗਈਆਂ ਹੋਈਆਂ ਨੇ
ਜੀ ਬਿਲਕੁਲ ਮੈਂ ਇਹ ਗੱਲ ਆਪਣੇ ਸਟੈਂਡ ਤੇ ਹਾਲੇ ਵੀ ਹਾਂ ਵੀ ਮੈਂ ਉਹਨਾਂ ਕੁੜੀਆਂ ਦੇ ਹੱਕ 'ਚ ਹੈਗੀਆਂ ਜਿਹੜੀਆਂ ਇੱਥੋਂ ਮਿਹਨਤ ਕਰਕੇ ਉਹਨਾਂ ਨੇ ਜਿਹੜੇ ਭਾਵੇਂ ਲੋਕ ਕਹਿੰਦੇ ਕਿ 5-6 ਬੈਂਡ ਲੈਣੇ ਕੋਈ ਵੱਡੀ ਗੱਲ ਨਹੀਂ, ਪਰ ਫਿਰ ਵੀ ਮੈਂ ਉਹਨਾਂ ਬੱਚੀਆਂ ਦੇ ਹੱਕ 'ਚ ਹਾਂ ਵੀ ਜਿਹੜੀਆਂ ਨੇ ਪੜ੍ਹਾਈ ਕੀਤੀ, ਫਿਰ ਇਕੱਲੀਆਂ ਬਾਹਰ ਗਈਆਂ ਤੇ ਅਸੀਂ ਮਤਲਬ ਇਹ ਸੋਚਿਆ ਵੀ ਅਸੀਂ ਇੱਕ ਲਗੀਜ਼ ਹਾਂ, ਅਸੀਂ ਇੱਕ ਟਰੰਕ ਹਾਂ, ਸਾਨੂੰ ਇਦਾਂ ਬੈਗ ਵਾਂਗੂ ਲੈ ਜਾਓ ਤੁਸੀਂ, ਹੈ ਨਾ। ਜਦੋਂ ਕਿ ਇਹਦੇ 'ਚ ਇਹ ਚੀਜ਼ ਮੈਂ ਤਾਂ ਵਾਰ-ਵਾਰ ਰਿਪੀਟ ਕੀਤੀ, ਮੈਂ ਕੁੜੀਆਂ ਦੇ ਹੱਕ 'ਚ ਤਾਂ ਸੀ ਵੀ ਕੁੜੀਆਂ ਇੱਧਰੋਂ ਵੀ ਸਟ੍ਰੈਸ ਜਾਂਦੀਆਂ, ਕਿਉਂਕਿ ਆਪਾਂ ਨੂੰ ਪਤਾ ਹੈ ਕੁੜੀਆਂ ਤੇ ਕਿੰਨੇ ਬੈਨ ਲੱਗੇ ਹੁੰਦੇ ਵੀ ਸਾਡੇ ਸਮਾਜ 'ਚ, ਤੇ ਫਿਰ ਉੱਧਰ ਜਾ ਕੇ ਵੀ ਉਹ ਕਿੰਨੀਆਂ ਮਤਲਬ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਪੈਂਦਾ ਹੈਗਾ। ਤੇ ਉਲਟਾ ਜੇ ਮਤਲਬ ਉਹ ਕੋਈ ਗੱਲ ਨਹੀਂ ਕਰ ਪਾਉਂਦੀਆਂ ਕੁੜੀਆਂ ਜਾਂ ਕੁਝ ਵੀ, ਫਿਰ ਵੀ ਅਸੀਂ ਉਹਨਾਂ ਨੂੰ ਬਲੇਮ ਦਿੰਦੇ ਆ। ਜਿਹੜਾ ਮੇਰਾ ਇਹ ਉਹ ਲਾਈਵ ਸੀਗਾ ਮੈਂ ਆਪਣੇ ਪੇਜ ਤੋਂ ਹੋਈ, ਉਹਦਾ ਅਸਲ ਵਿੱਚ ਲਾਈਵ ਹੋਣ ਦਾ ਮੇਨ ਕਾਰਨ ਇਹ ਸੀ ਭਈ ਜਦੋਂ ਮੈਂ ਦੇਖ ਰਹੀ ਸੀ, ਇੱਕ ਦਿਨ ਪਹਿਲਾਂ ਤੋਂ ਦੇਖ ਰਹੀ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਦੀਆਂ ਫੋਟੋ ਪੈ ਰਹੀਆਂ ਸੀ ਆਪਣੇ ਫੇਸਬੁੱਕ ਤੇ, ਸੋਸ਼ਲ ਮੀਡੀਆ ਤੇ, ਜਿਹਦੇ 'ਚ ਇਹ ਵਾਰ-ਵਾਰ ਕਿਹਾ ਜਾ ਰਿਹਾ ਸੀ ਵੀ ਇਹ ਕੁੜੀ ਨੇ ਵੀ 6 ਮਹੀਨੇ ਹੋ ਗਏ ਹਸਬੈਂਡ ਨਾਲ ਗੱਲ ਨਹੀਂ ਕੀਤੀ, ਇਹ ਕੁੜੀ ਵੀ 15 ਦਿਨ ਤੋਂ ਆਪਦੇ ਹਸਬੈਂਡ ਨੂੰ ਬਲੌਕ ਮਾਰ ਗਈ। ਤੇ ਜਿਹਦਾ ਜਿਹੜਾ ਉਹ ਇੱਕ ਤਾਜ਼ਾ ਮਾਮਲਾ ਕੱਲ ਵੀ ਆਪਾਂ ਦੇਖਿਆ ਹੀ ਹੈਗਾ ਫੇਸਬੁੱਕ ਤੇ, ਵੀ ਉਹ ਇੱਕ ਬਜ਼ੁਰਗ ਹੈਗੇ, ਉਹਨਾਂ ਦਾ ਬੇਟੇ ਦੀ ਡੈਥ ਹੋ ਗਈ ਤੇ ਉਹਨਾਂ ਦੀ ਨੂੰਹ ਮਤਲਬ ਬਾਹਰ ਆ, ਤੇ ਉਹਦੀ ਨੂੰਹ ਦੀ ਤੇ ਬੇਟੇ ਦੀ ਉਹਨਾਂ ਦੀ ਫੋਟੋ ਪਾਈ ਹੋਈ ਸੀਗੀ ਕਿ ਵਾਇਰਲ ਹੋ ਰਹੀ ਸੀ। ਕੱਲ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਤੁਰੰਤ ਐਕਸ਼ਨ ਉਹ ਕੁੜੀ ਦੇ ਸਹੁਰਾ ਸਾਹਿਬ ਨੇ ਲਿਆ। ਉਹ ਕਹਿੰਦੇ ਸਾਡੀ ਤਾਂ ਜੇ ਸਾਡਾ ਬੇਟੇ ਦੀ ਡੈਥ ਹੋ ਗਈ, ਉਹ ਸਾਡੀ ਨੂੰਹ ਆ, ਹਾਲੇ ਵੀ ਸਾਡੀ ਧੀ ਆ। ਤੇ ਉਹ ਜਿਹਨੇ ਵੀ ਵਾਇਰਲ ਕੀਤੀ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਨਾਂ ਨੇ ਦਿੱਤੀ ਹੈ ਦਰਖਾਸਤ। ਤੇ ਹੋਰ ਵੀ ਚਿਹਰੇ ਇਦਾਂ ਦੀਆਂ ਫੋਟੋ ਆਉਣਗੀਆਂ ਸਾਹਮਣੇ ਜਿਹੜੀਆਂ ਲੋਕਾਂ ਨੇ ਸਿਰਫ ਜਿਵੇਂ ਦੁਸ਼ਮਣੀ ਕੱਢੀ ਆ ਜਾਂ ਕੁਛ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੁੜੀਆਂ ਇੱਥੋਂ ਬੜੀ ਪਰੇਸ਼ਾਨੀ ਦੇ ਨਾਲ ਉੱਥੇ ਜਾ ਕੇ ਕੰਮਕਾਜ ਕਰਦੀਆਂ ਨੇ ਔਰ ਮੁੰਡੇ ਕਹਿੰਦੇ ਨੇ ਕਿ ਸਾਡੇ ਨਾਲ ਗੱਲ ਵੀ ਕਰੋ, ਹੈ ਨਾ। ਜੇਕਰ ਇੱਕ ਜੈਨੂਨ ਰਿਸ਼ਤਾ ਹੈ ਨਾ, ਵਿਆਹ ਹੋਇਆ, ਕੁੜੀਆਂ ਨੇ ਇੱਥੇ ਦੋ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕੀਤਾ, ਹੈ ਨਾ, ਔਰ ਉਸ ਤੋਂ ਬਾਅਦ ਕੁਛ ਦੇਰ ਉਹ ਇੱਕ ਛੱਤ ਥੱਲੇ ਮੀਆਂ ਬੀਵੀ ਸੁੱਤੇ ਵੀ ਨੇ, ਔਰ ਉਸ ਤੋਂ ਬਾਅਦ ਉਹ ਕੁੜੀ ਨੂੰ ਜੱਜ ਚੜ੍ਹ ਕੇ ਬਾਹਰ ਚਲੇ ਜਾਂਦੇ ਨੇ, ਔਰ ਉੱਥੇ ਕੁਝ ਸਮਾਂ ਬੀਤਣ ਤੋਂ ਬਾਅਦ ਉਹ ਕੁੜੀ ਮੁੱਕਰ ਜਾਵੇ, ਕੀ ਇਹ ਗਲਤ ਨਹੀਂ ਹੈ? ਦੇਖੋ ਇਹ ਤਾਂ ਹਾਲੇ ਮੈਮ ਆਪਾਂ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਕਿ ਉਹ ਕੁੜੀ ਉੱਧਰ ਜਾ ਕੇ ਮੁੱਕਰੀ ਆ ਜਾਂ ਕੀ ਆ। ਇਹ ਜੇ ਕੁੱਲ ਆਪਾਂ ਮਿਲਾ ਕੇ ਦੇਖੀਏ ਤਾਂ ਜੇ ਆਪਾਂ ਕਹੀਏ ਵੀ ਇੱਕੋ ਕਮਰੇ 'ਚ ਮੇਰੇ ਖਿਆਲ 'ਚ 5 ਤੋਂ 10 ਕੁ ਦਿਨ ਦਾ ਉਹਨਾਂ ਦਾ ਰਿਸ਼ਤਾ ਰਿਹਾ। ਖੈਰ ਮੈਂ ਇਸ ਟੌਪਿਕ ਤੇ ਬਾਹਲਾ ਨਹੀਂ ਕਹਿਣਾ ਚਾਹੂੰਗੀ ਕਿਉਂਕਿ ਜਿੰਨਾ ਚਿਰ ਸੱਚ ਸਾਹਮਣੇ ਨਹੀਂ ਆਉਂਦਾ, ਕਿਉਂਕਿ ਸੱਚ ਅਕਸਰ ਬਹੁਤ ਸਾਰੇ ਸੱਚ ਛੁਪੇ ਹੁੰਦੇ ਆ, ਕੋਈ ਚੀਜ਼ ਅੱਖੀਂ ਵੇਖ ਕੇ ਜਾਂ ਕੰਨੀ ਸੁਣ ਕੇ ਅਸੀਂ ਉਹਨੂੰ ਸੱਚ ਨਹੀਂ ਕਹਿ ਸਕਦੇ ਹੁੰਦੇ, ਹੈ ਨਾ। ਕੱਲ ਦੀ ਗੱਲ ਦੱਸ ਦਿੰਦੇ, ਕੱਲ ਮੈਂ ਬਰਨਾਲੇ ਦੇ ਪਿੰਡ ਉੱਥੇ ਧਨੌਲੇ ਕਸਬੇ 'ਚ ਗਈ ਸੀ। ਉੱਥੇ ਕਮ ਸੇ ਕਮ 25 ਤੋਂ 30 ਮੁੰਡੇ ਆਏ ਸੀ ਜਿਨ੍ਹਾਂ ਦੇ ਵਿਆਹ ਨੂੰ 8-8 ਸਾਲ ਹੋ ਗਏ ਸੀਗੇ, ਔਰ ਉਸ ਤੋਂ ਬਾਅਦ ਇੱਕ ਮੁੰਡਾ ਉਹ ਸੀ ਜਿਸ ਵੀਰ ਦੇ ਕੋਲ 2.5 ਸਾਲ ਦੀ ਕੁੜੀ ਵੀ ਹੈ, ਪਰ ਉਹਦਾ ਵਿਆਹ ਹੋਇਆ, ਕੁੜੀ ਇੱਥੇ ਰਹੀ ਆ ਔਰ ਬੱਚਾ ਜੰਮ ਕੇ ਇੱਥੇ, ਉਹਨੇ ਕਦੀ ਬਾਤ ਨਹੀਂ ਪੁੱਛੀ। ਮੁੰਡੇ ਦਾ ਨੰਬਰ ਬਲੌਕ ਆ, ਪੈਸਾ ਲਾ ਕੇ ਮੁੰਡੇ ਨੇ ਆਪ ਪੜ੍ਹਾ ਕੇ ਭੇਜੀ ਸੀ। ਫਿਰ ਉਹਨਾਂ ਮੁੰਡਿਆਂ ਦਾ ਕੀ ਕਸੂਰ ਹੈ? ਤੁਸੀਂ ਇਹਨਾਂ ਕੁੜੀਆਂ ਦੇ ਹੱਕ 'ਚ ਹਾਲੇ ਵੀ ਖੜੋਗੇ? ਨਹੀਂ, ਬਿਲਕੁਲ ਮੈਂ ਕੁੜੀਆਂ ਦੇ ਹੱਕ ਦੀ ਗੱਲ ਨਹੀਂ ਕਰ ਰਹੀ ਇੱਥੇ। ਜਿਹੜਾ ਮਤਲਬ ਉਹ ਹੱਕ ਸੀ ਨਾ, ਉਹ ਪਰਦੇਸੀ ਕੁੜੀਆਂ ਦਾ ਹੱਕ ਇਦਾਂ ਸੀ ਵੀ ਉਹਨਾਂ ਨੂੰ ਤੁਸੀਂ ਫੋਰਸ ਨਾ ਕਰੋ, ਇਹ ਰਿਸ਼ਤੇ ਨੂੰ ਬਚਾ ਕੇ ਰੱਖੋ। ਭਈ ਬਾਹਰ ਜੋ ਕੁਝ ਹੋ ਰਿਹਾ ਬਹੁਤ ਸਟ੍ਰੈਸ 'ਚ ਆ ਕੁੜੀਆਂ, ਉਹ ਤੁਹਾਨੂੰ ਕਾਲ ਨਹੀਂ ਕਰ ਸਕਦੀਆਂ, ਹੋ ਸਕਦਾ ਤੁਹਾਨੂੰ ਪੈਸੇ ਵੀ ਨਹੀਂ ਭੇਜ ਸਕਦੀਆਂ, ਵੀ ਇਹ ਰਿਸ਼ਤੇ ਨੂੰ ਬਚਾਉਣ ਲਈ ਕੰਪਰੋਮਾਈਜ਼ ਕਰੋ, ਕੋਆਪਰੇਟ ਕਰੋ। ਇਹ ਵੀਡੀਓ ਤੁਸੀਂ ਹਾਲੇ ਵੀ ਮਤਲਬ ਚੱਲ ਰਹੀ ਹੈ, ਤੁਹਾਡੇ ਸਾਰਿਆਂ ਦੇ ਕੋਲ ਆ। ਜਿਹੜੀ ਗੱਲ ਤੁਸੀਂ ਕਹਿੰਦੇ ਮੁੰਡਿਆਂ ਨਾਲ ਠੱਗੀ ਹੋਈ ਹੈਗੀ ਆ, ਉਹੀ ਤਾਂ ਗੱਲ ਮੈਂ ਸਮਾਜ ਨੂੰ ਕਹਿਣਾ ਚਾਹੁੰਦੀ ਸੀ। ਜਦੋਂ ਸੌਦਾ ਹੈ, ਸੌਦੇ 'ਚ ਠੱਗੀਆਂ ਦੇਖੋ, ਪਹਿਲਾਂ ਸਾਡੀਆਂ ਧੀਆਂ ਠੱਗੀਆਂ ਜਾਂਦੀਆਂ ਰਹੀਆਂ, ਸਾਡੀਆਂ ਭੈਣਾਂ ਠੱਗੀਆਂ ਜਾਂਦੀਆਂ ਰਹੀਆਂ, ਹੁਣ ਸਾਡੇ ਭਰਾ ਠੱਗੇ ਜਾ ਰਹੇ ਆ, ਹੁਣ ਸਾਡੇ ਪੁੱਤ ਠੱਗੇ ਜਾ ਰਹੇ ਆ। ਮੈਨੂੰ ਵੀ ਦੁੱਖ, ਮੈਂ ਇੱਕ ਮਾਂ ਹੈ, ਇਦਾਂ ਨਹੀਂ, ਮੇਰੇ ਵੀ ਬੱਚੇ ਆ, ਮੈਂ ਇੱਕ ਭੈਣ ਆ, ਮੇਰੇ ਵੀ ਭਰਾ ਹੈ। ਜੇ ਮੇਰੇ ਭਰਾ ਨੂੰ ਕੋਈ ਚੋਟ ਆਉਂਦੀ ਤਾਂ ਮੈਨੂੰ ਵੀ ਤਕਲੀਫ ਹੁੰਦੀ ਆ, ਮੇਰੇ ਬੱਚੇ ਨੂੰ ਕੋਈ ਥੋੜੀ ਜਿਹੀ ਝਰੀਟ ਆਊਗੀ ਮੈਨੂੰ ਤਕਲੀਫ ਹੋਊਗੀ। ਪਰ ਇਹੀ ਤਾਂ ਮੈਂ ਸਮਾਜ ਨੂੰ ਕਹਿਣਾ ਚਾਹੁੰਦੀ ਹਾਂ, ਸਮਾਜ ਉਹ ਦੇਖਣਾ ਚਾਹੁੰਦਾ ਜੋ ਉਹਨਾਂ ਨੂੰ ਚੰਗਾ ਲੱਗਦਾ। ਮੈਂ ਸਮਾਜ ਨੂੰ ਇਹੀ ਸਮਝਾਉਣਾ ਚਾਹੁੰਦੀ ਜਿੱਥੇ ਸੌਦਾ ਹੈ। ਪਹਿਲਾਂ ਜਿੱਦਾਂ ਉਦੋਂ ਤਾਂ ਸੌਦੇ ਵੀ ਨਹੀਂ ਹੁੰਦੇ ਸੀ, ਜਦੋਂ ਪਹਿਲਾਂ ਅੱਜ ਤੋਂ 8-10 ਸਾਲ ਪਹਿਲਾਂ ਜਦੋਂ ਕੁੜੀਆਂ ਦੀ ਅਸੀਂ ਬਾਹਰ ਮੈਰਿਜ ਕਰਦੇ ਸੀ ਬਾਹਰਲੇ ਮੁੰਡੇ ਨਾਲ, ਉਦੋਂ ਤਾਂ ਸੌਦਾ ਵੀ ਨਹੀਂ ਹੁੰਦਾ ਸੀ। ਉਦੋਂ ਵੀ ਪਰਦੇਸੀ ਜਿਹੜੇ ਸੀ ਮੁੜਦੇ ਨਹੀਂ ਸੀ। ਫਿਰ ਕੁੜੀਆਂ ਨੂੰ ਕਹਿੰਦੇ ਸੀ ਜੇ ਅਸੀਂ ਉੱਥੇ ਮੇਮਨਾ ਵਿਆਹ ਕਰਾਵਾਂਗੇ ਉੱਧਰ ਪੱਕੇ ਹੋਵਾਂਗੇ, ਪੱਕੇ ਹੋ ਕੇ ਵੀ ਨਹੀਂ ਮੁੜਦੇ ਸੀ। ਇੱਥੋਂ ਤੱਕ ਕਿ ਮੇਮਾਂ ਨੂੰ ਵੀ ਨਾਲ ਲੈ ਕੇ ਉਹ ਇੱਧਰ ਆ ਜਾਂਦੇ ਸੀ। ਤਾਂ ਉਹ ਔਰਤਾਂ ਦੇ ਦਿਲ ਦੀ ਗੱਲ ਕੌਣ ਜਾਣਦਾ ਸੀ? ਜੇ ਉਦੋਂ ਹੀ ਅਸੀਂ ਸਟਰੋਂਗ ਹੋਏ ਹੁੰਦੇ, ਉਦੋਂ ਹੀ ਅਸੀਂ ਜਿਹੜਾ ਸਾਡਾ ਸਿਸਟਮ ਸੀ ਮੇਨ, ਮੈਂ ਇਸ ਨੂੰ ਕਹਿੰਦੀ ਹਾਂ ਜਿਹੜੇ ਸਮਾਜ ਨੇ ਮੇਰੇ ਵਿਰੁੱਧ ਆਵਾਜ਼, ਸਮਾਜ ਨੇ ਨਹੀਂ, ਕੁਛ ਕੁ ਲੋਕਾਂ ਨੇ ਇਹਨੂੰ ਟਰੋਲ ਕਹਿੰਦੇ ਆ, ਬਾਹਰਲੇ ਦੇਸ਼ਾਂ 'ਚ ਇਹਨੂੰ ਟਰੋਲ ਕਿਹਾ ਜਾਂਦਾ ਵੀ ਇਹ ਟਰੋਲ ਹੁੰਦਾ ਵੀ ਇਹਨੂੰ ਮਾਨਸਿਕ ਤੌਰ 'ਤੇ ਇਸ ਬੰਦੇ ਨੂੰ ਇੱਦਾਂ ਪਰੇਸ਼ਾਨ ਕਰੋ, ਹੈ ਨਾ। ਤੇ ਜਦੋਂ ਇਹਨਾਂ ਕੁਛ ਕੁ ਲੋਕਾਂ ਨੇ ਜਿਹੜੇ ਮੇਰੇ ਵਿਰੁੱਧ ਆਵਾਜ਼ ਚੁੱਕੀ, ਮੈਂ ਚਾਹੁੰਦੀ ਕਿ ਇਹ ਆਵਾਜ਼ ਪਹਿਲਾਂ ਚੁੱਕਣੀ ਚਾਹੀਦੀ ਸੀ, 10 ਸਾਲ ਪਹਿਲਾਂ, 15 ਸਾਲ ਪਹਿਲਾਂ, 20 ਸਾਲ 47 ਤੋਂ ਬਾਅਦ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ, ਸਾਨੂੰ ਇਹ ਆਵਾਜ਼
ਚੱਕਣੀ ਚਾਹੀਦੀ ਸੀ। ਧੀ ਹੋਵੇ, ਪੁੱਤ ਹੋਵੇ, ਭੈਣ ਹੋਵੇ, ਭਰਾ ਹੋਵੇ, ਮੈਂ ਸਾਰਿਆਂ ਨਾਲ ਖੜੀ ਆ, ਜਿਨ੍ਹਾਂ ਨਾਲ ਵੀ ਧੋਖਾ ਹੁੰਦਾ ਤਾਂ ਫਿਰ ਇਹ ਸਿਸਟਮ ਵੀ ਜ਼ਿੰਮੇਵਾਰ ਹੈ ਤੇ ਤੁਸੀਂ ਵੀ ਜ਼ਿੰਮੇਵਾਰ ਆ। ਇਹ ਜਿਹੜਾ ਮਾਮਲਾ ਪਹਿਲਾਂ ਆਉਂਦਾ ਸੀ ਕੁੜੀਆਂ ਦਾ, ਜਦੋਂ NRI ਲਾੜੇ ਬਾਹਰ ਚਲੇ ਜਾਂਦੇ ਸੀ ਔਰ ਉਸ ਤੋਂ ਬਾਅਦ ਵਾਪਸ ਨਹੀਂ ਆਉਂਦੇ ਸੀ, ਧੀਆਂ ਇੱਥੇ ਬੱਚੇ ਜੰਮ ਕੇ ਬੈਠੀਆਂ ਨੇ, ਬਹੁਤ ਸਾਰੇ ਪੋਤੇ ਪੋਤੀਆਂ ਵਾਲੀਆਂ ਵੀ ਹੋ ਗਈਆਂ ਨੇ, ਪਰ ਸਬਰ ਕਰਕੇ ਬੈਠੀਆਂ ਕਿ ਨਹੀਂ ਅਸੀਂ ਮਾਪਿਆਂ ਘਰੇ ਵਾਪਸ ਨਹੀਂ ਮੁੜਨਾਗਾ। ਕਈ ਸੈਪਰੇਟ ਵੀ ਹੋ ਜਾਂਦੀਆਂ ਨੇ, ਨਾ ਮਾਪੇ ਰੱਖਦੇ ਨਾ ਸਹੁਰੇ ਰੱਖਦੇ ਨੇ, ਉਹ ਵੀ ਰਹਿ ਜਾਂਦੀਆਂ ਨੇ। ਉਸ ਵੇਲੇ ਕੀ ਹੁੰਦਾ ਸੀ, ਉਦੋਂ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਜਾਂ ਲੀਡਰਾਂ ਦੇ ਬਿਆਨ ਆਉਂਦੇ ਸੀ ਕਿ NRI ਲਾੜਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣਗੇ। ਹਾਲੇ ਤੱਕ ਨਹੀਂ ਜ਼ਬਤ ਹੋਏਗੇ। ਬਹੁਤ ਸਾਰੀਆਂ ਧੀਆਂ ਇੱਥੇ ਰੋਂਦੀਆਂ ਨੇ, ਪਰ ਮੈਂ ਇਹ ਨਹੀਂ ਕਹਿੰਦੀ ਕਿ ਮੁੰਡੇ ਗਲਤ ਨੇ ਜਾਂ ਕੁੜੀਆਂ ਗਲਤ ਨੇ, ਪਰ ਅੱਜ ਦਾ ਜੋ ਸਮਾਂ, ਮੈਂ ਕੱਲ 15 ਤੋਂ 20-25 ਮੁੰਡਿਆਂ ਦੀ ਇੰਟਰਵਿਊ ਕੀਤੀ, ਉਹਨਾਂ ਨੇ ਸਾਨੂੰ ਇਹੀ ਦੱਸਿਆ, ਜੈਨੂਇਨ ਉਹਨਾਂ ਕੋਲ ਪ੍ਰੂਫ ਸੀ, ਵਿਆਹ ਹੋਏ ਸੀ, 2 ਪਰਿਵਾਰਾਂ ਦਾ ਰਿਸ਼ਤਾ, ਕੁੜੀਆਂ ਘਰ 'ਚ ਰਹੀਆਂ ਨੇ, ਮੁੰਡਿਆਂ ਨੇ ਖੁਦ ਪੜ੍ਹਾ ਕੇ ਬਾਹਰ ਭੇਜੀਆਂ ਨੇ ਔਰ ਉੱਥੇ ਜਾ ਕੇ ਉਹਨਾਂ ਦੇ ਅਫੇਅਰ ਕਿਸੇ ਹੋਰ ਨਾਲ ਹੋ ਗਏ। ਬਿਲਕੁਲ, ਜਦੋਂ ਅਸੀਂ ਛੋਟੀ ਹਾਲੇ ਅਸੀਂ ਸਮਾਜ ਨਹੀਂ ਦੇਖਿਆ ਹੁੰਦਾ। ਮੈਂ ਸੋਚਦੀ ਹੁਣ ਅਸੀਂ 40 ਸਾਲ ਦੇ ਹੋ ਗਏ ਆ ਤਾਂ ਹੁਣ ਲੱਗਦਾ ਵੀ ਥੋੜਾ ਅਸੀਂ ਥੋੜਾ ਸਮਝਦਾਰ ਹੋਏ ਆ, ਹਨਾ ਭਈ ਜ਼ਿਆਦਾ ਨਹੀਂ। ਅਸੀਂ ਹਾਲੇ ਵੀ ਸਮਾਜ 'ਚ ਮਤਲਬ ਸਾਨੂੰ ਕਈਆਂ ਚੀਜ਼ਾਂ ਦਾ ਲੱਗਦਾ ਵੀ ਇੱਥੋਂ ਹਜੇ ਸਾਨੂੰ ਹੋਰ ਸਿੱਖਣਾ। ਤਾਂ ਉਹ ਬੱਚੇ ਜਿਹੜੇ ਨਵੇਂ ਜਦੋਂ ਅਸੀਂ ਉਹਨਾਂ ਨੂੰ ਵਿਆਹ ਕਰਕੇ ਭੇਜ ਦਾਂਗੇ, ਉਹ ਨਵੀਂ ਦੁਨੀਆ ਦੇਖਣਗੇ ਤਾਂ ਇੱਦਾਂ ਆਕਰਸ਼ਿਤ, ਮਤਲਬ ਕੋਈ ਵੀ ਚੀਜ਼ ਸਾਨੂੰ ਆਕਰਸ਼ਿਤ ਕਰਦੀ ਆ। ਇਹ ਮਤਲਬ ਇੱਕ ਮਨੁੱਖੀ ਸੁਭਾਅ ਹੈ ਵੀ ਸਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਚਕਾਚੌਂਧ ਵਾਲੀਆਂ ਹੁੰਦੀਆਂ ਸਾਨੂੰ ਖਿੱਚਦੀਆਂ, ਤੇ ਅਸੀਂ ਜਿਹੜੇ ਅਸੀਂ ਕੁੜੀਆਂ ਸਾਡੀਆਂ ਉਹ ਵੀ ਤਾਂ ਫਿਰ ਮਨੁੱਖਾਂ 'ਚ ਆਉਂਦੀਆਂ, ਮਨੁੱਖੀ ਸੁਭਾਅ ਉਹਨਾਂ ਦਾ ਵੀ ਉਹੀ ਆ। ਜਦੋਂ ਚਕਾਚੌਂਧ ਉਹਨਾਂ ਨੂੰ ਖਿੱਚੂਗੀ ਤੇ ਇਹ ਚੀਜ਼ਾਂ ਹੋਣੀਆਂ ਲਾਜ਼ਮੀ ਆ। ਬਾਕੀ ਰਹੀ ਗੱਲ ਜਿਹੜੀ ਮੁੰਡਿਆਂ ਨਾਲ ਤੁਸੀਂ ਮਿਲ ਕੇ ਆਏ ਹੋ ਕੱਲ੍ਹ, ਮੈਨੂੰ ਵੀ ਉਹਨਾਂ ਨਾਲ ਸਿੰਪਥੀ ਆ, ਪਰ ਦੇਖੋ ਕਿਤੇ ਨਾ ਕਿਤੇ ਹੋ ਸਕਦਾ ਜਦੋਂ ਅੱਜ ਤੋਂ 10 ਜਾਂ 15 ਸਾਲ ਪਹਿਲਾਂ ਜੇ ਇਹ ਆਵਾਜ਼ ਅਸੀਂ ਉਦੋਂ ਚੱਕੀ ਹੁੰਦੀ, ਮਰਦ ਪ੍ਰਧਾਨ ਸਮਾਜ ਨੇ ਇਹ ਆਵਾਜ਼ ਉਦੋਂ ਚੱਕੀ ਹੁੰਦੀ, ਤਾਂ ਅੱਜ ਸਾਡੇ ਜਿਹੜੇ ਬੱਚੇ ਵੀ ਕਰਲਾਉਂਦੇ ਫਿਰਦੇ ਵੀ ਮੇਰੇ ਭਰਾ ਹੈ, ਮੇਰੇ ਬੱਚੇ ਆ, ਇਹ ਸਾਨੂੰ ਮਤਲਬ ਇੱਦਾਂ ਹੁੰਦਾ ਹੀ ਨਾ। ਅੱਜ ਇਹ ਚੀਜ਼ ਦੇਖਣ ਨੂੰ ਸਾਨੂੰ ਮਿਲਣੀ ਨਹੀਂ ਸੀ। ਸਰਕਾਰਾਂ, ਦੂਸਰੇ ਨੰਬਰ 'ਤੇ ਸਰਕਾਰਾਂ ਵੀ ਜ਼ਿੰਮੇਵਾਰ ਹੈਗੀਆਂ, ਸਿਸਟਮ ਜ਼ਿੰਮੇਵਾਰ ਇਹ ਆ ਕਿ ਸਰਕਾਰਾਂ ਨੇ ਸਾਡੀਆਂ ਨੇ, ਹਾਂ ਹੁਣ ਦੀ ਸਰਕਾਰ ਹੀ ਕਰ ਲਓ, ਚਲੋ ਪਿਛਲੀ ਕਰ ਲਓ। ਕਦੋਂ ਸਾਡੇ ਲੋਕ ਅਦਾਲਤਾਂ ਇੱਦਾਂ ਦੀਆਂ ਲੱਗੀਆਂ ਵੀ ਆਓ ਅਸੀਂ ਸਾਰਾ ਮਤਲਬ ਇੱਕ ਸਾਰੇ ਆਫੀਸਰ ਬਹਿੰਦੇ ਆ, ਸਾਰੇ ਕੋਈ ਪਾਸਪੋਰਟ ਚੈੱਕ ਕਰਨ ਵਾਲਾ, ਜੋ ਵੀ ਇਨਕੁਆਰੀਆਂ ਮਤਲਬ ਮੇਨ ਜਿਹੜੀ ਜਿਹਨੂੰ ਆਪਾਂ ਕਹਿੰਦੇ ਫਾਸਟ ਅਦਾਲਤਾਂ ਬੋਲਦੇ ਆ, ਵੀ ਆਓ ਅਸੀਂ ਸਾਰੇ ਬਹਿੰਦੇ ਜਿਹੜੇ ਮੁੰਡੇ ਕੁੜੀਆਂ ਨੂੰ ਨਿਆਂ ਨਹੀਂ ਮਿਲਿਆ, ਅਸੀਂ ਉਹ ਅਦਾਲਤ ਲੱਗੀ ਹੋਈ ਆ ਹਰ ਜ਼ਿਲ੍ਹੇ 'ਚ ਵੀ ਸਾਲ ਬਾਅਦ ਇਹ ਅਦਾਲਤ ਲੱਗੂਗੀ, ਇੱਥੇ ਪਹੁੰਚੋ। ਕਿੱਥੇ ਸਾਡਾ ਅਦਾਲਤ ਕਿੱਥੇ ਲੱਗ ਰਹੀ ਹੈ? ਤੇ ਫਿਰ ਅਸੀਂ ਜਦੋਂ ਸੁੱਤੇ ਹੋਏ ਸੀ, ਜਦੋਂ ਅਸੀਂ ਸੁੱਤੇ ਆ ਤੇ ਫਿਰ ਸੁੱਤਿਆਂ ਦੇ ਕਹਿੰਦੇ ਹੁੰਦੇ ਕੱਟੇ ਤੇ ਜਾਗਦੇ ਦੀਆਂ ਕੱਟੀਆਂ। ਤੁਸੀਂ ਕਹਿੰਦੇ ਹੋ ਕਿ ਕੁੜੀਆਂ ਉਧਰ ਜਾ ਕੇ ਆਕਰਸ਼ਿਤ ਹੋ ਜਾਂਦੀਆਂ ਨੇ, ਕਿ ਉਹਨਾਂ ਦਾ ਜਾਇਜ਼ ਹੈ ਆਕਰਸ਼ਿਤ ਹੋਣਾ? ਜਿੱਧਰ ਮੁੰਡਾ ਇੱਥੇ ਕਿਸੇ ਕੁੜੀ ਨਾਲ ਅਫੇਅਰ ਕਰ ਲੇ, ਉਹ ਤਾਂ ਚੀਕਣਗੇ ਉੱਥੇ ਬੈਠੀਆਂ ਕਿ ਭਾਈ ਸਾਨੂੰ ਤਾਂ ਇੰਨੇ ਮੁੰਡੇ ਨੇ ਧੋਖਾ ਦਿੱਤਾ। ਬਿਲਕੁਲ, ਮੈਂ ਸੋਚਦੀ ਆਕਰਸ਼ਿਕ ਹੋਣਾ ਤੇ ਮਤਲਬ ਇਹ ਦੋ ਪਹਿਲੂ ਆ ਵੀ ਤੁਸੀਂ ਆਪਣੇ ਆਪ ਨੂੰ ਕਿਵੇਂ ਰੋਕਣਾ, ਉਹਦੇ ਉਸ ਆਕਰਸ਼ਿਕ ਤਾਂ ਤੁਸੀਂ ਹੋਵੋਗੇ, ਇਹ ਨਹੀਂ ਵੀ ਨਹੀਂ ਹੋਵੋਗੇ। ਚਕਾਚੌਂਧ ਆ ਤੁਹਾਡੇ ਸਾਹਮਣੇ ਕੌਣ ਆ, ਉਸ ਚੀਜ਼ ਤੋਂ ਤੁਸੀਂ ਆਕਰਸ਼ਿਕ ਹੋਵੋਗੇ। ਪਰ ਜਿਹੜੀ ਤੁਹਾਨੂੰ ਤੁਹਾਡੇ ਸਾਈਡ, ਜਿਵੇਂ ਤੁਸੀਂ ਕਹੋ ਵੀ ਵਿਆਹ ਕਰਕੇ ਗਏ ਆ, ਜੇ ਤੁਹਾਡਾ ਉਸ ਲੜਕੇ ਨਾਲ, ਉਹ ਮੁੰਡੇ ਨਾਲ, ਤੁਹਾਡੇ ਪਤੀ ਨਾਲ ਤੁਹਾਡਾ ਰਿਲੇਸ਼ਨ ਬਹੁਤ ਵਧੀਆ ਹੈ, ਉਹ ਵੀ ਤੁਹਾਨੂੰ ਬਹੁਤ ਪਿਆਰ ਕਰਦਾ, ਤੁਸੀਂ ਇੱਕ ਦੂਸਰੇ ਲਈ ਵਫਾਦਾਰ ਹੋ, ਤੁਹਾਡੇ ਸੌਦੇ ਨਹੀਂ ਹੋਏ ਵੇ, ਫਿਰ ਜਿਹੜਾ ਉਹ ਆਕਰਸ਼ਕ ਚੀਜ਼ਾਂ ਜਿਹੜੀਆਂ ਹੈਗੀਆਂ ਚਕਾਚੌਂਧ ਵਾਲੀਆਂ, ਹੋ ਸਕਦਾ ਫਿਰ ਤੁਹਾਡੇ ਤੇ ਅਸਰ ਨਾ ਪਾ ਸਕਣ ਜੇ ਤੁਹਾਡਾ ਰਿਸ਼ਤਾ ਬਹੁਤ ਮਜ਼ਬੂਤ ਆ। ਤਾਂ ਮੈਂ ਸੋਚਦੀ ਹਾਂ ਵੀ ਸਾਡਾ ਸਭ ਤੋਂ ਪਹਿਲ ਸਾਡੀ ਰਿਸ਼ਤੇ ਦੀ ਮਜ਼ਬੂਤੀ ਹੋਣੀ ਚਾਹੀਦੀ ਆ। ਤੇ ਫਿਰ ਗੱਲ ਮੈਡਮ ਉੱਥੇ ਹੀ ਆ ਗਈ ਵੀ ਰਿਸ਼ਤੇ ਦੀ ਮਜ਼ਬੂਤੀ ਕਿੱਦਾਂ ਹੋਊਗੀ ਜਿੱਥੇ ਸੌਦਾ ਹੋ ਗਿਆ। ਹੁਣ ਤੁਸੀਂ ਕਹੋਗੇ ਵੀ ਇਹ ਸੌਦਾ ਨਹੀਂ ਹੁੰਦਾ, ਇਹ ਤਾਂ ਵੀ ਵਿਆਹ ਹੈ, ਵੀ ਚਲੋ ਕੁੜੀਆਂ ਦੇ ਨਾਲ ਚੱਲ ਕੇ ਅਸੀਂ ਚੱਲਦੇ ਹਾਂ। ਭਈ ਜੇ ਇਹ ਵਿਆਹ ਹੈ, ਵਿਆਹ ਤਾਂ ਉਹ ਆ ਵੀ ਜਿਹੜੇ ਘੁੰਡ ਵੀ ਨਹੀਂ ਅੱਗੇ ਲੇਡੀਜ਼ ਚੱਕਦੀਆਂ ਸੀ, ਉਹ ਨਾ ਉਹਨਾਂ ਨੂੰ ਦੁਨੀਆ ਦਾ ਪਤਾ ਹੁੰਦਾ ਸੀ, ਨਾ ਦੁਨੀਆ ਨੂੰ ਪਤਾ ਹੁੰਦਾ ਸੀ ਵੀ ਇਹ ਕੁੜੀ ਕਿੰਨੀ ਖੂਬਸੂਰਤ ਅਤੇ ਜਾਂ ਸੁਨੱਖੀ ਹੈ ਵੀ ਕਿ ਨਹੀਂ, ਮਤਲਬ ਅੱਖਾਂ ਹੈਗੀਆਂ ਵੀ ਉਹਦੀਆਂ ਕਿ ਨਹੀਂ, ਉਹ ਵੀ ਰਿਸ਼ਤੇ ਨਿਭਦੇ ਸੀ। ਇਹਦਾ ਮਤਲਬ ਇਹ ਹੈ ਕਿ ਤੁਹਾਡਾ ਰਿਸ਼ਤਾ ਕਿੱਦਾਂ ਦਾ ਸੀ, ਕਿੱਦਾਂ ਰਿਸ਼ਤਾ ਹੋਇਆ ਸੀ। ਜਦੋਂ ਨੀਂਹ ਤੁਸੀਂ ਆਪਾਂ ਇੱਕ ਨੀਂਹ ਕਮਜ਼ੋਰ ਆ, ਉੱਤੇ ਮਹਿਲ ਨਹੀਂ ਉਸਾਰਿਆ ਜਾ ਸਕਦਾ। 50 ਲੱਖ ਬਹੁਤ ਸਾਰੇ ਜ਼ਿਮੀਂਦਾਰ ਨੇ ਜੋ ਆਪਣੀਆਂ ਜ਼ਮੀਨਾਂ ਵੇਚ ਕੇ, ਉਹਨਾਂ ਨੂੰ ਇਹ ਹੁੰਦਾ ਪਹਿਲਾਂ ਇੱਕ ਮੈਨੂੰ ਤੁਹਾਡੀ ਗੱਲ ਯਾਦ ਆ ਗਈ, ਤੁਸੀਂ ਇਹ 'ਚ ਬੋਲਿਆ ਸੀ ਕਿ ਮੁੰਡੇ ਆਇਲਸ ਕਰਕੇ ਨਹੀਂ ਬਾਹਰ ਜਾ ਸਕਦੇ। ਬਹੁਤ ਸਾਰੇ ਮੁੰਡੇ ਗਏ ਵੀ ਹੋਏ ਨੇ ਜਿਨ੍ਹਾਂ ਨੇ ਆਇਲਸ ਕੀਤੀ ਹੋਈ ਹੈ, ਔਰ ਮੈਂ ਨਹੀਂ ਕਹਿੰਦੀ ਕਿ ਇਕੱਲੀਆਂ ਕੁੜੀਆਂ ਹੀ ਕਰਦੀਆਂ ਨੇ, ਚਾਹੇ ਮੁੰਡੇ ਨਹੀਂ ਕਰਦੇ ਹੈਗੇ, ਬਹੁਤ ਘੱਟ ਮੁੰਡੇ ਕਰਦੇ ਆ। ਸਾਡੇ ਸਮਾਜ 'ਚ ਨਾ ਪਹਿਲਾਂ ਦਹੇਜ ਦਾ ਕਲੰਕ ਬੜਾ ਵੱਡਾ ਸੀ ਕਿ ਹਮੇਸ਼ਾ ਅਸੀਂ ਦਹੇਜ ਕੁੜੀਆਂ ਤੋਂ ਲੈਂਦੇ ਸੀ। ਹੁਣ ਕੀ ਕਰਦੇ ਹੋ, ਹੁਣ ਅੱਜ ਕੱਲ੍ਹ ਦੇ ਮਾਪੇ ਕੁੜੀ ਆਇਲਸ ਵਾਲੀ ਭਾਲਦੇ ਆ, ਉਹਨੂੰ ਕਹਿੰਦੇ ਸਾਨੂੰ ਦਹੇਜ ਨਹੀਂ ਚਾਹੀਦਾ, ਕੁੜੀ ਦੇ ਦਿਓ। ਆਇਲਸ ਵਾਲੀ ਬੈਂਡ ਆਏ ਹੁਣ ਤੇ ਅਸੀਂ ਵਿਆਹ ਕਰਕੇ ਤੋੜ ਦਾਂਗੇ, ਉਹ ਪੈਸੇ ਲਾ ਦਿੰਦੇ ਨੇ। ਪਰ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਕੁੜੀਆਂ ਨੂੰ ਤਾਂ ਇਹ ਸੋਚਣਾ ਚਾਹੀਦਾ ਨਾ ਕਿ ਭਾਈ ਮੇਰੇ ਮਾਪਿਆਂ ਨੇ ਰਿਸ਼ਤਾ ਤੈਅ ਕੀਤਾ, ਜੇ ਮੈਂ ਆਇਲਸ ਕੀਤੀ ਹੋਈ ਆ, ਬੈਂਡ ਲਏ ਹੋਇਆ, ਇਹਨਾਂ ਪਰਿਵਾਰ ਨੇ ਮੇਰੇ 'ਤੇ ਇੰਨਾ ਪੈਸਾ ਲਾਇਆ ਔਰ ਮੈਂ ਰਿਸ਼ਤਾ ਮਜ਼ਬੂਤੀ ਨਾਲ ਬਣਾ ਕੇ ਉੱਥੇ ਜਾਣਾ ਹੈ। ਜੇ ਉਹਨੂੰ ਮੁੰਡਾ ਨਹੀਂ ਪਸੰਦ, ਉੱਥੇ ਜਾ ਕੇ ਕਹਿ ਸਕਦੀ ਭਾਈ ਮੈਂ ਤੈਨੂੰ ਬੁਲਾ ਰਹੀ ਹਾਂ, ਪਰ ਇੱਥੇ ਆ ਕੇ ਆਪਾਂ ਡਿਵੋਰਸ ਲਵਾਂਗੇ, ਤੇਰਾ ਪੈਸਾ ਜਿਹੜਾ ਜਾਇਆ ਨਹੀਂ ਜਾਊਗਾ।
ਬਿਲਕੁਲ ਹੀ ਮੇਰੇ ਖਿਆਲ 'ਚ ਮੈਂ ਵੀਡੀਓ 'ਚ ਵੀ ਮੇਰੇ ਖਿਆਲ 'ਚ ਨਹੀਂ ਮਤਲਬ ਮੇਰੇ ਕਹਿਣ ਦਾ ਮਤਲਬ ਤੁਸੀਂ ਵੀ ਸੁਣੀ ਜਿਹੜੀ ਮੈਂ ਵੀਡੀਓ 'ਚ ਕਿਹਾ ਵੀ ਜੇ ਤੁਸੀਂ ਮਤਲਬ ਇਦਾਂ ਨਾ ਕਰੋ ਵੀ ਜੇ ਕਿਸੇ ਦਾ ਪੈਸਾ ਲਵਾਇਆ ਤਾਂ ਉਹਨਾਂ ਨੂੰ ਪਹਿਲਾਂ ਹੀ ਇਹ ਗੱਲ ਕਰੋ ਵੀ ਅਸੀਂ ਤੁਹਾਨੂੰ 에ਅਰਪੋਰਟ ਤੇ ਲਿਜਾ ਕੇ ਛੱਡ ਦੇਵਾਂਗੇ ਤੇ ਫਿਰ ਉਹ ਜ਼ਬਾਨ ਆ ਤਾਂ ਜ਼ਬਾਨ ਦੇ ਪੱਕੇ ਰਹੋ ਕਿਉਂਕਿ ਪੰਜਾਬੀ ਕੀ ਸਾਰੀ ਦੁਨੀਆ 'ਚ ਜਿਹੜੀ ਜ਼ਬਾਨ ਅਸੀਂ ਕੀਤੀ ਹੁੰਦੀ ਆ ਉਹਦੇ ਲਈ ਮਤਲਬ ਅਸੀਂ ਮਰਨ ਤੱਕ ਜਾਂਦੇ ਆ ਇਹ ਮੈਂ ਕੁੜੀਆਂ ਨੂੰ ਵੀ ਕਹੂੰਗੀ ਵੀ ਮੈਂ ਉਸ ਵੀਡੀਓ 'ਚ ਵੀ ਕਿਹਾ ਵੀ ਜੇ ਤੁਸੀਂ ਜ਼ਬਾਨ ਕਰਦੇ ਹੋ ਵੀ ਇਹ ਸਾਡੀ ਜ਼ਬਾਨ ਆ ਵੀ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਤੇ ਤੁਸੀਂ ਮਤਲਬ ਉਹਨਾਂ ਨੂੰ ਲੈ ਕੇ ਜਾਓ ਬਾਕੀ ਇਹ ਜਿਹੜੀਆਂ ਕੁੜੀਆਂ ਤਾਂ ਇੱਕ ਸੋਰਸ ਹੈ ਇੱਕ ਸਾਧਨ ਆ ਵੀਜ਼ਾ ਤਾਂ ਐਮਬੈਸੀ ਨੇ ਦੇਣਾ ਵੀ ਸਾਡੇ ਡਾਕੂਮੈਂਟ ਪੂਰੇ ਹੈਗੇ ਕਿ ਨਹੀਂ ਹੁਣ ਜੇ ਦੂਸਰੀ ਗੱਲ ਮੈਂ ਤੁਹਾਡੇ ਬਿਨਾਂ ਸਵਾਲ ਕਹੇ ਤੋਂ ਹੀ ਕਹਿ ਦੇਵਾਂ ਵੀ ਜਿਸ ਤਰੀਕੇ ਨਾਲ ਸਾਡੇ ਸਮਾਜ ਦੇ ਮੁੰਡਿਆਂ ਨੇ ਕੁਛ ਕੁ ਮੁੰਡਿਆਂ ਨੇ ਮੇਰੇ ਚੈਲੰਜ ਨੂੰ ਇੱਕ ਤਰ੍ਹਾਂ ਨਾਲ ਕਬੂਲਿਆ ਵੀ ਅੱਛਾ ਤੁਸੀਂ ਸਾਡੀ ਮਤਲਬ ਮਰਦਾਨਗੀ ਨੂੰ ਇਹਦਾ ਚੈਲੰਜ ਕਰਦੇ ਹੋ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਤੁਸੀਂ ਹੁਣ ਇਹ ਸਵਾਲ ਵੀ ਨਾ ਕਰੋ ਮੈਂ ਆਪ ਹੀ ਕਰ ਲੈਣੀ ਵੀ ਮੈਨੂੰ ਖੁਸ਼ੀ ਕਿਸ ਗੱਲ ਦੀ ਆ ਮੈਂ ਕਿੰਨੀ ਸ਼ੁਕਰ ਹੈ ਜਿਹਦੀ ਜ਼ਮੀਰ ਜਾਗਦੀ ਹੋਊਗੀ ਨਾ ਉਹੀ ਆਪਣੇ ਚੈਲੰਜ ਨੂੰ ਇਦਾਂ ਲਊਗਾ ਵੀ ਹਾਂ ਫਿਰ ਮੈਂ ਕਹਿੰਦੀ ਜੇ ਤੁਹਾਡੀ ਜ਼ਮੀਰ ਜਾਗਦੀ ਆ ਹੁਣ ਕਿੰਨੇ ਜਿਹੜੇ ਮੁੰਡਿਆਂ ਨੇ ਕਮੈਂਟ ਕੀਤੇ ਜਾਂ ਜਿਨ੍ਹਾਂ ਨੇ ਵੀ ਕੀਤੇ ਹਨਾ ਮੈਂ ਤਾਂ ਗੁੱਡ ਲੱਕ ਸਮਝਦੀ ਆ ਆਪਦਾ ਵੀ ਉਹ ਲੋਕਾਂ ਨੇ ਮੇਰੇ ਉਸ ਚੈਲੰਜ ਨੂੰ ਕਬੂਲਿਆ ਭਈ ਤੁਸੀਂ ਇਦਾਂ ਕਿਦਾਂ ਕਹਿਤਾ ਵੀ ਕੁੜੀਆਂ ਕਰ ਸਕਦੀਆਂ ਅਸੀਂ ਵੀ ਕਰ ਸਕਦੇ ਹਾਂ ਤੇ ਮੈਂ ਕਹਿੰਨੀ ਆ ਭਰਾਵੋ ਤੁਸੀਂ ਕਰੋ ਇਹੀ ਤਾਂ ਮੈਂ ਚਾਹੁੰਦੀ ਆ ਬਈ ਇਹੀ ਤਾਂ ਚੀਜ਼ ਮੈਂ ਚਾਹੁੰਦੀ ਆ ਵੀ ਤੁਸੀਂ ਕਮਜ਼ੋਰ ਨਾ ਬਣੋ ਤੁਸੀਂ ਕਿਸੇ ਦਾ ਸਹਾਰਾ ਲੈ ਕੇ ਨਾ ਜਾਓ ਤੁਸੀਂ ਅੱਗੇ ਆਓ ਮੈਨੂੰ ਵੀ ਬੜੀ ਖੁਸ਼ੀ ਹੋਊਗੀ ਤੇ ਜਦੋਂ ਤੁਸੀਂ ਇਦਾਂ ਕਰੋਗੇ ਤੇ ਫਿਰ ਤੁਸੀਂ ਗਲਤ ਕਮੈਂਟ ਕਰਨ ਦੀ ਬਜਾਏ ਮੈਨੂੰ ਗਾਲਾਂ ਕੱਢਣ ਦੀ ਬਜਾਏ ਤੁਸੀਂ ਮੇਰੇ ਘਰ ਆਪਦੀ ਪਿਆਰੀ ਜਿੱਦਾਂ ਵਾਈਫ ਨੂੰ ਲੈ ਕੇ ਆਓ ਮੈਂ ਵੀ ਪਾਣੀ ਵਾਰ ਕੇ ਤੁਹਾਡੇ ਤੋਂ ਪੀਊਂਗੀ ਕਿ ਅੱਜ ਸਾਡੇ ਪੰਜਾਬ ਦੇ ਇਸ ਬੱਚੇ ਨੇ ਖੁਦ ਮਿਹਨਤ ਕੀਤੀ ਹੈ ਮਾਂ ਪਿਓ ਦਾ 50 ਲੱਖ ਬਚਾਇਆ ਮੇਰੇ ਤੋਂ ਵੱਡੀ ਖੁਸ਼ੀ ਹੋਰ ਕਿਹਨੂੰ ਹੋਊਗੀ ਇਹੀ ਤਾਂ ਮੈਂ ਤੁਹਾਨੂੰ ਚੈਲੰਜ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਉੱਠੋ ਤੁਸੀਂ ਕਿਉਂ ਨਕਾਰਾ ਬਣ ਰਹੇ ਹੋ ਹੁਣ ਮਾਂ ਪਿਓ ਦਾ 50 ਲੱਖ ਲਵਾਉਣ ਪਿੱਛੇ ਵੀ ਕਿਤੇ ਨਾ ਕਿਤੇ ਤਾਂ ਇਹੀ ਕਾਰਨ ਸੀਗਾ ਵੀ ਅਸੀਂ ਥੋੜੇ ਲੇਜ਼ੀ ਹੋ ਜਾਂਦੇ ਆ ਕਿ ਨਹੀਂ ਬਹੁਤ ਸਾਰੇ ਮੁੰਡੇ ਇਦਾਂ ਦੇ ਆ ਜਿਹੜੇ ਪੜ੍ਹਾਈ ਕਰ ਲੈਂਦੇ ਆ ਉਹਨਾਂ ਦਾ ਗੈਪ ਹੁੰਦਾ ਹੈ ਬਟ ਉਸ ਤੋਂ ਬਾਅਦ ਉਹ ਆਇਲਸ ਕਰ ਲੈਂਦੇ ਉਹ ਗੈਪ ਕਲੀਅਰ ਨਹੀਂ ਕਰ ਪਾਉਂਦੇ ਕਿ ਅਸੀਂ ਕਿੱਦਾਂ ਕਰਾਂਗੇ ਫਿਰ ਉਹ ਸੋਚਦੇ ਆ ਕਿੱਦਾਂ ਕਰਦੇ ਆ ਆਇਲਸ ਵਾਲੀ ਕੁੜੀ ਲੱਭਦੇ ਅਸੀਂ ਵਿਆਹ ਕਰਾ ਕੇ ਚਲੇ ਜਾਂਦੇ ਆ ਹਨਾ ਤੇ ਉੱਥੇ ਜਾ ਕੇ ਉਹਨਾਂ ਨੂੰ ਫਰੋਡ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਮੈਂ ਜਿੱਦਾਂ ਤੁਹਾਨੂੰ ਕੱਲ੍ਹ ਦੱਸਿਆ ਕਿ ਇੱਕ ਬੰਦੇ ਦੀ 8 ਸਾਲ ਦਾ ਵਿਆਹ ਹੋ ਗਿਆ 8 ਸਾਲ ਹੋਏ ਵਿਆਹ ਹੋਏ ਨੇ ਕੁੜੀ ਦਾ ਪਤਾ ਹੀ ਨਹੀਂ ਹੈ ਕਿੱਥੇ ਹੈ ਇੱਕ ਵੀਰ ਹੋਰ ਆਇਆ ਸੀ ਉਹਦਾ ਵਿਆਹ ਹੋਇਆ ਵਾ ਉਹਦੀ ਬੱਚੀ ਵੀ ਹੈ ਇਹ ਪਤਾ ਨਹੀਂ ਕਿੰਨੇ ਸਾਡੇ ਪੰਜਾਬ ਦੇ ਵਿੱਚ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਅਜਿਹੀਆਂ ਕੁੜੀਆਂ ਨੂੰ ਇਹ ਅਜਿਹਾ ਕਿਉਂ ਕਰਦੀਆਂ ਨੇ ਕੀ ਇਹੋ ਜਿਹੀ ਮਜਬੂਰੀ ਬਣ ਜਾਂਦੀ ਉਹਨਾਂ ਦੀ ਕਿ ਉੱਥੇ ਜਾ ਕੇ ਇਹਨਾਂ ਦਾ ਪੈਸਾ ਲਵਾ ਕੇ ਮੁੱਕਰ ਜਾਂਦੀਆਂ ਨੇ ਗੱਲ ਮੈਡਮ ਫਿਰ ਉੱਥੇ ਹੀ ਆ ਗਈ ਤੇ ਹੁਣ ਫਿਰ ਤੁਸੀਂ ਦੇਖੋ ਮੈਨੂੰ ਗਾਲਾਂ ਪਵਾਉਣੀਆਂ ਤੁਸੀਂ ਨਾ ਸੋਸ਼ਲ ਮੀਡੀਆ ਤੋਂ ਭਈ ਜਦੋਂ ਉਹ ਨੀਂਹ ਮਜ਼ਬੂਤ ਨਹੀਂ ਜਦੋਂ ਰਿਸ਼ਤੇ ਦੀ ਮਤਲਬ ਨੀਂਹ ਹੀ ਮਜ਼ਬੂਤ ਨਹੀਂ ਉਹ ਡੋਲੂਗਾ ਹੀ ਤੁਸੀਂ ਦੇਖੋ ਵੀ ਜੇ ਹੁਣ ਸਾਡੇ ਕਈ ਵਾਰ ਬੱਚੇ ਆ ਮਤਲਬ ਆਪਦੀਆਂ ਜਾਤੀ ਤੋਂ ਜਿਹਨੂੰ ਆਪਾਂ ਮਤਲਬ ਐਵੇਂ ਆਪਾਂ ਕੁਛ ਕੁ ਲੋਕਾਂ ਨੇ ਇਹ ਜਾਤ ਗੋਤ ਬਣਾਏ ਹੋਏ ਆ ਵੀ ਉਸ ਤੋਂ ਬਾਹਰ ਜਾ ਕੇ ਰਿਸ਼ਤੇ ਕਰ ਲੈਂਦੇ ਆ ਉੱਥੇ ਕਈ ਲੋਕ ਕਹਿੰਦੇ ਜੀ ਕੁੜੀਆਂ ਪ੍ਰਭਾਵਿਤ ਹੋ ਕੇ 50 ਲੱਖ ਜਾਂ ਕਾਰਾਂ ਤੋਂ ਪ੍ਰਭਾਵਿਤ ਹੁੰਦੀਆਂ ਨਹੀਂ ਇਦਾਂ ਕੁਛ ਨਹੀਂ ਬਹੁਤ ਸਾਰੀਆਂ ਕੁੜੀਆਂ ਇਦਾਂ ਦੀਆਂ ਮੈਂ ਤੁਹਾਨੂੰ ਐਗਜ਼ਾਮਪਲ ਮਤਲਬ ਮੇਰੇ ਕੋਲ ਮੈਂ ਤੁਹਾਨੂੰ ਮਿਲਾ ਵੀ ਸਕਦੀ ਹਾਂ ਵੀ ਜਿਹੜੀਆਂ ਅੱਜ ਕੁੱਲੀ 'ਚ ਝੁੱਗੀ 'ਚ ਰਹਿ ਰਹੀਆਂ ਵੀ ਉਹ ਕਿਉਂਕਿ ਉਹ ਆਪਦੇ ਹਸਬੈਂਡ ਨੂੰ ਪਿਆਰ ਕਰਦੀਆਂ ਉਹਨਾਂ 'ਚ ਰੂਹ ਦਾ ਰਿਸ਼ਤਾ ਹੈ ਉਹਨਾਂ 'ਚ ਕੋਈ ਉਹ ਰਿਸ਼ਤਾ ਨਹੀਂਗਾ ਵੀ ਸੌਦਾ ਹੈ ਹੀ ਨਹੀਂ ਵੀ ਤੂੰ ਮੈਨੂੰ ਇੱਥੇ ਲੈ ਕੇ ਜਾਏਂਗਾ ਤੇ ਮੈਂ ਤੈਨੂੰ ਇੱਥੇ ਲੈ ਕੇ ਜਾਊਂ ਪਰ ਉਹ ਕੁੜੀਆਂ ਰਿਸ਼ਤੇ ਕਿਉਂ ਕਰਦੀਆਂ ਨੇ ਜੋ ਸੱਚੀਆਂ ਹੁੰਦੀਆਂ ਤਾਂ ਬਿਲਕੁਲ ਇਹ ਤੁਹਾਡਾ ਜਿਹੜਾ ਸਵਾਲ ਆ ਵਾਜਿਬ ਹੈ ਕੁੜੀਆਂ ਮੇਰੇ ਖਿਆਲ 'ਚ ਕੁੜੀਆਂ ਹਾਂ ਨਹੀਂ ਕਰਦੀਆਂ ਇਹ ਪੇਰੈਂਟਸ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਮਤਲਬ ਪੇਰੈਂਟਸ ਦਾ ਇੱਕ ਦਬਾਅ ਹੁੰਦਾ ਹਾਂ ਮੈਂ ਕੁੜੀਆਂ ਨੂੰ ਇਹ ਜ਼ਰੂਰ ਕਹੂੰਗੀ ਵੀ ਜੇ ਤੁਸੀਂ ਆਈਲੈਟਸ ਕਰਨ ਲੱਗਦੀਆਂ ਨਾ ਉਦੋਂ ਪਹਿਲਾਂ ਆਪਣੇ ਪੇਰੈਂਟਸ ਨੂੰ ਇਹ ਕਹੋ ਵੀ ਜੇ ਤਾਂ ਤੁਸੀਂ ਮੇਰੇ ਤੇ ਲਾ ਸਕਦੇ ਆ ਹੈ ਨਾ ਵੀ ਖਰਚਾ ਲਾ ਸਕਦੇ ਆ ਤਾਂ ਫਿਰ ਮੈਂ ਜਾਊਂ ਮੈਨੂੰ ਆਈਲੈਟਸ ਕਰਾਓ ਨਹੀਂ ਨਾ ਕਰਾਓ ਦੂਸਰੀ ਗੱਲ ਇਹ ਵੀ ਮੇਰੇ ਖਿਆਲ 'ਚ ਮਾਂ ਪਿਓ ਨੂੰ ਇਹ ਹੁੰਦਾ ਵੀ ਵਿਆਹ ਤਾਂ ਅਸੀਂ ਕਰਨਾ ਹੀ ਕਰਨਾ ਵੀ ਜਿਹੜਾ ਅਸੀਂ ਦਾਜ ਤੇ ਮਤਲਬ ਲਾਉਣਾ ਹੈਗਾ ਤੇ ਉਹ ਅਸੀਂ ਇਦਾਂ ਵੀ ਕੁੜੀ ਦਾ ਵਿਆਹ ਕਰਕੇ ਜਿੱਦਾਂ ਆਪ ਜੀ ਨੇ ਭੇਜ ਦਈਏ ਤੇ ਜਦੋਂ ਮਤਲਬ ਇੱਕ ਵਿਆਹ ਇੱਕ ਇਦਾਂ ਦੀ ਚੀਜ਼ ਬਣ ਗਈ ਵੀ ਕਰਨਾ ਹੀ ਕਰਨਾ ਹੈ ਉਹ ਵਿਆਹ ਨੂੰ ਨਾ ਅਸੀਂ ਇੱਕ ਮਤਲਬ ਇਹ ਗਿਣ ਲੱਗ ਪਏ ਆ ਵੀ ਜੇ ਅਸੀਂ ਬੱਚੇ ਨੂੰ ਪੜ੍ਹਾ ਲਿਆ ਤੇ ਹੁਣ ਉਹਦਾ ਮਤਲਬ ਵਿਆਹ ਕਰਨਾ ਹੀ ਕਰਨਾ ਮੇਰੇ ਖਿਆਲ 'ਚ ਇਹ ਬੱਚਿਆਂ ਦਾ ਫੈਸਲਾ ਹੈ ਵਿਆਹ ਕਰਨ ਉਹਨਾਂ ਨੇ ਕਰਾਉਣਾ ਹੈ ਜਾਂ ਨਹੀਂ ਕਰਾਉਣਾ ਅਸੀਂ ਉਹਨਾਂ ਤੇ ਥੋਪਣਾ ਸ਼ੁਰੂ ਕਰ ਦਿੰਨੇ ਆ ਤੇ ਫਿਰ ਇੱਥੋਂ ਤੱਕ ਥੋਪ ਦਿੰਨੇ ਕਿ ਅਸੀਂ ਉਹਨਾਂ ਦੇ ਸੌਦੇ ਕਰ ਲੈਂਦੇ ਆ ਫਿਰ ਉਹ ਬੱਚੇ ਦਾ ਨਾ ਤਾਂ ਦਿਲ ਮਿਲਿਆ ਫਿਰ ਇੱਕ ਚੀਜ਼ ਆਪਣੇ ਮਨਦੀਪ ਮੈਡਮ ਇੱਥੇ ਹੋਰ ਚੀਜ਼ ਵੀ ਜਿਹੜੀ ਹੈਗੀ ਆ ਮੈਂ ਜਿੱਦਾਂ ਆਪਾਂ ਕਿੰਨੇ ਮਤਲਬ ਕਲੰਕਿਤ ਹੋ ਗਏ ਆ ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀ ਵੀ ਜਦੋਂ ਅਸੀਂ ਆਪਣੇ ਪੇਰੈਂਟਸ ਲੜਕਾ ਦੇਖਣ ਜਾਂਦੇ ਸੀ ਉਹ ਇਹ ਦੇਖਦੇ ਸੀ ਉਮਰ ਸਾਡੀ ਕੀ ਇਹ ਬੱਚੀ ਦਾ ਸਟੈਂਡਰਡ ਮਤਲਬ ਸਾਡੇ ਬੱਚੇ ਦੇ ਜਿਹੜੇ ਵਿਚਾਰ ਆ ਵੀ ਕਿਸੇ ਦੀ ਕੁੜੀ ਡਾਕਟਰ ਸੀ ਤਾਂ ਉਹ ਫਿਰ ਦੇਖਦੇ ਸੀ ਕਿ ਗਾਂ ਵਾਲਾ ਮੁੰਡਾ ਡਾਕਟਰ ਹੀ ਆ ਤੁਸੀਂ ਨੋਟ ਕਰਿਆ ਜੇ ਇਹ ਪੁਆਇੰਟ ਭਈ ਜੇ ਉਹ ਦੇਖਦੇ ਸੀ ਵੀ ਜੇ ਸਾਡੀ ਕੁੜੀ ਅਨਪੜ੍ਹ ਆ ਤੇ ਜੇ ਜ਼ਿਆਦਾ ਮੁੰਡਾ ਪੜ੍ਹਿਆ ਹੁੰਦਾ ਸੀ ਉੱਥੇ ਰਿਸ਼ਤਾ ਨਹੀਂ ਕਰਦੇ ਸੀ ਵੀ ਇਹ ਤਾਂ ਮੁੰਡਾ ਜ਼ਿਆਦਾ ਪੜ੍ਹਿਆ ਸਾਡੀ ਕੁੜੀ ਦੀ ਇੱਥੇ ਸੈਟਿੰਗ ਨਹੀਂ ਹੋਣੀ
ਉਹ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਸੀ। ਫਿਰ ਕੱਦ ਕਾਠ, ਬਈ ਇਹ ਸਾਰੀ ਮਤਲਬ ਜੋੜੀ ਇਹਨਾਂ ਦੀ ਬਣਦੀ ਹੈ ਕਿ ਨਹੀਂ, ਜੋੜੀਆਂ ਜਗ ਥੋੜੀਆਂ ਤੇ ਨਰੜ ਬਥੇਰੇ। ਤੇ ਉਹ ਮਤਲਬ ਜੇ ਜੋੜੀ ਬਣਦੀ, ਜਦੋਂ ਉਹਨਾਂ ਦੇ ਵਿਚਾਰ ਰਲਦੇ, ਉਹ ਸਮਾਜ 'ਚ ਵਿਚਰਨਗੇ ਤੇ ਲੋਕ ਵੀ ਉਹਨਾਂ ਨਾਲ ਵੇਖ ਕੇ ਹੈਪੀ ਹੋਣਗੇ ਤੇ ਉਹਨਾਂ ਨੂੰ ਵੀ ਇੱਕ ਪ੍ਰਾਊਡ ਹੋਊਗਾ ਵੀ ਸਾਡੀ ਜੋੜੀ ਬਣਦੀ ਹੈ। ਜਦੋਂ ਅਸੀਂ ਉਹਨਾਂ ਨੂੰ ਨਰੜ ਹੀ ਦਿੱਤਾ, ਸਾਡੇ ਮਾਪਿਆਂ ਨੇ ਸਾਡੇ ਤੇ ਫੈਸਲੇ ਇੱਦਾਂ ਥੋਪ ਤੇ ਵੀ ਤੂੰ ਫਿਰ ਇੱਕ ਅੱਜ ਵੀ ਇੱਕ ਪੋਸਟ ਮੈਂ ਪੜ੍ਹ ਰਹੀ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਦੋਂ ਮੁੰਡੇ ਵਾਲਿਆਂ ਕੋਲੇ ਪੈਸੇ ਆ, ਉਹ ਆਪਦੇ ਬੱਚੇ ਨੂੰ ਕਹਿਣਗੇ ਵੀ ਨਹੀਂ ਪੜ੍ਹੋ, ਤੇ ਬੱਚੇ ਵੀ ਆਪਦੇ ਨੂੰ ਮੁੰਡੇ ਵੀ ਕਹਿਣਗੇ, ਕਿਉਂਕਿ ਹਰ ਇੱਕ ਚੀਜ਼ 'ਚ ਮਿਹਨਤ ਕਰਨੀ ਪੈਂਦੀ ਆ। ਦੇਰ ਇਜ਼ ਨੋ ਸ਼ਾਰਟਕਟ ਇਨ ਲਾਈਫ। ਮਤਲਬ ਜਿਹੜਾ ਲਾਈਫ ਦਾ ਜਿਹੜਾ ਰਸਤਾ ਹੈ, ਕੋਈ ਵੀ ਸ਼ਾਰਟਕਟ ਲਾਈਫ 'ਚ ਰਸਤਾ ਨਹੀਂ ਆ। ਜੇ ਤੁਸੀਂ ਇੱਥੇ ਪਹੁੰਚੇ ਆ ਤਾਂ ਇਹ ਸਿਰਫ ਤੇ ਤੁਹਾਨੂੰ ਹੀ ਪਤਾ ਹੈ ਨਾ ਤੁਸੀਂ ਇੱਥੇ ਕਿਵੇਂ ਪਹੁੰਚੇ। ਜੇ ਮੈਂ ਅੱਜ ਮਤਲਬ ਜੇ ਕਈ ਲੋਕ ਕਹਿ ਰਹੇ ਵੀ ਪਬਲਿਸਿਟੀ, ਇਹ ਕੁਛ ਨਹੀਂ ਹੈ, ਪਬਲਿਸਿਟੀ ਨਹੀਂ। ਮੇਰੀ 40 ਸਾਲਾਂ ਦੀ ਇਹਦੇ 'ਚ ਮਿਹਨਤ ਆ। ਜੇ ਮੈਂ ਇੱਥੇ ਮੋਗੇ 'ਚ ਵੀ ਮੈਂ 20 ਸਾਲ ਤੋਂ ਐਂ ਡਟ ਕੇ ਵਰਕ ਕੀਤਾ ਤਾਂ ਮੈਨੂੰ ਲੋਕ ਪਛਾਣਦੇ ਆ। ਜੇ ਮੈਂ ਇੱਥੇ ਆਈ ਹਾਂ ਤਾਂ ਇਹ ਨਹੀਂ ਆ ਕਿ ਮੈਂ ਫਟਫਟ ਚੜ੍ਹ ਗਈ। ਮੈਂ ਇੱਦਾਂ ਨਹੀਂ, ਮੇਰੀ ਜ਼ਿੰਦਗੀ 'ਚ ਵੀ ਮਤਲਬ ਮੇਰੀ ਜਿਹੜੀ ਮੈਂ ਪਹੁੰਚੀ ਹਾਂ, ਜਿੱਥੋਂ ਤੱਕ ਪਹੁੰਚੀ ਹਾਂ, ਜਿੰਨਾ ਕਿ ਮੈਂ ਮੁਕਾਮ ਹਾਸਿਲ ਕੀਤਾ ਤੇ ਉਹਦੇ 'ਚ ਇਹ ਮੇਰੀ ਖਾਈਆਂ ਵੀ ਆਈਆਂ, ਪਹਾੜ ਵੀ ਆਏ ਆ, ਪਹਾੜ ਵੀ ਚੜ੍ਹੇ ਆ, ਤੇ ਖਾਈਆਂ 'ਚ ਵੀ ਗਏ ਆ, ਮਾਰੂਥਲਾਂ 'ਚ ਵੀ ਗਏ ਆ, ਸਮੁੰਦਰਾਂ 'ਚੋਂ ਵੀ ਲੰਘ ਕੇ ਆਏ ਆ। ਇਹ ਇੰਨਾ ਈਜ਼ੀ ਨਹੀਂ ਆ ਵੀ ਜੇ ਤੁਸੀਂ ਕਹਿ ਦਿਓ ਵੀ ਇਹ ਇੰਨਾ ਈਜ਼ੀ ਆ ਵੀ ਜੇ ਆਪਾਂ ਕਹੀਏ ਜੀ ਮੈਨੂੰ ਮਿਹਨਤ ਨਹੀਂ ਕਰਨੀ, ਵੀ ਕੋਈ ਕੁੜੀ ਮੇਰੇ ਲਈ ਆਈਲੈਟਸ ਵਾਲੀ ਭਾਲ ਦੋ। ਕਈ ਕੁੜੀਆਂ ਕਹਿ ਦੇਣੀਆਂ ਵੀ ਅਸੀਂ ਨਹੀਂ ਪੜ੍ਹਦੀਆਂ, ਸਾਡੇ ਲਈ ਮੁੰਡਾ ਡਾਕਟਰ ਭੇਜ ਦਿਓ। ਭਈ ਤੁਸੀਂ ਮਿਹਨਤ ਨਹੀਂ ਕਰੋਗੇ, ਮਿਹਨਤ ਬਿਨਾਂ ਤੁਹਾਨੂੰ ਕੁਛ ਨਹੀਂ ਮਿਲਦਾ। ਹਿੰਮਤ ਇਹ ਮਰਦ ਮੱਦ ਦੇ ਖੁਦਾ, ਜਿੰਨਾ ਤੁਸੀਂ ਹਿੰਮਤ ਨਹੀਂ ਕਰਦੇ, ਤੁਹਾਨੂੰ ਗੋਡ ਨੇ ਵੀ ਤੁਹਾਡੀ ਹੈਲਪ ਨਹੀਂ ਕਰਨੀ। ਇਹ ਜਦੋਂ ਅਸੀਂ ਬਚਪਨ ਕਿਤਾਬਾਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਨਾ, ਉਦੋਂ ਵੀ ਸਾਨੂੰ ਇੱਕ ਪੁਆਇੰਟ ਹੁੰਦਾ ਸੀ ਕਿ ਆਪਣਾ ਕੰਮ ਆਪ ਕਰੋ, ਹੈ ਨਾ, ਵੀ ਆਪਣੇ। ਤੇ ਫਿਰ ਗੁਰਬਾਣੀ 'ਚ ਵੀ ਆਪਣੇ ਹੱਥੀਂ ਆਪਣਾ ਕਾਰਜ ਆਪ ਸਵਾਰੀਏ। ਤੇ ਫਿਰ ਜੇ ਅਸੀਂ ਆਪਦਾ ਕਾਰਜ ਆਪ ਸਵਾਰਨਾ ਹੀ ਨਹੀਂ ਚਾਹੁੰਦੇ ਤਾਂ ਫਿਰ ਕਿੱਦਾਂ ਉਹ ਸਵਰੂਗਾ, ਜਦੋਂ ਅਸੀਂ ਮਿਹਨਤ ਹੀ ਨਹੀਂ ਕਰਨਾ ਚਾਹੁੰਦੇ। ਪੈਸਾ ਤਾਂ ਅਸੀਂ ਲਾ ਲਿਆ, ਪੈਸਾ ਹੋਰ ਚੀਜ਼ ਆ, ਮਿਹਨਤ ਹੋਰ ਚੀਜ਼ ਆ। ਤੁਸੀਂ ਕਿਹਨੂੰ ਮੰਨਦੇ ਹੋ, ਤੁਹਾਡੀ ਨਜ਼ਰ ਦੇ ਵਿੱਚ ਕਿਹੜੀ ਕੁੜੀ ਸਹੀ ਹੈ? ਹਰ ਕੁੜੀ, ਮੈਂ ਨਹੀਂ ਕਹਿੰਦੀ, ਮੈਂ ਖੁਦ ਇੱਕ ਔਰਤ ਹਾਂ, ਖੁਦ ਇੱਕ ਕੁੜੀ ਹਾਂ, ਤੇ ਪਰ ਇਹ ਆ ਕਿ ਜਿਸ ਤਰੀਕੇ ਨਾਲ ਤੁਸੀਂ ਉਸ ਵੀਡੀਓ ਦੇ ਵਿੱਚ ਬੋਲ ਰਹੇ ਸੀ ਕਿ ਤੁਸੀਂ ਡਿਪੋਰਟ ਕਰਕੇ ਦਿਖਾਓ, ਮੈਂ ਕੁੜੀਆਂ ਦੇ ਨਾਲ ਖੜੀ ਹਾਂ, ਕਿਹੜੀਆਂ ਕੁੜੀਆਂ ਦੀ ਡਿਪੋਰਟਿੰਗ ਦੀ ਗੱਲ ਕਰ ਰਹੇ ਸੀ ਤੁਸੀਂ? ਦੇਖੋ ਮੈਮ, ਇੱਦਾਂ ਕੁੜੀਆਂ ਡਿਪੋਰਟ ਨਹੀਂ ਹੁੰਦੀਆਂ ਜਿਵੇਂ ਆਪਣੇ ਮਤਲਬ ਰੌਲਾ ਪਿਆ ਹੋਇਆ ਮੀਡੀਆ 'ਤੇ। ਅਤੇ ਬਾਕੀ ਜੇ ਤੁਸੀਂ ਮਤਲਬ ਇੱਦਾਂ ਜਿਹਦੇ ਨਾਲ ਆਪਣੀ ਕੋਈ ਦੁਸ਼ਮਣੀ ਆ, ਹੁਣ ਮੰਨ ਲਓ ਮੇਰੇ ਵੀ ਲੋਕੇਸ਼ਿਪ ਵੈਸੇ ਤਾਂ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ, ਮੈਂ ਨਿਰਭਉ ਰਹਿੰਦੀ ਹਾਂ, ਨਿਰਵੈਰ ਰਹਿੰਦੀ ਹਾਂ, ਨਿਰਪੱਖ ਰਹਿੰਦੀ ਹਾਂ। ਅਤੇ ਗੁਰੂ ਸਾਹਿਬ ਦਾ ਹਮੇਸ਼ਾ ਮੇਰੇ ਸਿਰ 'ਤੇ ਹੱਥ। ਮੈਂ ਕਿਸੇ ਨਾਲ ਦੁਸ਼ਮਣੀ ਨਹੀਂ ਕਰਦੀ, ਜਾਣ ਬੁੱਝ ਕੇ ਕਿਸੇ ਨਾਲ ਕਰਦੀ ਨਹੀਂ। ਜਿੱਥੇ ਭਈ ਕਿਸੇ ਗਰੀਬ ਨਾਲ ਖੜਨਾ ਉੱਥੇ ਖੜੀਦਾ, ਮੁੰਡਿਆਂ ਨਾਲ ਵੀ ਖੜੀਦਾ, ਕੁੜੀਆਂ ਨਾਲ ਵੀ ਖੜੀਦਾ। ਹੁਣ ਜੇ ਤੁਹਾਡੇ ਦੁਸ਼ਮਣ ਅੱਜ ਮੇਰੀ ਕੋਈ ਫੋਟੋ ਚੱਕ ਕੇ ਵੀ ਮੈਂ ਬਾਹਰ ਚਲੀ ਆ, ਭਲਕੇ ਬੇਅੰਤ ਨੂੰ ਅਸੀਂ ਡਿਪੋਰਟ ਕਰਾ ਦਾਂਗੇ, ਇਹ ਮਤਲਬ ਜਿਹੜੀਆਂ ਮੇਰਾ ਇਹ ਮਤਲਬ ਇਹ ਕਹਿਣ ਦਾ ਸੀ ਵੀ ਤੁਸੀਂ ਉਹਦੇ ਪੇਰੈਂਟਸ ਨੂੰ, ਨਾ ਤਾਂ ਕੁੜੀਆਂ ਵਾਲਿਆਂ ਨੂੰ ਪੇਰੈਂਟਸ ਨੂੰ, ਨਾ ਮੁੰਡੇ ਵਾਲਿਆਂ ਨੂੰ, ਮੁੰਡੇ ਵਾਲਿਆਂ ਨੂੰ ਇੰਨਾ ਨਾ ਦਿਖਾਓ ਵੀ ਕੁੜੀ ਅੱਜ ਹੀ ਡਿਪੋਰਟ ਹੋ ਕੇ ਆ ਜੂ, ਔਰ ਕੁੜੀ ਵਾਲਿਆਂ ਨੂੰ ਵੀ ਇੰਨੇ ਸਟ੍ਰੈਸ ਨਾ ਦਿਓ ਵੀ ਕਿ ਤੁਹਾਡੀ ਕੁੜੀ ਡਿਪੋਰਟ ਹੋ ਜੂ। ਭਈ ਉਹ ਵੀ ਇੱਕ ਫੈਮਿਲੀ ਆ, ਜੇ ਕੁੜੀ ਉੱਧਰ ਬੈਠੀ ਉਹ ਵੀ ਕਿਸ ਦੀ ਧੀ ਆ। ਜਿਹੜਾ ਬੱਚਾ ਗਿਆ ਉਹਦੇ ਲਈ ਸਾਰੀ ਦੁਨੀਆ ਮਤਲਬ ਇੱਕ ਤਰ੍ਹਾਂ ਨਾਲ ਸਹਿਮੀ ਹੋਈ ਆ ਭਈ ਬਹੁਤ ਗਲਤ ਹੋਇਆ, ਤੇ ਹੋਇਆ ਵੀ ਗਲਤ, ਹੈ ਨਾ। ਕਿਸੇ ਦਾ ਬੱਚਾ ਇੱਦਾਂ ਚਲਾ ਜਾਵੇ, ਉਹ ਵੀ ਜਿੱਦਾਂ ਹਾਲੇ ਭਰ ਉਮਰ 'ਚ ਹਾਲੇ ਉਹਨੇ ਜਵਾਨ ਵੀ ਹੋਣਾ ਸੀ ਵੀ, ਹੈ ਨਾ। ਤੇ ਤੁਸੀਂ ਦੇਖੋ ਜੇ ਹੁਣ ਮੇਰੇ ਨਾਲ ਬਿਹੇਵ ਹੋ ਰਿਹਾ ਸੀਗਾ, ਹੈ ਨਾ, ਤੇ ਜੇ ਮੈਂ ਸੁਸਾਈਡ ਕਰ ਲੈਂਦੀ ਤਾਂ ਉਹਦੇ ਜ਼ਿੰਮੇਵਾਰ ਕੌਣ ਲੋਕ ਹੁੰਦੇ। ਪਰ ਮੈਂ ਤਾਂ ਇਦਾਂ ਦੀ ਨਹੀਂ ਆ। ਪਰ ਕਹਿਣ ਦਾ ਮਤਲਬ ਕਿ ਤੁਸੀਂ ਉਸ ਚੀਜ਼ ਨੂੰ ਇੰਨਾ ਉਹਨੂੰ ਡਰਾਉਣਾ ਬਣਾ ਕੇ ਪੇਸ਼ ਨਾ ਕਰੋ। ਕੁੜੀ ਵਾਲਿਆਂ ਲਈ ਵੀ ਤੁਸੀਂ ਡਰਾਉਣਾ ਬਣਾਤਾ ਕਿ ਜੇ ਅਸੀਂ ਕਿੰਨੀਆਂ ਕੁੜੀਆਂ ਨੇ ਫੋਟੋ ਵਾਇਰਲ ਕੀਤੀਆਂ ਵੀ ਅਸੀਂ ਉਹ ਡਿਪੋਰਟ ਹੋਣਗੀਆਂ। ਇੱਦਾਂ ਮਤਲਬ ਜਿਹੜਾ ਸਿਸਟਮ ਹੈ ਉਹ ਇੱਦਾਂ ਨਹੀਂ ਚੱਲਦਾ ਹੁੰਦਾ। ਹਾਂ, ਜਿਹਨੇ ਗਲਤੀ ਕੀਤੀ ਆ ਉਹਨੂੰ ਸਜ਼ਾ ਜ਼ਰੂਰ ਮਿਲਦੀ ਉਹਦੀ ਗਲਤੀ ਦੀ, ਭਾਵੇਂ ਉਹ ਰੱਬ ਦਾ ਘਰ ਹੋਵੇ ਤੇ ਭਾਵੇਂ ਉਹ ਜੱਜ ਦਾ ਘਰ ਹੋਵੇ। ਇਹ ਦੱਸੋ, ਲਵਪ੍ਰੀਤ ਔਰ ਬੇਅੰਤ ਕੌਰ ਬਾਜਵਾ ਦਾ ਜੋ ਕੇਸ ਹੈ ਉਹਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਆ? ਦੇਖੋ ਮੈਡਮ, ਮੈਂ ਪਹਿਲਾਂ ਵੀ ਕਿਹਾ ਵੀ ਜਿੰਨ 'ਚ ਸੱਚ ਨਹੀਂ ਸਾਹਮਣੇ ਆਉਂਦਾ ਅਸੀਂ ਉਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਕਿਉਂਕਿ ਹਾਲੇ ਸਾਡੇ ਸਾਹਮਣੇ ਮਤਲਬ ਅਸੀਂ ਜੋ ਸੁਣਿਆ ਉਹ ਉਹੀ ਆਇਆ, ਜਾਂ ਅਸੀਂ ਜੋ ਮੀਡੀਆ 'ਤੇ ਦੇਖਿਆ ਉਹੀ ਆਇਆ, ਹੈ ਨਾ। ਉਹ ਕੁੜੀ ਨੇ ਆਪਣੇ ਵਿਚਾਰ ਰੱਖੇ ਆ, ਮੁੰਡੇ ਵਾਲਿਆਂ ਨੇ ਆਪਣੇ ਵਿਚਾਰ ਰੱਖੇ ਆ। ਬਾਕੀ ਕਈ ਚੀਜ਼ਾਂ ਹੁੰਦੀਆਂ ਜਿਵੇਂ ਉਹ ਲਵਪ੍ਰੀਤ ਬੇਟੇ ਦੇ ਖਤਮ ਹੋਣ ਨਾਲ ਕਾਫੀ ਜਿਹੜੇ ਰਾਜ ਆ ਵਿੱਚ ਹੀ ਉਹ ਜਿਵੇਂ ਕਹਿੰਦੇ ਦਫਨ ਹੋ ਗਏ। ਹੁਣ ਉਹਦੀ ਚੈਟ ਸਾਹਮਣੇ ਆ ਜਾਂ ਕੁਛ ਵੀ ਆ, ਜਿਵੇਂ ਕਈ ਲੋਕ ਹੁਣ ਇਹ ਕਹਿ ਰਹੇ ਕਿ ਕੁਈਨ ਲਿਖਿਆ ਹੋਇਆ ਸੀ। ਬਿਲਕੁਲ ਹਰ ਜਿਹੜੇ ਆਪਾਂ ਲਿਖਦੇ ਹੀ ਆਪਣੇ ਹਸਬੈਂਡ ਨੂੰ ਵੀ ਕੁੜੀਆਂ ਮਤਲਬ ਵਧੀਆ ਤਰੀਕੇ ਨਾਲ ਕੁਛ ਚੰਗਾ ਲਿਖਦੀਆਂ ਵੀ, ਹੈ ਨਾ, ਜਿੱਦਾਂ ਮੇਰੀ ਕੋਈ ਮਿੱਠੀ ਕੋਈ ਸਵੀਟ ਜੋ ਵੀ ਕੁੜੀਆਂ ਦੇ ਆਪਾਂ ਦੇਖੇ ਲਿਖੇ ਹੁੰਦੇ ਆ ਨਾ, ਤਾਂ ਮੁੰਡੇ ਵੀ ਆਪਦੀਆਂ ਜੇ ਉਹਨਾਂ ਨੇ ਵਿਆਹ ਕਰਾਏ ਉਹ ਤੋਂ ਪਿਆਰ ਨਾਲ ਉਹਨਾਂ ਨੂੰ ਕੁਛ ਵੀ ਲਿਖਣਗੇ। ਹੁਣ ਚੈਟ ਆਈ ਉਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ, ਇੱਕ ਫੋਟੋ ਵਾਇਰਲ ਹੋਈ ਉਹਦੇ ਬਾਰੇ ਵੀ ਕੁਛ ਨਹੀਂ ਕਹਿ ਸਕਦੇ। ਅਤੇ ਕਹਿਣ ਦਾ ਮਤਲਬ ਕਿ ਕੌਣ ਗਲਤ ਆ ਹਾਲੇ ਉਹਦੇ ਕਾਗਜ਼ਾਂ ਤੋਂ ਪਤਾ ਲੱਗੂ, ਹੈ ਨਾ। ਭਈ ਜੇ ਤਾਂ ਉਹਨੇ ਕਾਗਜ਼ਾਂ 'ਚ ਆਪਣੇ ਲਵਪ੍ਰੀਤ ਦਾ ਮੈਰਿਜ ਦਾ ਨਹੀਂ ਕੀਤਾ ਵੀ ਮੈਂ ਮੈਰਿਜ ਕਰਕੇ ਆਈ ਹਾਂ, ਫਿਰ ਤਾਂ ਬਹੁਤ ਮਤਲਬ ਗਲਤ ਗੱਲ ਆ। ਜੇ ਉਹ ਮੈਰਿਜ ਕਰਕੇ ਗਈ ਸੀ ਤਾਂ ਉਹਨੂੰ ਦੱਸਣਾ ਚਾਹੀਦਾ ਸੀ ਵੀ ਮੈਰਿਜ ਕਰਕੇ ਆਈ ਹਾਂ। ਹੁਣ ਕੁੜੀ ਦਾ ਉੱਥੇ ਖੜਾ ਸਟੈਂਡ, ਮਤਲਬ ਕੁੜੀ ਦਾ ਪੱਖ ਆਪਾਂ ਉਦੋਂ ਲੈ ਸਕਦੇ ਹਾਂ ਜੇ ਉਹ ਮਤਲਬ ਉਹਦੇ ਵਿੱਚ ਲਿਖਿਆ ਹੋਊਗਾ ਵੀ ਮੈਂ ਮੈਰਿਜ ਕਰਕੇ ਆਈ ਹਾਂ, ਵੀ ਇਹਦਾ ਮਤਲਬ ਕੁੜੀ ਸਹੀ ਹੈ। ਜੇ ਕੁੜੀ ਨੇ ਉੱਥੇ ਨਹੀਂ ਲਿਖਿਆ ਵੀ ਮੈਰਿਜ ਕਰਕੇ ਨਹੀਂ ਆਈ, ਲਵਪ੍ਰੀਤ ਨੂੰ ਨਹੀਂ ਜਾਣਦੀ, ਤਾਂ ਫਿਰ ਮਤਲਬ ਕੁੜੀ ਵੀ ਗਲਤ ਆ। ਅਤੇ ਦੂਸਰੀ ਗੱਲ ਇਹ ਹੈਗੀ ਵੀ ਇੱਦਾਂ ਜਿਹੜਾ ਹਰ ਚੀਜ਼ ਨਾ ਸਿਸਟਮ ਨਾਲ ਚੱਲਦੀ ਆ, ਵੀ
ਇਦਾਂ ਕਹਿਣ ਦਾ ਮਤਲਬ ਕਿ ਜਿੰਨਾ ਚਿਰ ਆਪਾਂ ਇਹ ਵਕੀਲ ਹੀ ਮਤਲਬ ਜਾਣ ਸਕਦੇ ਆ ਵੀ ਕਹਿ ਸਕਦੇ ਆ ਜੱਜ ਕਹਿ ਸਕਦੇ ਆ। ਤੱਕ ਜੋ ਚੈਟ ਵਾਇਰਲ ਹੁੰਦੀ ਹੈ ਉਹਦੇ ਵਿੱਚ ਲਵਪ੍ਰੀਤ ਨੂੰ ਬੜੇ ਹਾੜੇ ਕੱਢਦਾ ਨਜ਼ਰ ਆ ਰਿਹਾ ਹੈ। ਤੁਸੀਂ ਚੈਟ ਪੜ੍ਹੀ ਆ? ਹਾਂਜੀ ਹਾਂਜੀ। ਨਾ ਚੈਟ ਪੜ੍ਹੀ ਹੋਣੀ ਤੁਸੀਂ, ਜਾਂ ਅਸੀਂ ਪੜ੍ਹ ਕੇ ਆਏ ਹਾਂ। ਉਹ 'ਚ ਹਾੜੇ ਕੱਢ ਰਿਹਾ ਸੀ ਬੇਅੰਤ ਦੇ ਕਿ ਹਾਂ ਉਹਦੇ 'ਚ ਪੈਸੇ ਦੀ ਵੀ ਗੱਲ ਹੁੰਦੀ ਹੈ, ਉਹਦੇ 'ਚ ਫੋਨ ਦੀ ਵੀ ਗੱਲ ਹੁੰਦੀ ਹੈ, ਉਹਦੇ ਵਿੱਚ ਉਹ ਇਹ ਵੀ ਕਹਿ ਰਿਹਾ ਕਿ ਮੈਂ ਨੈਗੇਟਿਵ ਸਟੈਪ ਚੁੱਕ ਸਕਦਾ ਹਾਂ, ਤੁਸੀਂ ਮੇਰੇ ਨਾਲ ਗੱਲ ਕਰੋ। ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ? ਤੁਸੀਂ ਆਪਣੀ ਮਦਰ ਦੇ ਨਾਲ ਘੰਟਿਆਂ ਬੱਧੀ ਗੱਲ ਕਰਦੇ ਹੋ, ਪਰ ਮੇਰੇ ਨਾਲ ਤੁਸੀਂ 20 ਮਿੰਟ ਮੈਂ ਮੰਗ ਰਿਹਾ, ਮੇਰੇ ਨਾਲ 20 ਮਿੰਟ ਗੱਲ ਕਰੋ, ਹੈ ਨਾ। ਇਹ ਚੀਜ਼ਾਂ ਨੂੰ ਤੁਸੀਂ ਕੀ ਅਬਜ਼ਰਵ ਕੀਤਾ ਇਹਨਾਂ ਨੂੰ ਦੇਖ ਕੇ? ਦੇਖੋ ਇਹਦੇ 'ਚ ਦੋਨੇ ਪੱਖ ਹੋ ਸਕਦੇ, ਕਿਉਂਕਿ ਆਪਾਂ ਉਹ ਜਿਹੜੀ ਚੈਟ ਆ ਉਹਦੀ ਕੋਈ ਲੰਬੀ ਮੈਂ ਜ਼ਿਆਦਾ ਨਹੀਂ ਦੇਖੀ, ਪਰ ਜਿੰਨੀ ਕੁ ਦੇਖੀ ਉਹਦੇ 'ਚ ਕੁੜੀ ਉਹ ਮੇਰੇ ਖਿਆਲ 'ਚ ਜਾਂ ਤਾਂ ਬਿਲਕੁਲ ਮੈਸੇਜ ਨਾ ਕਰ ਰਹੀ ਹੋਵੇ, ਤਾਂ ਕੁੜੀ ਮੈਸੇਜ ਕਰ ਰਹੀ ਆ। ਹਾਂ ਮੁੰਡਾ ਵੀ ਉੱਥੇ ਕਰ ਰਿਹਾ, ਜਿੱਦਾਂ ਇਹਦੇ 'ਚ ਕਿਤੇ ਨਾ ਕਿਤੇ ਸਿਰਫ ਓਕੇ ਆ ਰਿਹਾ, ਓਕੇ ਆ ਰਿਹਾ, ਜਾਂ ਇਦਾਂ ਹਾਂਜੀ ਜੈਸ ਜਾਂ ਮੈਂ ਕਰਦੀ ਆ। ਪਰ ਇੱਥੇ ਕਿਤੇ ਨਾ ਕਿਤੇ ਮੈਨੂੰ ਮੁੰਡਾ ਕਮਜ਼ੋਰ ਲੱਗਾ, ਕਿਤੇ ਨਾ ਕਿਤੇ। ਇੱਕ ਮੈਂ ਆਰਟੀਕਲ ਲਿਖਿਆ ਸੀ ਪਿੱਛੇ ਜੇ ਆਪਣੇ ਕਿਸੇ ਯੂਨੀਵਰਸਿਟੀ 'ਚ ਇੱਕ ਮੁੰਡੇ ਨੇ ਸ਼ਾਇਦ ਫਾਇਆ ਲੈ ਕੇ ਡੈਥ ਕਰ ਲਈ ਸੀ, ਇਕੱਲਾ ਇਕੱਲਾ ਮੁੰਡਾ ਸੀ। ਉਦੋਂ ਮੈਂ ਇੱਕ ਆਰਟੀਕਲ ਲਿਖਿਆ ਸੀ, ਚੁੱਭਦਾ ਹੈ ਇੰਜ ਗੱਭਰੂਆਂ ਦਾ ਹਾਰ ਜਾਣਾ। ਮੈਨੂੰ ਉਹ ਚੀਜ਼ ਤਕਲੀਫ ਦਿੰਦੀ ਹੈ। ਸੁਸਾਈਡ ਕਰਨ ਵਾਲੇ ਲੋਕ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਇਹ ਭਾਵੇਂ ਸਾਡੇ ਸੁਸਾਈਡ ਵਾਲਾ ਕੀੜਾ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਅਸੀਂ ਥੋੜ੍ਹੇ ਜਿਹੇ ਮਤਲਬ ਹਾਰਦੇ ਹਾਂ ਅਤੇ ਫਟਾਫਟ ਅਸੀਂ ਕਹਿੰਦੇ ਵੀ ਮਰ ਜਾਈਏ, ਜਾਂ ਧਰਤੀ ਸਾਨੂੰ ਥਾਂ ਦੇ ਦੇਵੇ, ਅਸੀਂ ਦਫਨ ਹੋ ਜਾਈਏ। ਇਹ ਕਿਤੇ ਨਾ ਕਿਤੇ ਅਸੀਂ ਕਮਜ਼ੋਰ ਹਾਂ। ਅਸੀਂ ਇਹ ਮਤਲਬ ਉਹ ਲਵਪ੍ਰੀਤ ਨੇ ਇੰਨਾ ਹੀ ਕਿਉਂ ਸੋਚ ਲਿਆ ਵੀ ਜੇ ਉਹਨੂੰ ਕੁੜੀ ਬਾਹਰ ਨਹੀਂ ਲੈ ਕੇ ਜਾਊਗੀ ਤਾਂ ਵੀ ਉਹਦੀ ਦੁਨੀਆ ਖਤਮ ਆ? ਉਹਨੇ ਇਦਾਂ ਕਿਉਂ ਸੋਚਿਆ? ਫਿਰ ਤੁਸੀਂ ਦੇਖੋ ਇੱਛਾ ਸ਼ਕਤੀ ਹੈ ਮੈਡਮ। ਮੈਂ ਬਹੁਤ ਸਾਰੀਆਂ ਚੀਜ਼ਾਂ ਮਤਲਬ ਗੋਡ 'ਤੇ ਵੀ ਬਹੁਤ ਬਿਲੀਵ ਕਰਦੀ ਹਾਂ, ਔਰ ਮੈਂ ਹਿੰਮਤ ਔਰ ਮਿਹਨਤ 'ਤੇ ਵੀ ਬਹੁਤ ਬਿਲੀਵ ਕਰਦੀ ਹਾਂ ਕਿ ਜਦੋਂ ਤੁਸੀਂ ਇਹ ਇੱਛਾ ਰੱਖਦੇ ਹੋ, ਪਹਿਲਾਂ ਬਾਹਰ ਦੀ ਤੁਸੀਂ ਇੱਛਾ ਰੱਖੀ ਤੁਸੀਂ ਬਈ ਗੋਡ ਮੈਂ ਮਤਲਬ ਬਾਹਰ ਜਾਣਾ, ਉਹਦੀ ਇੱਛਾ ਸੀ। ਦੇਖੋ ਪੇਰੈਂਟਸ ਮਤਲਬ ਉਹਦੇ ਨਾਲ ਖੜੇ, ਉਹ ਪੈਸਾ ਲਾਇਆ ਅਤੇ ਉਹਨੂੰ ਬਾਹਰ ਦੀ ਇੱਛਾ ਉਹਦੀ ਪੂਰੀ ਹੋਣ ਜਾ ਰਹੀ ਸੀ, ਤਾਂ ਹੋ ਹੀ ਜਾਣੀ ਸੀ। ਫਿਰ ਤੁਸੀਂ ਦੇਖੋ ਉਹਦੇ ਦਿਮਾਗ 'ਚ ਕਿਤੇ ਨਾ ਕਿਤੇ ਉਹਦੀ ਇੱਛਾ ਸ਼ਕਤੀ ਕਮਜ਼ੋਰ ਹੋ ਗਈ, ਭਈ ਤੂੰ ਮੈਨੂੰ ਨਹੀਂ ਲੈ ਕੇ ਜਾਣਾ ਤੇ ਨਾ ਲੈ ਕੇ ਜਾ। ਕੁਛ ਇਦਾਂ ਦੀ ਚੈਟ ਵਿੱਚ ਕੁਛ ਹੈਗਾ ਮੇਰੇ ਖਿਆਲ 'ਚ ਲਿਖਿਆ। ਸ਼ਕਤੀ ਤਾਂ ਕਮਜ਼ੋਰ ਹੋਈ, ਪਰ ਹੁਣ ਆਪਣੇ ਮਾਪਿਆਂ ਦਾ ਫਿਕਰ ਵੀ ਸਤਾਇਆ। ਹੁਣ ਜਿਸ ਸਮਾਜ 'ਚ ਅਸੀਂ ਰਹਿੰਦੇ ਹਾਂ, ਹੁਣ ਤੁਸੀਂ ਵੀਡੀਓ ਅਪਲੋਡ ਕੀਤੀ ਹੈ ਹੈ ਨਾ, ਔਰ ਤੁਹਾਡੇ ਆਂਢੀ ਗੁਆਂਢੀ ਤੁਹਾਡੀ ਆਲੋਚਨਾ ਕਰ ਰਹੇ ਨੇ ਕਿ ਹਾਂ ਬੇਅੰਤ ਨੇ ਇੱਦਾਂ ਬੋਲਿਆ, ਬੇਅੰਤ ਨੇ ਹੱਕ 'ਚ ਖੜੀ, ਇਹ ਕੀਤਾ ਉਹ ਕੀਤਾ। ਤੁਹਾਡੇ ਇੱਧਰਲੇ ਗਵਾਂਢੀ ਤੁਹਾਡੀ ਆਲੋਚਨਾ ਕਰਦੇ ਆ, ਇੱਧਰਲੇ ਗਵਾਂਢੀ ਤੁਹਾਡੇ ਨਾਲ ਬਿਲਕੁਲ ਖੜੇ ਹੋਏ ਆ। ਔਰ ਜੇਕਰ ਉਹੀ ਹੈ ਨਾ, ਲਵਪ੍ਰੀਤ ਨੂੰ ਵੀ ਉਹਦੇ ਯਾਰ ਦੋਸਤ ਤਾਨੇ ਮੇਰੇ ਮਾਰਨਗੇ ਕਿ ਭਾਈ ਤੇਰੀ ਵਹੁਟੀ ਉੱਥੇ ਮੁੱਕਰ ਗਈ ਜਾ ਕੇ ਜਾਂ ਨਹੀਂ ਆ। ਉਸ ਤੋਂ ਬਾਅਦ ਉਹਦੇ ਪੇਰੈਂਟਸ ਨੇ ਪਤਾ ਨਹੀਂ ਉਹ ਕਿੱਦਾਂ ਭੇਜੀ ਸੀ ਕੁੜੀ, 24 ਲੱਖ ਰੁਪਇਆ ਲਾਇਆ ਸੀ। ਫਿਰ ਚਾਚੇ ਤਾਏ ਨਹੀਂ ਜਾਣ ਦਿੰਦੇ ਹੁੰਦੇ ਬੰਦੇ ਨੂੰ ਕਿ ਲੈ ਤੁਹਾਡੀ ਨੌਂ ਇੱਦਾਂ ਮੁੱਕਰ ਗਈ, ਤੁਹਾਡੀ ਮੁੰਡਿਆਂ ਛੋਟੀ ਉਮਰੇ ਵਿਆਹ ਕੀਤਾ। ਇਹ ਚੀਜ਼ਾਂ ਉਹਨੂੰ ਸ਼ਾਇਦ ਅੰਦਰ ਖਾਂਦੀਆਂ ਹੋਣਗੀਆਂ ਕਿ ਮੇਰੇ ਮਾਂ ਪਿਓ ਦਾ ਕੀ ਬਣੇਗਾ, ਮੈਂ ਇੰਨਾ ਪੈਸਾ ਲਾਇਆ ਸੀ। ਇਹ ਚੀਜ਼ ਵੀ ਤੁਹਾਨੂੰ ਸਤਾਉਂਦੀ ਹੋਏਗੀ ਨਾ? ਬਿਲਕੁਲ। ਇਹ ਆਪਣਾ ਇੱਕ ਅਖਾਣ ਆ ਹੈ ਨਾ ਪੁਰਾਣਾ, ਪਈ ਲਾਈ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਢ ਨਾ ਹੋਵੇ। ਜੇ ਹੁਣ ਚੰਦਰੇ ਮਤਲਬ ਲੋਕ ਉੱਦਾਂ ਦਾ, ਇੱਕ ਤਾਂ ਉਹਨੂੰ ਦੋਸਤੀ ਜੈਸੀ ਸੰਗਤ ਉਸੀ ਵੈਸੀ ਰੰਗਤ। ਮਾੜੀ ਸੰਗਤ ਦਾ ਮਤਲਬ ਮਿਲੀ ਜਿਹਨੇ ਉਹਨੂੰ ਇਹ ਇਸ ਤਰੀਕੇ ਨਾਲ ਫੋਰਸ ਕੀਤਾ ਕਿ ਤੇਰੀ ਘਰ ਵਾਲੀ ਤੈਨੂੰ ਫੋਨ ਤੱਕ ਵੀ ਨਹੀਂ ਭੇਜ ਸਕਦੀ। ਫਿਰ ਉਹਨੂੰ ਮਤਲਬ ਸਮਾਜ ਸਾਡਾ ਇਦਾਂ ਦਾ ਹੈ ਵੀ ਅਸੀਂ ਬੰਦੇ ਨੂੰ ਜਿੱਦਾਂ ਕਹਿੰਦੇ ਵੀ ਇਦਾਂ ਮਰਨ ਲਈ ਮਜਬੂਰ ਕਰ ਦਿੰਦੇ। ਸਮਾਜ ਵੀ ਸਾਡਾ ਜ਼ਿੰਮੇਵਾਰ ਆ ਹੈ ਨਾ। ਫਿਰ ਤੁਸੀਂ ਜੇ ਸਮਾਜ ਸਾਡਾ ਚੰਗਾ ਹੁੰਦਾ ਤਾਂ ਉਦੋਂ ਪੁੱਛਦਾ ਹੀ ਨਾ ਭਈ ਕੀ ਹੋ ਰਿਹਾ, ਜੇ ਤੈਨੂੰ ਫੋਨ ਭੇਜਿਆ ਕਿਸੇ। ਇਹ ਹਰ ਇੱਕ ਦੀ ਪਰਸਨਲ ਲਾਈਫ ਆ। ਜੇ ਅਸੀਂ ਬਾਹਰਲੇ ਲੋਕਾਂ ਨੂੰ ਪੁੱਛਾਂਗੇ ਨਾ, ਗੋਰੇ ਲੋਕਾਂ ਨਾਲ ਇਹ 'ਤੇ ਗੱਲਬਾਤ ਕਰਾਂਗੇ, ਉਹ ਕਹਿੰਦੇ ਵੀ ਮਤਲਬ ਸਾਡੀ ਜੋ ਕਿ ਸਾਡੀ ਪਰਸਨਲ ਲਾਈਫ ਆ, ਤੁਸੀਂ ਇਹ 'ਤੇ ਗੱਲ ਕਿੱਦਾਂ ਕਰੋਗੇ? ਸਾਨੂੰ ਕੋਈ ਸਾਡੇ ਮੀਆਂ ਬੀਵੀ ਵਿੱਚ ਕੀ ਸੰਬੰਧ ਆ? ਲੋਕੀ ਸਾਡੇ ਬੈਡਰੂਮ ਤੱਕ ਤਾਂ ਨਹੀਂ ਆਉਣਗੇ ਨਾ। ਜੇ ਲੋਕ ਤੁਹਾਨੂੰ ਇਦਾਂ ਕਹਿੰਦੇ, ਮੇਰੇ ਖਿਆਲ 'ਚ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਇੰਨੇ ਮਜ਼ਬੂਤ ਕਰਨਾ ਚਾਹੀਦਾ ਕਿ ਕੋਈ ਸਾਨੂੰ ਕਹਿ ਜੇ ਯਾਰ ਤੇਰੀ ਮਤਲਬ ਉਹ ਬਸ ਉੱਥੇ ਹੀ ਗੱਲ ਆ ਗਈ। ਮੈਂ ਇਸ 'ਤੇ ਹੋਰ ਕੁਛ ਨਹੀਂ ਕਹਿਣਾ ਚਾਹੁੰਦੀ ਵੀ ਲਾਈ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਢ ਨਾ ਹੋਵੇ। ਦੋਵੇਂ ਚੀਜ਼ਾਂ ਉਹ ਬੱਚੇ ਨੂੰ ਲੈ ਡੁੱਬੀਆਂ ਵੀ ਅੱਜ ਜੇ ਉਹ ਫੋਨ ਮੁੰਡਿਆਂ ਨੇ ਕਹਿ ਤਾ, ਉਹ ਵਿਚਾਰਾ ਮਗਰ ਲੱਗ ਗਿਆ, ਉਮਰ ਛੋਟੀ ਸੀ ਹੈ ਨਾ। ਅਤੇ ਇਹਨਾਂ ਬਹੁਤ ਮੈਂ ਬਾਕੀ ਮੁੰਡਿਆਂ ਨੂੰ ਵੀ ਸੁਨੇਹਾ ਦੇਣਾ ਚਾਹੁੰਦੀ, ਇੱਦਾਂ ਨਾ ਕਿਸੇ ਦੀ ਮਗਰ ਨਹੀਂ ਲੱਗੀਦਾ ਕਦੇ ਵੀ। ਆਪਦਾ ਰਿਸ਼ਤਾ ਸਾਨੂੰ ਪਤਾ ਹੁੰਦਾ ਸਾਡੇ ਰਿਸ਼ਤੇ 'ਚ ਕੀ ਆ। ਰਿਸ਼ਤੇ ਵਿੱਚ ਲੜਾਈ ਝਗੜੇ ਵੀ ਹੁੰਦੇ ਆ, ਘਰ 'ਚ ਦੋ ਭਾਂਡੇ ਹੋਣਗੇ, ਖੜਕਣਗੇ ਵੀ, ਟੁੱਟਣ ਤੱਕ ਵੀ ਜਾਣਗੇ, ਪਰ ਟੁੱਟ ਕੇ ਵੀ ਜੁੜ ਜਾਂਦੇ ਆ। ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਸਮਾਂ ਹੁਣ ਆ ਜਿਹੜਾ ਆ ਰਿਹਾ ਬੜਾ ਭਿਆਨਕ ਹੈ। ਹੁਣ ਜਿਸ ਤਰ੍ਹਾਂ ਲਵਪ੍ਰੀਤ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਕੇਸ ਸਾਹਮਣੇ ਆਏ ਨੇ, ਕਮ ਸੇ ਕਮ 3200-3500 ਕੇਸ ਜਿਹੜਾ ਪੰਜਾਬ ਦੇ 'ਚੋਂ ਸਾਹਮਣੇ ਆਇਆ। 2600 ਕੇਸ ਪੰਜਾਬ ਦਾ, ਬਾਕੀ ਕੈਨੇਡਾ ਦੇ ਕੇਸ ਨੇ, ਬਾਹਰਲੇ ਦੇਸ਼ਾਂ ਦੇ ਕੇਸ ਨੇ, ਹੈ ਨਾ। ਉਹਨਾਂ ਕੇਸਾਂ ਦੇ ਵਿੱਚ ਬਹੁਤੇ ਕੁੜੀਆਂ ਇੱਥੇ ਬੈਠੀਆਂ ਹੋਈਆਂ ਰੋ ਰਹੀਆਂ ਨੇ, ਘਰ ਵਾਲੇ ਬਾਹਰ ਬੈਠੇ ਹੋਏ ਨੇ, ਬਹੁਤੇ ਜਿਹੜੀਆਂ ਮੁੰਡੇ ਇੱਧਰ ਬੈਠੇ ਨੇ, ਕੁੜੀਆਂ ਉੱਥੇ ਨੇ। ਕਿਹਦੀ ਗਲਤੀ ਮੰਨਦੇ ਹੋ? ਕਿਹਦਾ ਕਸੂਰ ਹੈ? ਮਾਪਿਆਂ ਦਾ ਕਸੂਰ ਹੈ? ਬੱਚਿਆਂ ਦੀ ਪਰਵਰਿਸ਼ 'ਚ ਕਮੀ ਰਹਿ ਗਈ ਸੀ, ਜਾਂ ਬੱਚੇ ਛੋਟੀ ਉਮਰੇ ਵਿਆਹ ਕੇ ਉੱਥੇ ਭੇਜਦੇ, ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਹੋ ਗਈਆਂ? ਕਸੂਰ ਕਿਹਦਾ ਇੱਥੇ ਹੈ? ਕਿੱਦਾਂ ਸੁਧਾਰਿਆ ਜਾਵੇਗਾ ਇਸ ਨੂੰ?
ਦੇਖੋ ਇਹ ਕਸੂਰ ਤਾਂ ਬਹੁਤ ਮਤਲਬ ਬਹੁਤ ਪੁਰਾਣਾ ਇੱਕ ਤਰ੍ਹਾਂ ਦਾ ਇਹ ਸਿਸਟਮ ਚੱਲ ਰਿਹਾ। ਗਲਤੀਆਂ ਤੋਂ ਇਹ ਗੁਨਾਹ ਵੱਲ ਵੱਧ ਗਿਆ। ਹੁਣ ਗੁਨਾਹ ਵੱਲ ਹੀ ਵੱਧ ਗਿਆ ਤਾਂ ਮੁੰਡਿਆਂ ਨੇ ਸੁਸਾਈਡ ਕਰਨੀ ਸ਼ੁਰੂ ਕਰਤੀ। ਫਰਕ ਇੰਨਾ ਸੀ ਵੀ ਕੁੜੀਆਂ ਪਹਿਲਾਂ ਸੁਸਾਈਡ ਨਹੀਂ ਕਰਦੀਆਂ ਸੀ, ਉਹ ਆਪਦੇ ਬੱਚੇ ਲੈ ਕੇ ਵੀ ਜਦੋਂ ਪਰਦੇਸੀ ਚਲੇ ਜਾਂਦੇ ਸੀ ਆਪਦੇ ਬੱਚਿਆਂ ਨੂੰ ਲੈ ਕੇ ਵੀ ਪਾਲਦੀਆਂ ਸੀ, ਵੱਡੇ ਕਰਦੀਆਂ ਸੀ, ਜਿਉਂਦੀਆਂ ਸੀ, ਨਾਲੇ ਕਿ ਪੇਕਿਆਂ ਦਾ ਸਾਥ ਵੀ ਨਹੀਂ ਹੁੰਦਾ ਸੀ, ਸਹੁਰਿਆਂ ਦਾ ਵੀ ਨਹੀਂ ਹੁੰਦਾ ਸੀ। ਇਹਦੇ 'ਚ ਅਸੀਂ ਜ਼ਿੰਮੇਵਾਰ ਹਾਂ, ਅਸੀਂ ਖੁਦ ਜਿਹਦੇ 'ਚ ਮੈਂ ਵੀ ਆਉਂਦੀ ਹਾਂ, ਸਮਾਜ ਦਾ ਹਿੱਸਾ ਮੈਂ। ਸਾਡਾ ਸਮਾਜ, ਸਾਡੇ ਪੇਰੈਂਟਸ, ਸਾਡਾ ਸਿਸਟਮ, ਸਾਡੀਆਂ ਸਰਕਾਰਾਂ ਸਾਰੇ ਜ਼ਿੰਮੇਵਾਰ ਆ। ਜਿੰਨਾ ਚਿਰ ਅਸੀਂ ਇਸ ਸਿਸਟਮ ਨੂੰ ਨਹੀਂ ਬਦਲਦੇ, ਅੱਜ ਕੱਲ੍ਹ ਸਾਡੇ ਕੋਲ ਹੈ ਕੀ ਪੜ੍ਹਾਈ ਆ, ਉਹ ਜਿਹੜੀ ਜਨਰਲ ਨੌਲੇਜ ਦੀ ਇੱਕ ਪੜ੍ਹਾਈ 10ਵੀਂ 12ਵੀਂ ਤੱਕ, ਉਹ ਵੀ ਅਸੀਂ ਕਹਿਤਾ ਵੀ 8ਵੀਂ ਤੱਕ ਜੇ ਤੁਸੀਂ ਮਤਲਬ ਫੇਲ ਨਹੀਂ ਕਰ ਸਕਦੇ ਅਸੀਂ ਤੁਹਾਨੂੰ, ਬੱਚੇ ਕੋਲ ਹੈ ਹੀ ਕੁਛ ਨਹੀਂ। ਜਿਹੜੀ ਅਸੀਂ ਕੋਈ ਸੈਂਸ ਉਹਨਾਂ ਨੂੰ ਦੇਣੀ ਆ, ਸਮਾਜ 'ਚ ਕਿੱਦਾਂ ਵਿਚਰਨਾ, ਉਹ ਤਾਂ ਅਸੀਂ ਸਟੱਡੀ ਨਹੀਂ ਅਸੀਂ ਕਰਵਾਉਂਦੇ। ਫਿਰ ਇੱਕ ਜਿਹੜੇ 6 ਬੈਂਡ ਜਾਂ 7 ਬੈਂਡ ਆ, ਉਹ ਕੀ ਆ, ਉਹ ਇੱਕ ਇੰਗਲਿਸ਼ ਆ ਵੀ ਤੁਹਾਨੂੰ ਚੰਗੀ ਤਰ੍ਹਾਂ ਬੋਲਣੀ ਆ ਜਾਵੇ, ਚੰਗੀ ਤਰ੍ਹਾਂ ਸੁਣਨੀ ਆ ਜਾਵੇ, ਤੁਹਾਨੂੰ ਚੰਗੀ ਤਰ੍ਹਾਂ ਪੜ੍ਹਨੀ ਆ ਜਾਵੇ। ਭਈ ਜਿਵੇਂ ਹੁਣ ਬਿਹਾਰੀ ਲੋਕ ਆਪਣੇ ਇੱਥੇ ਆ ਜਾਣ ਵੀ ਪੰਜਾਬੀ ਆਉਂਦੀ ਤਾਂ ਤੈਨੂੰ ਚੰਗੇ ਘਰ 'ਚ ਕੰਮ ਮਿਲ ਜਾਊਗਾ, ਬਸ ਉਹ ਚੀਜ਼ ਆ। ਫਿਰ ਸਾਡੇ ਬੱਚੇ ਉੱਧਰ ਜਾ ਕੇ ਦੁਬਾਰਾ ਸਟੱਡੀ ਕਰਦੇ ਆ। ਸਾਡਾ ਸਿਸਟਮ ਬਿਲਕੁਲ ਗਲਤ ਆ। ਮੈਨੂੰ ਬੜੀ ਖੁਸ਼ੀ ਆ ਕਿ ਜਿਹੜੇ ਨੌਜਵਾਨਾਂ ਨੇ ਮੇਰਾ ਚੈਲੰਜ ਕਬੂਲਿਆ, ਵੀ ਉਹਨਾਂ ਨੂੰ ਲੱਗਾ ਕਿ ਸਾਨੂੰ ਇਹਨੇ ਇਦਾਂ ਕਿਹਾ, ਆਂਟੀ ਨੇ ਕਿਹਾ, ਦੀਦੀ ਨੇ ਕਿਹਾ, ਕੁੜੀ ਨੇ ਕਿਹਾ। ਮੈਂ ਐਗਰੀ ਹਾਂ ਤੁਹਾਡੇ ਨਾਲ, ਤੁਸੀਂ ਕਿਹਾ ਤੁਹਾਡਾ ਗੁੱਸਾ ਜਾਇਜ਼ ਆ, ਪਰ ਉਹ ਜਿਹੜਾ ਤੁਹਾਡਾ ਗੁੱਸਾ ਸੀ ਉਹ ਮੇਰੇ ਤੇ ਨਹੀਂ ਨਿਕਲਣਾ ਚਾਹੀਦਾ ਸੀ, ਤੁਹਾਨੂੰ ਸਿਸਟਮ ਤੇ ਨਿਕਲਣਾ ਚਾਹੀਦਾ ਸੀ, ਤੁਸੀਂ ਸਰਕਾਰਾਂ ਤੇ ਨਿਕਲਣਾ ਚਾਹੀਦਾ ਸੀ, ਜਿਨ੍ਹਾਂ ਨੇ ਸਾਨੂੰ ਅੱਜ ਐਨ ਮਤਲਬ ਖੋਖਲੇ ਕਰਤਾ। ਕਿਉਂਕਿ ਤੁਸੀਂ ਸਿਰਫ ਕੁੜੀਆਂ ਦੇ ਹੱਕ 'ਚ ਬੋਲਦੇ ਦਿਖਾਈ ਦਿੱਤੇ ਸੀ, ਤੁਸੀਂ ਮੁੰਡਿਆਂ ਦੀ ਗੱਲ ਨਹੀਂ ਨਾ ਕੀਤੀ ਸੀ ਉਹਦੇ ਵਿੱਚ। ਤੁਸੀਂ ਕਿਹਾ ਕਿ ਜਿਹੜੀਆਂ ਡਿਪੋਰਟ ਕੁੜੀਆਂ ਨੂੰ, ਤੁਸੀਂ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਕਿ ਕਰੋ ਡਿਪੋਰਟ ਕੁੜੀਆਂ ਨੂੰ, ਮੈਂ ਕੁੜੀਆਂ ਦੇ ਨਾਲ ਖੜੀਆਂ, ਐਵੇਂ ਕਿਵੇਂ ਡਿਪੋਰਟ ਕਰ ਲਓਗੇ, ਆਓ ਕੁੜੀਆਂ ਸਾਰੀਆਂ ਮੇਰੇ ਕੋਲ। ਤੁਸੀਂ ਉਹ ਤੁਹਾਡਾ ਮੈਸੇਜ ਇਹ ਗਿਆ ਲੋਕਾਂ ਦੇ ਵਿੱਚ ਕਿ ਜਿਹੜੀਆਂ ਕੁੜੀਆਂ ਉੱਥੇ ਜਾ ਕੇ ਮੁੱਕਰ ਗਈਆਂ ਨੇ, ਤੁਸੀਂ ਉਹਨਾਂ ਦੇ ਹੱਕ ਵਿੱਚ ਖੜੇ ਹੋ। ਨਹੀਂ, ਬਿਲਕੁਲ ਮੈਂ ਸੀ ਕੁੜੀਆਂ ਦੇ ਹੱਕ 'ਚ ਸੀ। ਭਈ ਜਿਹੜੀਆਂ ਕੁੜੀਆਂ ਮੇਰੇ ਖਿਆਲ 'ਚ ਮੈਂ ਇੱਦਾਂ ਡਿਪੋਰਟ ਕੀਤੀਆਂ ਕੁੜੀਆਂ ਦੇ ਹੱਕ 'ਚ, ਮੈਂ ਬਿਲਕੁਲ ਨਹੀਂ ਕਿਹਾ ਵੀ ਡਿਪੋਰਟ ਕੁੜੀਆਂ ਤੇ ਮੈਂ ਉਹਨਾਂ ਦੇ ਹੱਕ 'ਚ ਆ। ਮੈਂ ਇਹ ਜ਼ਰੂਰ ਕਿਹਾ ਵੀ ਪਰਦੇਸੀ ਕੁੜੀਆਂ ਦੇ ਮੈਂ ਹੱਕ 'ਚ ਆ। ਹਾਂ, ਡਿਪੋਰਟ ਦਾ ਇਹ ਜ਼ਰੂਰ ਕਿਹਾ ਵੀ ਇੱਦਾਂ ਡਿਪੋਰਟ ਕੋਈ ਇੰਨੀ ਸੌਖੀ ਵਿਧੀ ਨਹੀਂ ਆ, ਕਿਉਂਕਿ ਅਸੀਂ ਵੀ ਜਿੱਦਾਂ ਇੱਥੇ ਸਮਾਜ 'ਚ ਰਹਿੰਦੇ ਹਾਂ, ਸਿਸਟਮ 'ਚ ਚੰਗੇ ਲੋਕਾਂ ਨਾਲ ਆਪਣੀ ਮਤਲਬ ਇੱਦਾਂ ਬਹਿਣੀ ਉੱਠਣੀ, ਆਪਾਂ ਸਾਰਾ ਸੁਣਦੇ ਹਾਂ ਵੀ ਕਿੱਥੇ ਕੀ ਹੁੰਦਾ ਹੈ ਨਾ, ਵੀ ਆਪਾਂ ਨੂੰ ਪਲ ਪਲ ਦੀ ਖਬਰ ਦੁਨੀਆਦਾਰੀ ਦੀ ਮਤਲਬ ਇੱਦਾਂ ਲੱਗਦੀ ਰਹਿੰਦੀ ਹੈ। ਇਹ ਡਿਪੋਰਟ ਵਰਗੀਆਂ ਚੀਜ਼ਾਂ ਇੰਨੀਆਂ ਸੌਖੀਆਂ ਨਹੀਂ। ਉਹ ਸਿਰਫ ਮੈਂ ਲੋਕਾਂ ਨੂੰ ਇਹੀ ਕਿਹਾ ਸੀ ਵੀ ਇੰਨੀ ਖੱਪ ਨਾ ਪਾਓ, ਇਹਦੇ 'ਚ ਕੋਈ ਐਂ ਡਿਪੋਰਟ ਨਹੀਂ ਕੋਈ ਹੁੰਦਾ, ਨਾ ਹੀ ਕੋਈ ਕਿਸੇ ਦੇ ਕਿਹਾ ਮਤਲਬ ਉਹ ਰੁਕ ਸਕਦਾ। ਜਿਵੇਂ ਕਹਿੰਦੇ ਵੀ ਕਾਵਾਂ ਦੇ ਬਹਿਣ ਨਾਲ ਬਨੇਰੇ ਨਹੀਂ ਟਹਿ ਸਕਦੇ, ਵੀ ਜੇ ਉਹ ਕੁੜੀ ਮਤਲਬ ਜਿਵੇਂ ਗਲਤ ਹੈ ਤਾਂ ਉਹਨੂੰ ਸਜ਼ਾ ਮਿਲਣੀ। ਉਹ ਕੈਨੇਡੀਅਨ ਮਤਲਬ ਫੋਰਨਰ ਸਰਕਾਰਾਂ ਹੈ, ਉਹ ਆਪਣੀਆਂ ਸਰਕਾਰਾਂ ਨਹੀਂ ਵੀ ਜਿੱਥੇ ਤੁਸੀਂ ਕਤਲ ਕਰ ਦੋ ਸ਼ਰੇਆਮ ਤੇ ਤੁਸੀਂ ਬਚ ਜਾਓ, ਜਾਂ ਇੱਥੇ ਐਨਕਾਊਂਟਰ ਬਣਾ ਕੇ ਮੁੰਡੇ ਮਾਰ ਦਿੱਤੇ ਜਾਣ ਤਾਂ ਨਿਆਂ ਹੀ ਨਾ ਮਿਲੇ। ਇਦਾਂ ਦਾ ਕੁਛ ਨਹੀਂ ਆ। ਉਧਰ ਦੀ ਜਿਹੜਾ ਸਿਸਟਮ ਆ, ਸਾਡੇ ਬੱਚੇ ਕਿਉਂ ਉਧਰ ਜਾਂਦੇ ਆ? ਕਿਉਂਕਿ ਉਧਰ ਸਿਸਟਮ ਵਧੀਆ, ਉੱਥੇ ਤੁਹਾਨੂੰ ਨਿਆਂ ਮਿਲਦਾ। ਉਹ ਇੱਕ ਨਿਆਂ ਪ੍ਰਣਾਲੀ ਆ, ਉਹਦੇ 'ਚ ਘਬਰਾਉਣ ਦੀ ਕੋਈ ਲੋੜ ਨਹੀਂ। ਜੇ ਕੁੜੀ ਗਲਤ ਹੋਈ ਤਾਂ ਕੁੜੀ ਨੂੰ ਜ਼ਰੂਰ ਸਜ਼ਾ ਮਿਲੂਗੀ, 101% ਮਿਲੂਗੀ। ਤੇ ਇਹਦੇ 'ਚ ਮੇਰਾ ਨਾ ਤਾਂ ਮੇਰੇ ਕਿਹਾ ਕੁੜੀ ਨੇ ਡਿਪੋਰਟ ਹੋਣਾ, ਨਾ ਹੀ ਮੇਰੇ ਕਿਹਾ ਰੁਕਣਾ। ਹੋਰ ਕਹਿੰਦੇ ਹੋ ਵੀਡੀਓ 'ਚ ਨਜ਼ਰ ਆ ਰਹੇ ਹੋ, ਕਹਿੰਦੇ ਹੋ ਕਿ ਮੁੰਡੇ ਲੱਤ ਤੇ ਲੱਤ ਧਰ ਕੇ ਕਹਿੰਦੇ ਕਿ ਭਾਈ ਸਾਡੇ ਨਾਲ 10-10 ਘੰਟੇ ਗੱਲਾਂ ਕਰ, ਕੁੜੀ ਨੇ ਉਧਰ ਕੰਮ ਵੀ ਕਰਨਾ ਹੁੰਦਾ ਹੈ। ਇਹ ਸੇਮ ਗੱਲ ਦੋਨਾਂ ਤੇ ਟੁਕੀ, ਜੇ ਮੁੰਡਾ ਉਧਰ ਆ ਕੁੜੀ ਇੱਧਰ ਆ ਤਾਂ ਉਹ ਵੀ ਟਾਈਮ ਸਮਾਂ ਦੇਗਾ ਆਪਣੀ ਵਾਈਫ ਨੂੰ, ਜੇ ਕੁੜੀ ਉਧਰ ਆ ਤੇ ਮੁੰਡਾ ਇੱਧਰ ਆ ਤਾਂ ਉਹ ਵੀ ਸਮਾਂ ਦੇਗੀ। ਭਾਈ ਇੰਨਾ ਸਮਾਂ ਮੇਰੇ ਕੰਮ ਤੇ ਜਾ ਰਿਹਾ ਵਾ, ਇੰਨਾ ਸਮਾਂ ਮੇਰੀ ਪੜ੍ਹਾਈ ਤੇ ਜਾ ਰਿਹਾ, ਇੰਨਾ ਸਮਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਕਿਉਂਕਿ ਜੇ ਅਸੀਂ ਵਿਆਹ, ਤੁਸੀਂ ਆਪ ਹੀ ਗੱਲ ਕੀਤੀ ਕਿ ਰਿਸ਼ਤਾ ਮਜ਼ਬੂਤ ਹੋਣਾ ਚਾਹੀਦਾ ਹੈ। ਇਹ ਰਿਸ਼ਤਾ ਕਿਵੇਂ ਮਜ਼ਬੂਤ ਹੋਏਗਾ ਜੇਕਰ ਉਹ ਗੱਲ ਹੀ ਨਹੀਂ ਕਰਨਗੇ ਤਾਂ? ਜੇ ਥੋੜ੍ਹਾ ਬਹੁਤ ਇੰਡੀਆ ਵਿੱਚ ਕੀ ਕੁਛ ਹੋ ਰਿਹਾ ਹੈ, ਪਰਿਵਾਰ 'ਚ ਕੀ ਕੁਛ ਹੋਇਆ, ਪਰਿਵਾਰ 'ਚ ਕੋਈ ਨਵਾਂ ਜੀ ਆਇਆ, ਕੋਈ ਘਰੋਂ ਤੁਰ ਗਿਆ, ਦੁੱਖ ਸੁੱਖ ਦੇ ਹਮਸਫਰ ਸਾਂਝੇ ਹੁੰਦੇ ਨੇ, ਦੁੱਖ ਸੁੱਖ ਦੇ ਸਾਥੀ ਹੁੰਦੇ ਨੇ, ਔਰ ਜੇ ਇਹ ਚੀਜ਼ਾਂ ਸ਼ੇਅਰ ਨਹੀਂ ਕਰਨਗੇ, ਗੱਲਬਾਤ ਨਹੀਂ ਕਰਨਗੇ, ਤਾਂ ਫਿਰ ਉਹ ਰਿਸ਼ਤਾ ਮਜ਼ਬੂਤ ਕਿਵੇਂ ਹੋਊਗਾ? ਦੇਖੋ, ਇਹਦੇ 'ਚ ਬਹੁਤ ਸਾਰੀਆਂ ਕੁੜੀਆਂ ਦੀ ਮੇਰੇ ਨਾਲ ਗੱਲ ਹੋਈ ਆ, ਤਾਂ ਉਹਨਾਂ ਦਾ ਕਹਿਣਾ ਇਹ ਹੈ ਵੀ ਸਾਨੂੰ ਜਿਹੜੇ ਮੁੰਡੇ ਆ ਨਾ ਬਹੁਤ ਜ਼ਿਆਦਾ ਫੋਰਸ ਕਰਦੇ ਆ। ਵੀ ਜਿੱਦਾਂ ਹੁਣ ਆਪਣੇ ਦਿਨ ਰਾਤ ਦਾ ਫਰਕ ਆ, ਇੱਧਰ ਮੁੰਡੇ ਵਿਹਲੇ, ਜਿਵੇਂ ਕਹਿ ਲਓ ਵੀ ਆਪਣਾ ਥੋੜ੍ਹਾ ਜਿਹਾ ਉੱਦਾਂ ਸਿਸਟਮ ਆ ਵੀ ਜੇ ਖੇਤੀ 'ਚ ਵੀ ਆ ਬੀਜਤੀ ਤੇ ਫਿਰ ਆਪਾਂ ਚਲੋ ਫ੍ਰੀ ਹੈਗੇ ਆ, ਵੀ ਉੱਥੇ ਅਸੀਂ ਬਿਜੀ ਆ। ਜਦੋਂ ਦਿਨ ਰਾਤ ਦਾ ਫਰਕ ਆ ਉਹ ਵੀ ਸਾਨੂੰ ਪ੍ਰੋਬਲਮ ਕਰਦਾ, ਅਸੀਂ ਗੱਲ ਨਹੀਂ ਕਰ ਸਕਦੇ। ਉਹ ਕਹਿੰਦੇ ਜਦੋਂ ਸਾਡੇ ਕੋਲ ਟਾਈਮ ਹੁੰਦਾ ਅਸੀਂ ਗੱਲ ਕਰਦੇ ਹਾਂ, ਉਹ ਨਹੀਂ ਕਰਦੇ ਵੀ ਨਹੀਂ ਕਰਦੇ, ਅਸੀਂ ਘੰਟਿਆਂ ਬੱਧੀ ਗੱਲ ਕਰਦੀਆਂ, ਸਹੁਰਿਆਂ ਨਾਲ ਵੀ ਕਰਦੀਆਂ, ਪੇਕਿਆਂ ਨਾਲ ਵੀ ਕਰਦੀਆਂ, ਪਰ ਜਦੋਂ ਸਾਡੇ ਕੋਲ ਟਾਈਮ ਹੁੰਦਾ ਕਈ ਵਾਰ ਕਹਿੰਦੇ ਮੁੰਡੇ ਸਾਨੂੰ ਫੋਰਸ ਕਰਦੇ ਵੀ ਹੁਣੇ ਫੋਨ ਲਾ, ਹੁਣੇ ਲਾ। ਉਹ ਕਹਿੰਦੇ ਜਿਵੇਂ ਅਸੀਂ 4-4 ਕੁੜੀਆਂ ਮੰਨ ਲਓ ਇੱਕ ਰੂਮ 'ਚ ਰਹਿੰਦੀਆਂ, ਤਾਂ ਸਾਰੇ ਸਾਡੇ ਪੇਕਿਆਂ ਦੇ ਵੀ ਸਹੁਰਿਆਂ ਦੇ ਵੀ ਸਾਰੇ ਪੜ੍ਹਦੇ ਹੁੰਦੇ ਆ, ਹੈ ਨਾ, ਵੀ ਸਾਰਿਆਂ ਦੇ ਸਾਹਮਣੇ ਕਈ ਵਾਰ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ, ਵੀਡੀਓ ਕਾਲ ਨਹੀਂ ਕੀਤੀ ਜਾ ਸਕਦੀ। ਤਾਂ ਉਹ ਮੇਰੇ ਖਿਆਲ 'ਚ ਉੱਥੇ ਜਿਹੜੀ ਉਹਨਾਂ ਦੀ ਜਾ ਕੇ ਉਹਨਾਂ ਦਾ ਇਕੱਠਿਆਂ ਰਹਿਣਾ ਤੇ ਸਟੱਡੀ ਕਰਨਾ, ਵਰਕ ਤੇ ਜਾਣਾ, ਉਹ ਚੀਜ਼ਾਂ ਜਿਹੜੀਆਂ ਸਾਨੂੰ ਮੰਨਣੀਆਂ ਤਾਂ ਪੈਣਗੀਆਂ ਕਿਤੇ ਨਾ ਕਿਤੇ। ਜੇ ਆਪਾਂ ਅੰਡਰਸਟੈਂਡਿੰਗ ਦੀ ਕਮੀ ਹੋ ਸਕਦੀ ਇੱਥੇ ਕਹਿ ਸਕਦੇ ਹਾਂ। ਜੇ ਮੰਨ ਲਓ ਆਪਾਂ ਕਮਰੇ 'ਚ ਦੋਨੋਂ ਬੈਠੇ ਹਾਂ, ਤੁਹਾਡੇ ਘਰੋਂ ਫੋਨ ਆ ਗਿਆ ਔਰ ਮੈਂ ਇੱਥੇ ਬੈਠੀ ਹਾਂ, ਔਰ ਤੁਹਾਡਾ ਘਰ ਦਾ ਪਰਦਾ ਆ, ਠੀਕ ਹੈ, ਤੁਸੀਂ ਕਹੋਗੇ ਕਿ ਮੈਂ ਮਨਦੀਪ ਸਾਹਮਣੇ ਗੱਲ ਨਹੀਂ ਕਰਨੀ, ਤੁਸੀਂ ਮੈਨੂੰ 10 ਮਿੰਟ ਲੈ ਕੇ ਉੱਠ ਕੇ ਬਾਹਰ ਚਲੇ ਜਾਓਗੇ। ਬਈ ਕਿ ਠੀਕ ਹੈ, ਮੈਂ ਗੱਲ ਤਾਂ ਕਰਨੀ ਨਾ, ਆਪਣੇ ਪਤੀ ਦਾ ਫੋਨ ਆਇਆ, ਮੇਰੀ ਮਾਂ ਦਾ
ਫੋਨ ਆ ਰਿਹਾ ਤਾਂ ਮੈਂ ਗੱਲ ਕਰੂੰਗੀ। ਜੇ ਮੈਂ ਇੱਥੇ ਬੈਠੀ ਹਾਂ ਤੁਹਾਡੇ ਸਾਹਮਣੇ ਔਰ ਮੈਂ ਸਾਹਮਣੇ ਨਹੀਂ ਗੱਲ ਕਰਾਂਗੀ ਔਰ ਮੈਂ 10 ਮਿੰਟ ਤੁਹਾਨੂੰ ਕਹੂੰਗੀ ਮੈਂ ਬਈ ਮੇਰੇ ਘਰੋਂ ਫੋਨ ਆਇਆ, ਮੈਂ ਬਾਹਰ ਗੈਲਰੀ 'ਚ ਬੈਠੀ ਹੋਈ ਹਾਂ, ਜੇ ਮੈਂ ਬਾਹਰ ਫਲਾਣੀ ਜਗ੍ਹਾ 'ਤੇ ਜਾ ਰਹੀ ਹਾਂ ਮੇਰੇ ਨਾਲ ਦੀਆਂ ਰੂਮਮੇਟ ਨੂੰ ਦੱਸਾਂਗੀ। ਬਟ ਸਾਡੀ ਸੋਚ ਦੀ ਕਮੀ ਹੈ ਨਾ। ਨਹੀਂ, ਮੈਂ ਵੈਸੇ ਇਸ ਗੱਲ ਨੂੰ ਇਦਾਂ ਨਹੀਂ ਮੰਨਦੀ, ਕਿਉਂਕਿ ਜਦੋਂ ਅਸੀਂ ਬਾਹਰ ਜਾਵਾਂਗੇ ਨਾ ਸਾਨੂੰ ਤਾਂ ਹੀ, ਜਿੰਨਾ ਚਿਰ ਅਸੀਂ ਬਾਹਰ ਨਹੀਂ ਜਾਂਦੇ, ਜਿਹੜੇ ਬੰਦਾ ਇੱਕ ਵਾਰ ਬਾਹਰ ਜਾਇਆ ਆ ਨਾ ਉਹਨੂੰ ਸਾਰਾ ਸਿਸਟਮ ਸਮਝ ਆ ਜਾਂਦਾ। ਨਹੀਂ, ਇੱਥੇ ਮੈਂ ਤੁਹਾਡੇ ਨਾਲ ਐਗਰੀ ਨਹੀਂ ਆ। ਇਹ ਦੇਖੋ ਹੁਣ ਜਿੱਦਾਂ ਮੇਰਾ ਵਿਆਹ ਹੋਇਆ ਹੈ ਨਾ, ਮੇਰੇ ਪਤੀ ਦਾ ਮੈਨੂੰ ਫੋਨ ਆ ਰਿਹਾ, ਮੇਰੀ ਰੂਮਮੇਟ ਅਸੀਂ ਪੀਜੀ 'ਚ ਰਹਿ ਰਹੇ ਹਾਂ, ਮੇਰੇ ਪਤੀ ਦਾ ਕਾਲ ਆ ਰਿਹਾ ਔਰ ਮੈਂ ਉਹਦੇ ਸਾਹਮਣੇ ਗੱਲ ਨਹੀਂ ਕਰ ਸਕਦੀ। ਔਰ ਬੇਸਿਕਲੀ ਸਾਡੀਆਂ ਪਰਸਨਲ ਜ਼ਿੰਦਗੀ ਦੀਆਂ ਕੁਝ ਗੱਲਾਂ ਇੱਦਾਂ ਹੁੰਦੀਆਂ ਅਸੀਂ ਕਿਸੇ ਸਾਹਮਣੇ ਨਹੀਂ ਕਰ ਸਕਦੇ। ਮੈਂ ਹੁਣੇ ਆਪਣੀ ਦੋਨਾਂ ਦੀ ਐਗਜ਼ਾਮਪਲ ਦਿੱਤੀ ਸੀ, ਹੁਣ ਤੁਹਾਨੂੰ ਐਸੀ ਐਗਜ਼ਾਮਪਲ ਦੇ ਰਹੀ ਕਿ ਮੈਂ ਆਪਣੇ ਪਤੀ ਨਾਲ ਗੱਲ ਕਰਨੀ ਮੈਂ ਬਾਹਰ ਜਾ ਕੇ ਕਰ ਸਕਦੀ ਹਾਂ। ਮੈਂ ਆਪਣੀ ਰੂਮਮੇਟ ਨੂੰ ਕਹਿ ਸਕਦੀ ਕਿ ਕੁੜੀਏ ਮੈਂ ਆਉਣੀ ਹੈ 10 ਮਿੰਟ ਮੇਰੇ ਘਰ ਵਾਲੇ ਦਾ ਫੋਨ ਆਇਆ, ਔਰ ਜੇ ਉਹਦਾ ਘਰ ਵਾਲਾ ਹੋਏਗਾ ਤਾਂ ਉਹ ਕਹੇਗੀ ਕਿ ਭਈ ਬੰਦੇ ਮੈਂ ਬਾਹਰ ਗੱਲ ਕਰ ਰਹੀ ਹਾਂ ਪਰ ਮੈਂ ਤੁਹਾਡੇ ਨਾਲ ਗੱਲ ਤਾਂ ਕਰੂੰਗੀ ਨਾ। ਇਸ ਰਿਸ਼ਤੇ ਨੂੰ ਮਜ਼ਬੂਤ ਕਰਨਾ ਸਾਨੂੰ ਟਾਈਮ ਕੱਢਣਾ ਪੈਣਾ, ਪਰ ਇੱਥੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਆ। ਨਹੀਂ ਠੀਕ ਹੈ, ਆਪੋ ਆਪਣੇ ਵਿਚਾਰ ਆ, ਮਤਲਬ ਇਦਾਂ ਨਹੀਂ ਹੁੰਦਾ ਵੀ ਅਸੀਂ ਕਿਸੇ ਨੂੰ ਮਤਲਬ ਦੂਸਰੇ ਨੂੰ ਸਹਿਮਤ ਕਰ ਸਕੀਏ ਵੀ ਇਹ ਤੁਹਾਡਾ ਵੀ ਵਿਚਾਰ ਹੈ। ਨਹੀਂ ਤੁਸੀਂ ਦੱਸੋ ਮੈਨੂੰ ਕਿ ਜਿੱਦਾਂ ਹੁਣ ਤੁਸੀਂ 4 ਬੰਦੇ ਬੈਠੇ ਹੋ, ਤੁਸੀਂ ਕਹਿੰਦੇ ਕਿ ਉਹ ਕੁੜੀ ਉਹਦੇ ਵਿੱਚ ਨਹੀਂ ਗੱਲ ਕਰ ਸਕਦੀ, ਉਹ ਬਾਹਰ ਤਾਂ ਜਾ ਸਕਦੀ ਹੈ ਨਾ ਉੱਠ ਕੇ। ਨਹੀਂ ਬਸ ਮੈਂ ਇਹ ਗੱਲ ਜਿਹੜੀ ਮੇਰੀ ਉਹੀ ਬੰਦਾ ਸਮਝ ਸਕਦਾ ਜਿਹੜਾ ਬਾਹਰ ਜਾ ਕੇ ਆਇਆ ਹੈ, ਕਿਉਂਕਿ ਉੱਥੇ ਇਦਾਂ ਦਾ ਸਿਸਟਮ ਨਹੀਂ ਆ। ਉੱਥੇ ਜਿਹੜੀ ਮੈਨੂੰ ਘਰ ਤੋਂ ਰਹਿੰਦੀ ਨੂੰ 9 ਸਾਲ ਬਾਹਰ ਹੋ ਗਿਆ, 9 ਸਾਲਾਂ 'ਚ ਮੇਰੀ ਵੱਖ-ਵੱਖ ਥਾਵਾਂ 'ਤੇ ਨੌਕਰੀ ਰਹੀ ਆ। ਮੈਂ ਪੀਜੀ 'ਚ ਰਹਿੰਦੀ ਆ, ਮੇਰੇ ਇੱਕ ਪਰਿਵਾਰ ਕਿਤੇ ਹੋਰ ਵਸਦਾ, ਮੇਰਾ ਪਰਿਵਾਰ ਹੋਰ ਕਿਤੇ ਆ, ਹੈ ਨਾ। ਔਰ ਮੈਂ ਉਹਨਾਂ ਨਾਲ ਗੱਲ ਕਰਨੀ ਆ ਫੋਨ 'ਤੇ, ਮੈਂ ਆਪਣੀ ਮਾਂ ਨੂੰ ਟਾਈਮ ਦੇਣਾ, ਮੈਂ ਆਪਣੇ ਘਰਦਿਆਂ ਨੂੰ ਟਾਈਮ ਦੇਣਾ ਵਾ, ਤਾਂ ਮੈਂ ਉੱਥੇ ਜ਼ਰੂਰ ਆਪਣੀ ਮਾਂ ਨਾਲ ਗੱਲ ਕਰਨੀ ਹੈ ਤਾਂ ਬਾਹਰ ਜਾ ਕੇ ਕਰੂੰਗੀ। ਮੇਰੇ ਭਰਾ ਦਾ ਫੋਨ ਹੈ, ਮੈਂ ਬਾਹਰ ਕਰੂੰਗੀ, ਮੈਂ ਆਪਣੇ ਪੇਰੈਂਟਸ ਨੂੰ ਟਾਈਮ ਤਾਂ ਦਊਂਗੀ ਨਾ। ਇਹ ਥੋੜੀ ਹੈ ਕਿ ਮੇਰੇ ਨਾਲ ਰੂਮਮੇਟ ਹੈ ਤਾਂ ਮੈਂ ਕਹੂੰਗੀ ਮੰਮੀ ਮੈਂ ਗੱਲ ਨਹੀਂ ਕਰਨੀ ਜੀ, ਮੇਰੇ ਨਾਲ ਤਾਂ ਕੁੜੀ ਹੈ। ਇਹ ਤਾਂ ਇੱਥੇ ਤੁਸੀਂ ਐਗਰੀ ਕਰੋ ਇੱਥੇ ਕਿ ਆਪਾਂ ਬਾਹਰ ਉੱਠ ਕੇ ਗੱਲ ਕਰ ਸਕਦੇ ਹਾਂ। ਮੈਂ ਇੱਥੇ ਦੇਖੋ ਵੀ ਮੈਂ ਤੁਹਾਡੇ ਨਾਲ ਜੇ ਨਹੀਂ ਮੈਂ ਕਹਿੰਦੀ ਮੈਂ ਤੁਹਾਡੇ ਨਾਲ ਡਿਸਐਗਰੀ ਨਹੀਂ ਆ। ਤੁਸੀਂ ਕਿਹੜੇ ਹਾਲਾਤ 'ਚ ਰਹਿ ਰਹੇ ਆ, ਤੁਸੀਂ ਆਪਣੀ ਗੱਲ ਕਰ ਰਹੇ ਹੋ, ਹੈ ਨਾ। ਭਈ ਜਿਹੜੀਆਂ ਬਾਹਰ ਕੁੜੀਆਂ ਰਹਿ ਰਹੀਆਂ ਉਹ ਜਿਹੜੀ ਬੇਸਮੈਂਟ ਸ਼ਾਇਦ ਤੁਸੀਂ ਨਹੀਂ ਦੇਖੀ ਹੋਊਗੀ, ਹੈ ਨਾ। ਤਾਂ ਜਿਹੜੀ ਬੇਸਮੈਂਟ ਆ ਜਾਂ ਜਿਹਦਾ ਬਾਹਰ ਲਾਉਣ ਦੀਆਂ ਗਰਾਊਂਡ ਹੈਗੀਆਂ, ਜਿਹੜੀਆਂ ਗਾਰਡਨ ਹੈਗੀਆਂ, ਉੱਥੇ ਬਹੁਤ ਸਾਰਾ ਇੱਦਾਂ ਦਾ ਮਤਲਬ ਜੇ ਠੰਡ ਵੀ ਬਹੁਤ ਆ, ਇੱਕਦਮ ਆਪਾਂ ਬਾਹਰ ਨਹੀਂ ਨਿਕਲ ਸਕਦੇ। ਹੁਣ ਆਏ ਉੱਧਰੋਂ ਖਾਣਾ ਬਣਾਉਣਾ, ਸਾਰੀਆਂ ਕੁੜੀਆਂ 4 ਖਾਣਾ ਬਣਾਉਣ 'ਤੇ ਲੱਗੀਆਂ। ਤਾਂ ਇਹ ਮੇਰੇ ਖਿਆਲ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਇੱਥੇ ਬੈਠੇ ਉਹਨੂੰ ਤੈਅ ਨਹੀਂ ਕਰ ਸਕਦੇ। ਹੁਣ ਮੇਰੇ ਘਰ ਦੇ ਹਾਲਾਤ ਜਿੱਦਾਂ ਹੋਰ ਹੋਣਗੇ, ਤੁਹਾਡੇ ਘਰ ਦੇ ਹਾਲਾਤ ਹੋਰ ਹੋਣਗੇ, ਤਾਂ ਇਹ ਤਾਂ ਅਸੀਂ ਜਿਹੜਾ ਬੰਦਾ ਜਿਹੜੇ ਹਾਲਾਤ 'ਚ ਰਹਿ ਰਿਹਾ, ਮੈਂ ਤੁਹਾਡੇ ਨਾਲ ਡਿਸਐਗਰੀ ਨਹੀਂ ਆ। ਤੁਹਾਡਾ ਸਥਾਨ, ਤੁਹਾਡੀ ਸਥਿਤੀ ਇਸ ਤਰੀਕੇ ਦੀ ਆ ਵੀ ਤੁਸੀਂ ਗੱਲ ਕਰ ਸਕਦੇ ਆ। ਇੱਥੇ ਆਉਣੀ ਆ, ਤੁਸੀਂ ਕਹਿੰਦੇ ਕਿ ਕੁੜੀਆਂ 4 ਖਾਣਾ ਬਣਾ ਰਹੀਆਂ ਹੋਣਗੀਆਂ ਕਿਚਨ ਦੇ ਵਿੱਚ, ਫੋਨ ਆ ਗਿਆ, ਹੈ ਨਾ। ਉਹਨਾਂ ਕੁੜੀਆਂ ਨੂੰ ਪਤਾ ਹੈ ਕਿ ਭਈ ਅਸੀਂ ਪਰਿਵਾਰ ਨੂੰ ਟਾਈਮ ਦੇਣਾ, ਉਹ ਵੀਡੀਓ ਕਾਲ 'ਤੇ ਵੀ ਗੱਲ ਕਰ ਸਕਦੀ ਹੈ ਕਿ ਮੈਂ ਖਾਣਾ ਬਣਾ ਰਹੀ ਹਾਂ, ਇੰਨੀ ਦੇਰ 'ਚ ਦੇਖੋ ਜੀ ਮੈਂ ਖਾਣਾ ਬਣਾ ਰਹੀ ਹਾਂ ਔਰ ਮੈਂ ਇੰਨੀ ਦੇਰ 'ਚ ਤੁਹਾਡੇ ਨਾਲ ਬਾਅਦ 'ਚ ਗੱਲ ਕਰ ਲਵਾਂਗੀ, ਠੀਕ ਹੈ ਨਾ। ਉਹ ਟਾਈਮ ਦੇ ਸਕਦੀਆਂ ਨੇ ਜੇ ਅਸੀਂ ਚਾਹੁੰਦੇ ਹਾਂ, ਜੇ ਅਸੀਂ ਆਪਣੇ ਪਤੀ ਦੇ ਨਾਲ ਸਾਡਾ ਮੁਹੱਬਤ ਹੈਗੀ ਆ, ਸਾਡੇ ਪੇਰੈਂਟਸ ਨਾਲ ਸਾਨੂੰ ਮੁਹੱਬਤ ਹੈਗੀ, ਤਾਂ ਅਸੀਂ ਕਿਸੇ ਤਰੀਕੇ ਨਾਲ ਵੀ ਉਹਨਾਂ ਨੂੰ ਸਮਾਂ ਦੇਵਾਂਗੇ। ਕਿਉਂਕਿ ਜੇਕਰ ਅੱਜ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਨਹੀਂ ਭਾਈ ਮੇਰੇ ਨਾਲ ਤਾਂ 4 ਕੁੜੀਆਂ ਰਹਿੰਦੀਆਂ, ਮੈਂ ਤਾਂ ਗੱਲ ਹੀ ਨਹੀਂ ਕਰਨੀ, ਮੁੱਕਰ ਹੀ ਜਾਣਾ ਕਿ ਮੈਂ ਤੁਹਾਡੇ ਨੰਬਰ ਤੱਕ ਬਲੌਕ ਕਰ ਦੇਣੇ, ਕਿ ਇਹ ਸਹੀ ਹੈ? ਨਹੀਂ, ਮੈਂ ਇਸ ਚੀਜ਼ ਨੂੰ ਸਹੀ ਨਹੀਂ ਕਹਿੰਦੀ। ਮਤਲਬ ਜੇ ਤੁਹਾਡੇ ਨੰਬਰ ਬਲੌਕ ਕੀਤੇ ਗਏ ਆ, ਉਹਦੇ ਪਿੱਛੇ ਮੈਂ ਇਕੱਲਾ ਮੁੰਡਿਆਂ ਨੇ ਜੇ ਇਹ ਗੱਲ ਕਹਿਤੀ ਵੀ ਸਾਡੇ ਨੰਬਰ ਬਲੌਕ ਕਰ ਦਿੱਤੇ, ਤਾਂ ਮੈਂ ਇਹਦੇ 'ਚ ਮਤਲਬ ਮੁੰਡਿਆਂ ਦਾ ਪੱਖ ਨਹੀਂ ਲੈ ਸਕਦੀ ਜਿੰਨਾ ਚਿਰ ਅਸੀਂ ਕੁੜੀਆਂ ਦਾ ਪੱਖ ਇਹਦੇ 'ਤੇ ਨਹੀਂ ਜਾਣਦੇ। ਮੇਰੇ ਖਿਆਲ 'ਚ ਸਾਨੂੰ ਇਹ ਮਤਲਬ ਆਪਾਂ ਕਿਸੇ ਦਿਨ ਕੁੜੀਆਂ ਨੂੰ ਵੀ ਆਪਾਂ ਲਾਈਵ ਲਈਏ, ਬਾਹਰਲੀਆਂ ਨੂੰ, ਹੈ ਨਾ, ਤਾਂ ਇਸ ਟੌਪਿਕ 'ਤੇ ਗੱਲ ਕਰੀਏ। ਕਿਉਂਕਿ ਇਹ ਜਿਹੜੀ ਮੇਰੀ ਸਥਿਤੀ ਆ ਹੁਣ ਮੇਰੀ ਹੋਰ ਆ। ਬਹੁਤ ਸਾਰੀਆਂ ਜੁਆਇੰਟ ਫੈਮਲੀਆਂ ਇੱਦਾਂ ਦੀਆਂ ਵੀ ਜਿੱਥੇ ਮਤਲਬ ਗੱਲ ਕੁੜੀਆਂ ਦੇ ਪੇਕਿਆਂ ਨਾਲ ਨਹੀਂ, ਇੱਥੇ ਵੀ ਜੁਆਇੰਟ ਫੈਮਲੀਆਂ ਇੱਦਾਂ ਜਿਹੜੀ ਕੁੜੀਆਂ ਪੇਕਿਆਂ 'ਤੇ ਗੱਲ ਨਹੀਂ ਕਰਦੀਆਂ, ਉਨੀ ਇੱਕ ਗੱਲ ਕਰਕੇ ਵੀ ਨਹੀਂ ਮੈਂ ਤਾਂ ਰੋਟੀ ਪਕਾਉਣੀ ਆ, ਮੈਂ ਪਸ਼ੂ ਸਾਂਭਣੇ ਆ। ਤਾਂ ਇਹਦਾ ਮਤਲਬ ਜਿਹੜੀ ਇਸ ਸਵਾਲ ਦਾ ਜਵਾਬ ਜਿਹੜਾ ਪਰਫੈਕਟ ਆ, ਉਹ ਤਾਂ ਉੱਧਰਲੀਆਂ ਕੁੜੀਆਂ ਨੂੰ ਆਪਾਂ ਲਾਈਵ ਲੈ ਕੇ ਉਹ ਮਤਲਬ ਆਪਾਂ ਉਹ ਦੱਸ ਸਕਦੀਆਂ ਮੇਰੇ ਪਿੱਛੇ ਕਾਰਨ ਕਿ ਜੇ ਮੁੰਡਿਆਂ ਨੂੰ ਬਲੌਕ ਕੀਤਾ ਗਿਆ, ਜੇ ਕਿਸੇ ਨੂੰ ਆਪਾਂ ਬਲੌਕ ਕਰਦੇ ਆ ਉਹਦੇ ਪਿੱਛੇ ਛੋਟਾ ਮੋਟਾ ਰੀਜ਼ਨ ਤਾਂ ਨਹੀਂ ਹੁੰਦਾ ਭਈ ਉਹਨੂੰ ਬਲੌਕ ਕੀਤਾ, ਜਾਂ ਤਾਂ ਉਹਨੂੰ ਆਪਾਂ ਫੋਨ ਆਫ ਕਰ ਦਾਂਗੇ ਕਿ ਮੈਂ ਕੰਮ ਤੋਂ ਬਾਅਦ ਇਹਨਾਂ ਗੱਲ ਕਰਦੀ ਹਾਂ। ਜੇ ਉਹਨਾਂ ਨੂੰ ਬਲੌਕ ਕੀਤਾ ਤਾਂ ਕਿਤੇ ਨਾ ਕਿਤੇ ਤਾਂ ਕੋਈ ਗੱਲ ਮਤਲਬ ਡੀਪਲੀ ਉਹਦੇ ਸਾਨੂੰ ਜਾਣਾ ਪਊਗਾ। ਇਹਦਾ ਪੱਖ ਸਾਨੂੰ ਮੁੰਡਿਆਂ ਦਾ ਅਸੀਂ ਪੱਖ ਦੇਖ ਲਿਆ ਕਿ ਉਹਨਾਂ ਨੂੰ ਬਲੌਕ ਕੀਤਾ ਗਿਆ। ਫਿਰ ਉੱਥੇ ਕੁੜੀਆਂ ਦੇ ਅਫੇਅਰ ਵੀ ਹੋ ਜਾਂਦੇ ਨੇ, ਵਿਆਹੀਆਂ ਵਰੀਆਂ ਇੱਧਰ ਹੋਣਗੀਆਂ, ਪਰਿਵਾਰ ਇੱਥੇ ਰੋਂਦੇ ਹੋਣਗੇ, ਉੱਥੇ ਜਾ ਕੇ ਅਫੇਅਰ ਹੋ ਜਾਂਦਾ, ਉਹ ਗਲਤ ਨਹੀਂ ਹੈ? ਨਹੀਂ, ਅਫੇਅਰ ਫਿਰ ਉਹ ਇਹ ਗੱਲ ਤਾਂ ਫਿਰ ਚੱਕਾ ਚੌਂਧ ਵਾਲੀ ਹੈਗੀ। ਜਦੋਂ ਅਸੀਂ ਛੋਟੇ ਹਾਲੇ ਉਹ ਮੈਚਿਓਰ ਹੀ ਨਹੀਂ ਹੈਗੇ, ਜਦੋਂ ਅਸੀਂ ਬੱਚਿਆਂ ਦੇ ਬਿਲਕੁਲ ਛੋਟੇ ਬੱਚਿਆਂ ਦੇ 12ਵੀਂ ਕਰਦਿਆਂ ਨੂੰ ਤਾਂ ਸਾਡੇ ਵਰਗਿਆਂ ਨੂੰ ਇਹ ਵੀ ਨਹੀਂ ਕੁਝ ਪਤਾ ਹੀ ਨਹੀਂ ਹੁੰਦਾ ਸੀ ਵੀ ਦੁਨੀਆਦਾਰੀ ਕੀ ਚੀਜ਼ ਹੈ, ਹੈ ਨਾ। ਮੇਰੇ ਖਿਆਲ 'ਚ ਸਾਰਿਆਂ ਦਾ ਹੀ ਇੱਦਾਂ ਹੁੰਦਾ। ਅਤੇ ਉਦੋਂ ਤੱਕ ਅਸੀਂ ਹੁਣ 40 ਸਾਲ ਤੱਕ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਕਹੀਦਾ ਵੀ ਅੱਛਾ ਆਹ ਚੀਜ਼ ਹੁਣ ਇੱਦਾਂ ਹੈ ਵੀ ਹੁਣ ਵੀ ਸਿੱਖੀ ਦਾ ਵੀ ਹੋਰ ਸਿੱਖ ਲਈਏ। ਜਿਵੇਂ ਹੁਣ ਆਪਾਂ ਕੱਲ੍ਹ ਸਿੱਖ ਹੀ ਲਿਆ ਸੋਸ਼ਲ ਮੀਡੀਆ ਤੋਂ ਵੀ ਦੇਖੋ ਸਮਾਜ ਲਈ ਕੁਛ ਨਾ ਕਰੋ
ਤੇ ਇੱਕ ਮੈਂ ਹੁਣ ਆਪ ਦਾ ਇੱਕ ਹੋਰ ਤੁਹਾਨੂੰ ਦੱਸ ਦਿਆਂ ਕਿ ਅਸੀਂ ਪੰਜਾਬ ਬਚਾਓ ਮੰਚ ਜਿਹੜਾ ਬਣਾਇਆ ਹੋਇਆ ਸੀਗਾ, ਸਾਡੀ ਸ਼ੁਰੂਆਤ ਹੋ ਰਹੀ ਸੀ ਔਰ ਅਸੀਂ ਇੰਨੀ ਮਿਹਨਤ ਕਰਕੇ 2-3-4 ਮਹੀਨੇ ਤੋਂ ਉਹਨੂੰ ਪੰਜਾਬ ਬਚਾਓ ਮੰਚ ਬਣਾਇਆ। ਸਾਰੇ ਜ਼ਿਲ੍ਹਿਆਂ ਦੇ ਪੰਜਾਬ ਬਚਾਓ ਮੰਚ ਸਭ ਅਸੀਂ ਗਰੁੱਪ ਬਣਾਏ ਔਰ ਫਿਰ ਉਸ ਤੋਂ ਬਾਅਦ ਅਸੀਂ ਪੰਜਾਬ ਬਚਾਓ ਕਲੱਬਾਂ ਬਣਾਉਣੀਆਂ ਸ਼ੁਰੂ ਕੀਤੀਆਂ ਕਿ ਪਿੰਡ 'ਚ ਅਸੀਂ ਉਹ ਕਲੱਬਾਂ ਬਣਾਵਾਂਗੇ ਪੰਜਾਬ ਬਚਾਓ ਮੰਚ ਦੀਆਂ। ਉਹਦਾ ਸੀਗਾ ਇਹ ਵੀ ਮੈਂ ਉਹ ਜਿਹੜੇ ਪੰਜਾਬ ਬਚਾਓ ਮੰਚ ਅਸੀਂ ਕਲੱਬ ਬਣਾਵਾਂਗੇ, ਉਹ ਕਲੱਬ ਦੀ ਜਿਹੜੀ ਸੁਸਾਇਟੀ ਹੋਊਗੀ 11 ਮੈਂਬਰੀ ਜਾਂ ਜੋ ਵੀ, ਉਹਦੇ 'ਚ ਲੇਡੀਜ਼ ਵੀ ਹੋਣਗੀਆਂ, ਜੈਂਟਸ ਵੀ ਹੋਣਗੇ, ਮੁੰਡੇ ਸਾਡੇ ਬੱਚੇ ਹੋਣਗੇ, ਭੈਣਾਂ ਹੋਣਗੀਆਂ। ਅਸੀਂ ਉਹ ਪਿੰਡ ਨੂੰ NRI ਨੂੰ ਗੋਦ ਦੇ ਦਾਂਗੇ ਤੇ ਮੁਲਾਜ਼ਮਾਂ ਨੂੰ ਗੋਦ ਦੇ ਦਾਂਗੇ ਤੇ NRIਆਂ ਨੂੰ ਮੈਂ ਬੇਨਤੀ ਕਰੂੰਗੀ ਵੀ ਬਈ ਵੀਰ ਤੁਹਾਡੇ ਪਿੰਡ ਦਾ ਆਹ ਕਮੇਟੀ ਬਣੀ ਆ, ਇਹਦੇ ਰਾਹੀਂ ਪੈਸਾ ਭੇਜੋ ਜਾਂ ਇਹਦੇ ਰਾਹੀਂ ਜੈਸੀ ਵੀ ਤੁਸੀਂ ਮਤਲਬ ਆਪਦੇ ਪਿੰਡ ਨੂੰ ਬਣਾਉਣਾ ਚਾਹੁੰਦੇ ਬਣਾਓ। ਅਸੀਂ ਹੁਣ 4 ਮਹੀਨੇ ਤੋਂ ਇੰਨੀ ਮਿਹਨਤ ਕੀਤੀ, ਮੈਂ ਸਬਕ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਅਕਲ ਕਦੋਂ ਆਉਂਦੀ ਆ, ਤੇ ਹੁਣ ਇੰਨੀ ਮਿਹਨਤ ਕਰਕੇ ਤੇ ਹੁਣ ਮੈਂ ਤਾਂ ਬਈ ਕੱਲ ਸਾਰਿਆਂ ਨੂੰ ਜਵਾਬ ਦਿੱਤਾ ਵੀ ਦੇਖੋ ਮੈਨੂੰ ਪੰਜਾਬ ਬਚਾਉਣ 'ਚ ਕੋਈ ਸਵਾਦ ਨਹੀਂ ਆ ਬਈ ਮੈਂ ਜਿੰਨਾ ਕੁਛ ਮੈਂ ਪੰਜਾਬ ਲਈ ਹੁਣ ਤੱਕ ਕੀਤਾ, ਬਈ ਆਪਦੇ ਬੱਚੇ ਵੀ ਕਈ ਵਾਰ ਰੁਲਦੇ ਹੁੰਦੇ ਘਰ ਤੇ ਹਸਬੈਂਡ ਵੀ ਵਿਚਾਰੇ ਹਨ ਵੀ ਫਟਾਫਟ ਵੀ ਆਹ ਫਲਾਣੇ ਥਾਂ ਤੇ ਜਾਣਾ, ਕਿਸਾਨਾਂ ਦੇ ਧਰਨੇ 'ਚ ਜਾਣਾ, ਕਿਤੇ ਦਰਖਤ ਵੱਢੇ ਜਾ ਰਹੇ ਉੱਥੇ ਜਾਣਾ, ਤੇ ਵੀ ਆਪਾਂ ਨੂੰ ਇਦਾਂ ਪੰਜਾਬ ਬਚਾਉਣ ਦੀ ਲੋੜ ਨਹੀਂ ਵੀ ਗਾਲਾਂ ਖਾ ਕੇ ਪੰਜਾਬ ਕਾਹਦੇ ਲਈ ਬਚਾਉਣਾ, ਬਸ ਆਪਦਾ ਆਪ ਬਚਾ ਲਓ, ਇੰਨਾ ਹੀ ਬੜਾ। ਅੱਛਾ, ਵੀਡੀਓ ਪਾਈ ਸੀ ਤੁਸੀਂ ਔਰ ਮੈਂ ਜਿਸ ਤਰ੍ਹਾਂ ਜੰਗਲ 'ਚ ਅੱਗ ਲੱਗੀ ਹੁੰਦੀ ਹੈ ਨਾ, ਤੇ ਇਸੇ ਤਰ੍ਹਾਂ ਰਾਤੋਂ ਰਾਤ ਉਹ ਫੈਲ ਚੁੱਕੀ ਸੀ ਔਰ ਤੁਹਾਨੂੰ ਬਹੁਤ ਸਾਰੇ ਲੋਕਾਂ ਦੇ ਕਮੈਂਟਸ ਵੀ ਪੜ੍ਹਨੇ ਪਏ, ਕੁਝ ਹੱਕ 'ਚ, ਕੁਝ ਪੱਖ 'ਚ, ਕੁਝ ਗਲਤ, ਕੁਝ ਵਿਰੋਧ, ਆਲੋਚਨਾ ਕਰਦੇ। ਉਦੋਂ ਕਿੰਨਾ ਕੁ ਅਸਰ ਪੈਂਦਾ ਮਾਨਸਿਕਤਾ 'ਤੇ? ਦੇਖੋ ਇਹਦੇ 'ਚ ਮੈਂ ਦੇਖਦੀ ਹਾਂ ਇੱਕ ਟਰੋਲ ਆ, ਜਿਵੇਂ ਮੈਂ ਪਹਿਲਾਂ ਵੀ ਕਿਹਾ ਗੁਰ ਲੋਕ ਇਹਨੂੰ ਟਰੋਲ ਕਹਿੰਦੇ ਆ ਕਿ ਤੁਹਾਨੂੰ ਲੋਕ ਮਾਨਸਿਕ ਤੌਰ 'ਤੇ ਤੋੜਨ ਦੀ ਕੋਸ਼ਿਸ਼ ਕਰਨਗੇ। ਹੁਣ ਕਈਆਂ ਲੋਕਾਂ ਦੀ ਮੈਂ ਨਜ਼ਰ 'ਚ ਸੀ ਪਈ ਇਹ ਕਿਤੇ ਮਤਲਬ ਵੀ ਇਹਨੂੰ ਤੋੜੀਏ ਕਿਵੇਂ ਨਾ ਕਿਵੇਂ, ਹੈ ਨਾ। ਤਾਂ ਵੈਸੇ ਟੁੱਟੀ ਤਾਂ ਮੈਂ ਹਾਲੇ ਵੀ ਨਹੀਂ ਆ, ਮੈਂ ਟੁੱਟਣ ਵਾਲਿਆਂ 'ਚੋਂ ਨਹੀਂ ਆ। ਤੁਸੀਂ ਗਾਲਾਂ ਕੱਢਦੇ ਹੋ, ਜਿਵੇਂ ਬੁੱਧ ਜੀ ਨੇ ਕਿਹਾ ਸੀ ਵੀ ਬੁੱਧ ਜੀ ਨੂੰ ਕੋਈ ਸ਼ਰਾਰਤੀ ਬੰਦਾ ਗਾਲਾਂ ਕੱਢਦਾ ਸੀ ਤੇ ਬੁੱਧ ਜੀ ਨੇ 5-7 ਦਿਨ ਕੱਢਦਾ ਰਿਹਾ। ਬੁੱਧ ਜੀ ਨੇ ਗੁਲਦਸਤਾ ਮੰਗਾਇਆ ਵੀ ਇਹ ਲਓ ਗੁਲਦਸਤਾ, ਉਹ ਕਹਿੰਦਾ ਜੀ ਮੈਂ ਤੁਹਾਡਾ ਗੁਲਦਸਤਾ ਨਹੀਂ ਲੈਣਾ, ਫਿਰ ਗਲਤ ਹੀ ਬੋਲਿਆ ਜਾਣੀ ਕਿ, ਤੇ ਬੁੱਧ ਜੀ ਕਹਿੰਦੇ ਤੂੰ ਸਾਡਾ ਗੁਲਦਸਤਾ ਨਹੀਂ ਲੈਣਾ ਭਈ ਆਪਦੀ ਝੋਲੀ ਅੱਡ। ਉਹਨੇ ਝੋਲੀ ਅੱਡੀ, ਕਹਿੰਦੇ ਜਿੰਨੀਆਂ 5-7 ਦਿਨ ਤੋਂ ਗਾਲਾਂ ਕੱਢਦਾ ਤੇਰੀਆਂ ਹੀ ਆ। ਹੁਣ ਮੈਂ ਤਾਂ ਇਹ ਵੀ ਨਹੀਂ ਕਹਿ ਸਕਦੀ ਕਿ ਆਪਦੀਆਂ ਮਾਵਾਂ ਭੈਣਾਂ ਨੂੰ ਦੇ ਦੇ, ਕਿਉਂਕਿ ਉਹ ਮੇਰੀ ਜਾਤ ਆ, ਮੈਂ ਆਪਣੀ ਜਾਤ ਨੂੰ ਨਹੀਂ ਚਾਹੁੰਦੀ ਨੀਵਾਂ ਦਿਖਾਉਣਾ। ਤੇ ਫਿਰ ਰਹੀ ਗੱਲ ਜੇ ਹਰ ਇੱਕ ਚੈਨਲ ਤੇ 2 ਜਾਂ 3 ਲੱਖ ਵਿਊ ਆਏ, ਜੇ ਆਪਾਂ ਉਹਦੀ ਪੂਰੀ ਕੱਢ ਕੇ ਦੇਖੀਏ, ਹੈ ਨਾ, ਭਈ ਇੱਦਾਂ ਨਹੀਂ ਹੁੰਦਾ ਵੀ 2-3 ਲੱਖ ਵਿਊ ਆਏ, ਇਹਦਾ ਮਤਲਬ 2-3 ਲੱਖ ਲੋਕਾਂ ਨੇ ਉਹ ਵੀਡੀਓ ਦੇਖੀ, ਮਤਲਬ ਉਹਨਾਂ ਨੇ ਮੇਰਾ ਪ੍ਰਭਾਵ ਕਬੂਲਿਆ, ਦੇਖੀ ਆ। 2-3 ਲੱਖ ਚੋਂ ਕਿੰਨੇ 2 ਜਾਂ 4 ਹਜ਼ਾਰ ਉਹਦੇ 'ਚ ਲਾਈਕ ਡਿਸਲਾਈਕ ਜੋ ਵੀ ਆਇਆ, ਹੈ ਨਾ, ਸੈਡ ਆਇਆ, ਤੇ ਉਹਦੇ 'ਚ ਕਮੈਂਟ ਕਿੰਨੇ ਆਏ? ਜੇ 2000 ਕਮੈਂਟ ਉਹਦੇ 'ਚੋਂ ਗਾਲਾਂ ਵਾਲਾ ਵੀ ਆ ਗਿਆ, ਵੈਸੇ ਤਾਂ 2000 ਕਮੈਂਟ ਮੈਂ ਦੇਖੇ ਨਹੀਂ ਕਿਸੇ 'ਤੇ ਵੀ ਹੋਣ, 200-400 ਹੀ ਆ, ਤੇ ਜੇ 2000 ਕਮੈਂਟ ਗਾਲਾਂ ਵਾਲਾ ਵੀ ਆ ਗਿਆ ਤਾਂ ਸਮਝ ਲਓ ਕਿ ਉਹ 20% ਲੋਕ ਹੈਗੇ, ਸੌਰੀ 2 ਲੱਖ ਦਾ 20% ਕਿੰਨਾ ਹੋ ਗਿਆ? 10 ਹੋਇਆ, ਹੈ ਨਾ। 10 ਤੇ 90% ਲੋਕ ਮੇਰੇ ਨਾਲ ਖੜੇ ਆ ਹਾਲੇ ਵੀ, ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ 90% ਲੋਕ ਮੇਰੇ ਨਾਲ ਆ। ਫਿਰ ਤੁਸੀਂ ਮੈਨੂੰ ਇਸ ਗੱਲ ਦੇ ਜਿਹੜੇ ਕਮੈਂਟ ਆਏ, ਮੈਂ ਉਹਨਾਂ ਨਾਲ ਟੁੱਟੀ ਨਹੀਂ ਆ। ਥੋੜ੍ਹਾ ਜਿਹਾ ਮੈਨੂੰ ਇਹ ਹੋਇਆ ਵੀ ਜਿਹੜੇ ਸਮਾਜ ਲਈ ਮੈਂ ਇੰਨਾ ਕੀਤਾ, ਇਹ ਕੀ ਕੌਣ ਲੋਕ ਆ ਜਿਹੜੇ ਇੱਦਾਂ ਮਤਲਬ ਆਪ ਜਿਹਨੇ ਕਰ ਰਹੇ ਆ। ਪਰ ਫਿਰ ਕਿਤੇ ਨਾ ਕਿਤੇ ਮੈਂ ਕਿਹਾ ਵੀ ਉਹਨਾਂ ਨੇ, ਤੁਸੀਂ ਉਸ ਬੰਦੇ ਨੂੰ ਗਾਲਾਂ ਕੱਢਦੇ ਹੋ ਜਿਹਦਾ ਤੁਸੀਂ ਪ੍ਰਭਾਵ ਕਬੂਲ ਲੈਂਦੇ ਹੋ, ਹੈ ਨਾ, ਬਈ ਭਾਵੇਂ ਉਹਦਾ ਪ੍ਰਭਾਵ ਅਸੀਂ ਗਲਤ ਤਰੀਕੇ ਨਾਲ ਕਬੂਲੀਏ ਭਾਵੇਂ ਚੰਗੇ ਨਾਲ ਕਬੂਲੀਏ। ਵੀ ਜੇ ਹੁਣ ਸਾਡੇ ਲਈ ਕੋਈ ਸਰਕਾਰ ਵੀ ਹੈ, ਜੇ ਚੰਗਾ ਕਰਦੀ ਆ ਤਾਂ ਅਸੀਂ ਉਹਦੀ ਵਾਹ ਕਰਦੇ ਕਿਉਂਕਿ ਅਸੀਂ ਉਹਦਾ ਪ੍ਰਭਾਵ ਕਬੂਲ ਲਿਆ। ਜੇ ਕੋਈ ਸਰਕਾਰ ਸਾਡੇ ਲਈ ਮਾੜਾ ਕਰਦੀ ਆ ਤੇ ਅਸੀਂ ਉਹਨੂੰ ਗਾਲਾਂ ਵੀ ਦੱਬ ਕੇ ਕੱਢਦੇ ਹਾਂ ਕਿਉਂਕਿ ਅਸੀਂ ਉਹਦੇ ਪ੍ਰਭਾਵ ਹੇਠਾਂ ਆ ਚੁੱਕੇ ਹਾਂ, ਅਸੀਂ ਮਰ ਰਹੇ ਹਾਂ। ਹੁਣ ਮੇਰਾ ਪ੍ਰਭਾਵ ਜੇ ਲੋਕਾਂ ਨੇ ਕਬੂਲਿਆ ਤੇ ਮੇਰੇ ਚੈਲੰਜ ਨੂੰ ਕਬੂਲਿਆ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਮੇਰੇ ਪਿਆਰੇ ਬੱਚਿਓ, ਪੁੱਤਰੋ, ਜੇ ਤੁਸੀਂ ਮੇਰੀ ਇੱਕ ਚੈਲੰਜ ਨੂੰ ਕਬੂਲਿਆ ਤਾਂ ਪੁੱਤ ਮੈਨੂੰ ਸਭ ਤੋਂ ਵੱਧ ਖੁਸ਼ੀ ਹੋਊਗੀ। ਮੈਨੂੰ ਗਾਲਾਂ ਨਾ ਕੱਢੋ, ਸਿਰਫ ਤੁਸੀਂ ਉਹ ਆਪਦੀ ਮਿਹਨਤ ਕਰੋ, ASI ਮਤਲਬ ਬਣੋ, ਕੋਈ PCS ਦੇ ਐਗਜ਼ਾਮ ਤੁਸੀਂ ਕਲੀਅਰ ਕਰੋ, ਕੁਛ ਵੀ ਬਣੋ ਤੇ ਬਣ ਕੇ ਮੇਰੇ ਕੋਲ ਆਓ। ਮੇਰੇ ਤੋਂ ਵੱਧ ਕਿਹਨੂੰ ਖੁਸ਼ੀ ਹੋਊਗੀ? ਮੈਂ ਤਾਂ ਤੁਹਾਨੂੰ ਆਸ਼ੀਰਵਾਦ ਦੇਵਾਂਗੀ ਵੀ ਮੈਂ ਹੁਣ ਵੀ ਕਹਿੰਦੀ ਵੀ ਗੋਡ ਬਲੈਸ ਮਾਈ ਪੰਜਾਬ, ਵੀ ਪਰਮਾਤਮਾ ਤੂੰ ਮੇਰੇ ਪੰਜਾਬ ਨੂੰ ਬਚਾ ਲਾ ਤੇ ਇਹਨੂੰ ਜਿੰਨਾ ਮਤਲਬ ਇਹਨੂੰ ਅੱਗੇ ਲਿਜਾ ਸਕਦਾ। ਪਰ ਫਿਰ ਮੈਂ ਲਾਸਟ ਤੇ ਇਹ ਕਹਿਣਾ ਚਾਹੁੰਦੀ ਹਾਂ, ਦੇਅਰ ਨੋ ਸ਼ਾਰਟਕਟ ਇਨ ਲਾਈਫ। ਸਾਡੀ ਲਾਈਫ ਇੰਨੀ ਈਜੀ ਨਹੀਂ ਹੈ ਕਿ ਤੁਸੀਂ ਕਿਸੇ ਨੇ ਤੁਹਾਨੂੰ ਬਾਹਰ ਨਹੀਂ ਲਿਜਾਣਾ ਤੇ ਤੁਸੀਂ ਮਰ ਜਾਓ। ਤੁਸੀਂ ਮੈਨੂੰ ਇੱਥੇ ਬੈਠੀ ਦੇਖਦੇ ਹੋ ਸਕਦਾ ਮੇਰੀ ਜ਼ਿੰਦਗੀ 'ਚ ਕਿੰਨੇ ਉਤਰਾਅ ਚੜ੍ਹਾਏ ਹੋਣਗੇ, ਤੇ ਪਰ ਮੈਂ ਨਹੀਂ ਮਰੀ ਤੇ ਮੈਂ ਹੁਣ ਵੀ ਨਹੀਂ ਮਰਨਾ। ਮੈਂ ਆਪਣੇ ਬੱਚਿਆਂ ਨੂੰ ਵੀ ਕਹੂੰਗੀ ਮਰਨਾ ਨਹੀਂ। ਜੇ ਤੁਸੀਂ ਮਰ ਗਏ ਤਾਂ ਸਮਝ ਲਓ ਤੁਸੀਂ ਮਤਲਬ ਤੁਸੀਂ ਸਾਬਤ ਹੀ ਨਹੀਂ ਕਰ ਸਕੋਗੇ। ਹੋ ਸਕਦਾ ਮੈਂ ਬਹੁਤ ਸਾਰੇ ਲੋਕਾਂ ਦੇ ਚੈਲੰਜ ਨੂੰ ਕਬੂਲਿਆ ਹੋਵੇ, ਤਾਂ ਹੀ ਅੱਜ ਮੈਂ ਕਿਤਾਬਾਂ ਲਿਖ ਮਾਰੀਆਂ, ਤਾਂ ਹੀ ਮੈਂ ਅੱਜ ਤੁਹਾਨੂੰ ਸਾਰੇ ਲੋਕਾਂ ਨੂੰ ਇੱਕ ਮੇਰੀ ਵੀਡੀਓ ਮਤਲਬ ਉਹ ਵੀਡੀਓ ਦੇਖਿਆ ਜਾਵੇ। ਉਹ ਵੀਡੀਓ ਵਾਇਰਲ ਕਿਉਂ ਹੋਈ? ਕਿਉਂਕਿ ਤੁਸੀਂ ਲੋਕਾਂ ਨੇ ਮੇਰਾ ਪ੍ਰਭਾਵ ਕਬੂਲਿਆ। ਤੁਹਾਨੂੰ ਲੱਗਾ ਬੇਅੰਤ ਕੀ ਬੋਲੀ, ਨਹੀਂ ਤਾਂ ਬੇਅੰਤ ਕੀ ਚੀਜ਼ ਸੀ? ਬੇਅੰਤ ਨੂੰ ਤਾਂ ਕੋਈ ਮਹੱਲੇ 'ਚ ਵੀ ਨਹੀਂ ਜਾਣਦਾ ਹੋਊਗਾ। ਇਹਦਾ ਮਤਲਬ ਤੁਸੀਂ ਪਬਲਿਸਿਟੀ ਕਹਿੰਦੇ ਹੋ, ਮੈਨੂੰ ਤਾਂ ਕੋਈ ਮਹੱਲੇ 'ਚ ਵੀ ਨਾ ਜਾਣਦਾ ਹੋਵੇ ਤੇ ਤੁਸੀਂ ਮੈਨੂੰ ਸਾਰੇ ਵਰਲਡ 'ਚ ਫੇਮਸ ਕਰ ਦਿੱਤਾ। ਬਿਲਕੁਲ। ਅੱਜ ਇਸ ਤਰੀਕੇ ਨਾਲ ਹੁਣ ਤੁਸੀਂ ਮੰਨਦੇ ਹੋ ਕਿ ਇਹ ਜਿਹੜਾ ਰੀਤੀ ਰਿਵਾਜ ਬੜਾ ਭੈੜਾ ਆ ਸਾਡੇ ਸਮਾਜ
ਸਮਾਜ ਦੇ ਵਿੱਚ ਇਹ ਵਾਲਾ ਕਦ ਤੱਕ ਬਦਲੇਗਾ, ਕਦ ਅਸੀਂ ਇਸ ਸਮਾਜ ਨੂੰ ਸੁਧਾਰ ਪਾਵਾਂਗੇ, ਕਦ ਇਹ ਵਿਆਹ ਇਸ ਤਰ੍ਹਾਂ ਦੇ ਰੁਕਣਗੇ, ਕਦ ਕੁੜੀਆਂ ਆਪਣੇ ਸਟੈਂਡ ਤੇ ਆਪ ਜਾਣਗੀਆਂ, ਕਦ ਮੁੰਡੇ ਜਾਣਗੇ। ਕਿ ਬਹੁਤ ਸਾਰੇ ਪਰਿਵਾਰ ਐਵੇਂ ਦੇ ਗਰੀਬ ਨੇ ਤੇ ਉਹ ਨਹੀਂ ਪੈਸਾ ਲਗਾ ਸਕਦੇ, ਉਹ ਚਾਹੁੰਦੇ ਨੇ ਕਿ ਚਲੋ ਕੁੜੀ ਪੜ੍ਹਾਤੀ ਆ, ਦਾਜ ਦਹੇਜ ਨਹੀਂ ਦੇ ਪਾਉਣਾ, ਚਲੋ ਚੰਗਾ ਮੁੰਡਾ ਲੱਭ ਕੇ ਵਿਆਹ ਕਰ ਦਾਂਗੇ, ਬਟ ਐਂਡ ਤੇ ਉਹਨਾਂ ਨੂੰ ਧੋਖਾ ਮਿਲਦਾ। ਇਹ ਸਭ ਕਿੱਦਾਂ ਬਦਲਾਂਗੇ ਅਸੀਂ? ਨਹੀਂ, ਵੈਸੇ ਬਹੁਤ ਵਧੀਆ ਰੁਝਾਨ ਵੀ ਸੀ। ਕਈ ਪੇਰੈਂਟਸ ਜਿੱਦਾਂ ਨਹੀਂ ਦੇ ਸਕਦੇ ਸੀ, ਦਾਜ ਨਹੀਂ ਦੇ ਸਕਦੇ ਸੀ, ਜਿਹੜੇ ਮੁੰਡੇ ਮਤਲਬ ਜਿਵੇਂ ਆਪਾਂ ਕਹਿੰਦੇ, ਚਲੋ ਫਿਰ ਮੈਂ ਫੈਨ ਨਲਾਇਕ ਤਾਂ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਪਹਿਲਾਂ ਹੀ ਮੈਨੂੰ ਖਮਿਆਜਾ ਤੁਸੀਂ ਭੁਗਤਾਤਾ ਹੈਗਾ ਭਈ ਜੇ ਮੁੰਡੇ ਮਿਹਨਤੀ ਨਹੀਂ ਤਾਂ ਕੁੜੀ ਮਿਹਨਤੀ ਆ। ਮਤਲਬ ਜਿਹੜੀ ਗੱਡੀ ਆ ਉਹ ਬੈਲੈਂਸ ਬਣ ਗਿਆ ਇੱਕ ਤਰ੍ਹਾਂ ਦਾ, ਵੀ ਇੱਕ ਜੀ ਮਿਹਨਤੀ ਆ ਤੇ ਜੇ ਇੱਕ ਨਹੀਂ ਵੀ ਆ ਤਾਂ ਗੱਡੀ ਚੱਲੂਗੀ, ਹੈ ਨਾ। ਪਰ ਜਦੋਂ ਇੱਥੇ ਫਿਰ ਧੋਖੇ ਹੋਣੇ ਸ਼ੁਰੂ ਹੋ ਗਏ, ਹੈ ਨਾ, ਫਿਰ ਗੱਡੀ ਨਹੀਂ ਚੱਲੂਗੀ। ਇਹਨੂੰ ਅਸੀਂ ਕਿਵੇਂ ਬਦਲ ਸਕਦੇ? ਤਾਂ ਇਹੀ ਆ ਵੀ ਜੇ ਕਿਸੇ ਨਾਲ ਵੀ ਕੋਈ ਅਨਿਆਂ ਹੁੰਦਾ, ਗਲਤ ਹੁੰਦਾ, ਉੱਥੇ ਬੋਲੋ। ਫਿਰ ਤੁਸੀਂ ਡਰੋ ਨਾ ਸਮਾਜ ਤੋਂ, ਹੈ ਨਾ। ਵੀ ਜੇ ਹੁਣ ਮੈਂ ਕੁੜੀਆਂ ਦੇ ਪੱਖ 'ਚ ਵੀ ਖੜੀ ਹਾਂ ਤੇ ਮੈਂ ਕੁੜੀਆਂ ਦੇ ਪੱਖ 'ਚ ਤਾਂ ਹੀ ਖੜੀ ਹਾਂ, ਮੈਨੂੰ ਪਤਾ ਹੈ ਕਿ ਜਿਹੜਾ ਸਾਡਾ ਇਹ ਸਮਾਂ ਇਹਦੇ 'ਚ ਕੁੜੀਆਂ ਬਹੁਤ ਮਿਹਨਤ ਕਰ ਰਹੀਆਂ, ਬਹੁਤ ਜ਼ਿਆਦਾ। ਮੈਂ ਨਹੀਂ ਕਹਿੰਦੀ ਮੁੰਡੇ ਨਹੀਂ ਮਿਹਨਤ ਕਰ ਰਹੇ, ਪਰ ਕੁੜੀਆਂ ਬਹੁਤ ਜ਼ਿਆਦਾ ਮਿਹਨਤ ਕਰ ਰਹੀਆਂ। ਜਦੋਂ ਅਸੀਂ ਇਹਦੀ ਐਵਰੇਜ ਕੱਢਾਂਗੇ ਨਾ, ਕਿਤੇ ਵੀ ਜੇ ਕੋਈ DSP ਕੁੜੀਆਂ ਬਣੀਆਂ, SDM ਕੁੜੀਆਂ ਬਣੀਆਂ, ਤੇ ਉਹ ਇਸ ਵੇਲੇ ਜ਼ਿਆਦਾ ਕੁੜੀਆਂ ਅੱਗੇ ਆ ਰਹੀਆਂ। ਮੁੰਡੇ ਤਾਂ ਪਹਿਲਾਂ ਵੀ ਆ ਰਹੇ ਸੀ। ਤਾਂ ਮੈਂ ਚਾਹੁੰਦੀ ਕਿ ਮੁੰਡੇ ਮਿਹਨਤ ਕਰਨ, ਮੈਨੂੰ ਦੁੱਖ ਨਹੀਂ ਆ। ਤੇ ਕੁੜੀਆਂ ਨੂੰ ਵੀ ਮੈਂ ਇੱਦਾਂ ਮੈਂ ਚਾਹੁੰਦੀ ਵੀ ਜੇ ਤੁਹਾਨੂੰ ਇੱਕ ਮਤਲਬ ਇੱਕ ਮਿਲ ਗਈ, ਜਿਵੇਂ ਆਪਾਂ ਕਹਿੰਦੇ ਆ ਬਈ ਲੈਫਟ ਮਿਲ ਗਈ, ਕਿ ਤੁਸੀਂ ਇਹ ਲੈਫਟ 'ਤੇ ਜਿੱਦਾਂ ਪੈਸੇ ਰੂਪੀ ਲੈਫਟ ਤੁਹਾਨੂੰ ਮਿਲ ਗਈ, ਤੁਸੀਂ ਇਸ ਲੈਫਟ ਵਿੱਚ ਬਾਹਰ ਜਾ ਸਕਦੇ ਹੋ, ਹੈ ਨਾ। ਤੇ ਫਿਰ ਤੁਸੀਂ ਉਹ ਲੈਫਟ ਦਾ ਇਸਤੇਮਾਲ ਕਰਕੇ ਉਹਨੂੰ ਛੱਡੋ ਨਾ। ਉਸ ਲੈਫਟ ਨੂੰ ਵੀ ਜਿੱਦਾਂ ਜਿਹਨੇ ਤੁਹਾਨੂੰ ਉੱਥੇ ਤੱਕ ਪਹੁੰਚਾਇਆ, ਉਹਨਾਂ ਲੋਕਾਂ ਦੀ ਕਦਰ ਕਰੋ। ਬਿਲਕੁਲ ਮੰਨ ਕੇ ਹੋ ਤੁਸੀਂ ਨਾ ਕਿ ਕੁੜੀਆਂ ਨੂੰ ਕਦਰ ਕਰਨੀ ਚਾਹੀਦੀ, ਕਿਉਂਕਿ ਪਹਿਲਾਂ ਬਿਲਕੁਲ ਮੈਂ ਕਹਿੰਦੀ ਹਾਂ ਦੋਨਾਂ। ਪਹਿਲਾਂ ਵੀ ਮੈਂ ਇਹ ਗੱਲ ਨਹੀਂ ਕਹੀ ਸੀ ਵੀ ਕੁੜੀਆਂ ਨੂੰ, ਪਹਿਲਾਂ ਵੀ ਮੈਂ ਇਹ ਗੱਲ ਕਹੀ ਸੀ ਵੀ ਜੇ ਤੁਹਾਡੇ ਵਿਚਾਰ ਨਹੀਂ ਰਲਦੇ, ਤੁਸੀਂ ਪਹਿਲਾਂ ਵੀ ਮੈਂ ਇਹ ਲਾਈਵ ਕਹੀ ਹੈ। ਆਪਾਂ ਜੇ ਚਾਹੂੰ ਤਾਂ ਆਪਾਂ ਹੁਣ ਵੀ ਮਤਲਬ ਉਹਨੂੰ ਕਰ ਸਕਦੇ ਹਾਂ, ਹੈ ਨਾ, ਵਿੱਚ ਔਨ ਕਰ ਸਕਦੇ ਹਾਂ। ਭਈ ਉਦੋਂ ਵੀ ਮੈਂ ਇਹ ਕੁੜੀਆਂ ਨੂੰ ਇਹ ਗੱਲ ਕਹੀ ਭਈ ਜੇ ਤੁਸੀਂ ਨਹੀਂ ਮਤਲਬ ਤੁਹਾਨੂੰ ਲੱਗਦਾ ਤੁਹਾਡੇ ਜੀਵਨ ਸਾਥੀ ਬਣਦੇ ਬੰਦਾ ਲਾਇਕ ਨਹੀਂ ਆ, ਤੁਸੀਂ ਉਹਨੂੰ ਉੱਥੋਂ ਤੱਕ ਪਹੁੰਚਾ ਦਿਓ, ਕਿਉਂਕਿ ਉਹ ਤੁਸੀਂ ਉਹਦਾ ਸਹਾਰਾ ਲਿਆ ਹੈ। ਮਤਲਬ ਜਵਾਨ ਕਰਕੇ ਨਾ ਮੁੱਕਰੋ, ਹੈ ਨਾ। ਤੇ ਦੂਸਰੀ ਗੱਲ ਇਹ ਵੀ ਜਦੋਂ ਆਪਾਂ ਇਹ ਹੁਣ ਜਿਵੇਂ ਆਪਾਂ ਮੁੰਡੇ ਦਾ ਕੇਸ, ਵੈਸੇ ਤਾਂ ਮੈਂ ਵਕੀਲ ਨਹੀਂ ਆ, ਪਰ ਜਦੋਂ ਤੁਸੀਂ ਉਹ ਕੁੜੀ ਦਾ ਕੇਸ ਹੁਣ ਜੇ ਮਤਲਬ ਗਲਤ ਵੀ ਆਪਾਂ ਸਾਬਤ ਕਰਾਂਗੇ ਤਾਂ ਆਪਾਂ ਕੀ ਸਾਬਤ ਕਰਾਂਗੇ? ਆਪਾਂ ਸਿੱਧੇ ਐਮਬੈਸੀ ਨੂੰ ਪੈਸੇ ਉਹਨਾਂ ਨੂੰ ਨਹੀਂ ਦਿੱਤੇ ਹੋਏ, ਆਪਾਂ ਕੁੜੀ ਦੇ ਅਕਾਊਂਟ 'ਚ ਪੈਸੇ ਪਵਾਏ ਆ। ਤੇ ਜਦੋਂ ਕੁੜੀ ਦੇ ਅਕਾਊਂਟ 'ਚ ਪੈਸੇ ਸ਼ੋਅ ਹੋਣਗੇ ਤਾਂ ਅਸੀਂ ਕੈਨੇਡਾ ਸਰਕਾਰ ਨੂੰ ਕੀ ਕਹਾਂਗੇ ਕਿ ਅਸੀਂ ਕੁੜੀ ਨੂੰ ਖਰੀਦਿਆ ਸੀ। ਤੇ ਜਦੋਂ ਫਿਰ ਇਹ ਇਕੱਲੀ ਮਤਲਬ ਇੱਕ ਕੁੜੀ ਦੀ ਗੱਲ ਨਹੀਂ ਰਹਿ ਜਾਂਦੀ, ਸਾਡੀ ਕਮਿਊਨਿਟੀ ਦੀ। ਵਿਆਹ ਵੀ ਤਾਂ ਹੋਇਆ ਨਾ। ਜੇ ਵਿਆਹ ਹੋਇਆ ਤਾਂ ਅਸੀਂ ਵਿਆਹ ਕਹਿੰਦਾ ਬਸ ਫਿਰ ਚੀਜ਼ ਤਾਂ ਉੱਥੇ ਆ ਗਈ। ਜੇ ਤੁਹਾਡਾ ਵਿਆਹ ਹੋਇਆ ਫਿਰ ਪੈਸੇ ਹੁਣ ਮੁੰਡੇ ਵਾਲੇ ਮਤਲਬ ਇਹੀ ਬਲੇਮ ਲਾਉਣਗੇ ਨਾ, ਬਲੇਮ ਨਹੀਂ ਮਤਲਬ ਚਲੋ ਉਹਨਾਂ ਨੇ ਪਾਏ ਆ ਤੇ ਉਹ ਕਹਿਣਗੇ ਵੀ ਅਸੀਂ 25 ਲੱਖ ਕੁੜੀ ਦੇ ਅਕਾਊਂਟ 'ਚ ਪਾਇਆ। ਉਹ ਆਪਣੇ ਵਕੀਲ ਨੂੰ ਇਹ ਕਾਗਜ਼ ਦੇਣਗੇ ਵੀ ਵਕੀਲ ਗਾਂ ਪੇਸ਼ ਕਰੇ ਐਮਬੈਸੀ 'ਚ। ਜਦੋਂ ਉਹ ਇਹ ਕਾਗਜ਼ ਦੇਣਗੇ ਵੀ ਅਸੀਂ ਕੁੜੀ ਨੂੰ ਪੈਸੇ ਦਿੱਤੇ, ਇਹ ਜਿਹੜੀ ਮਤਲਬ ਬਾਹਰਲੀਆਂ ਸਰਕਾਰਾਂ ਇਹ ਬਹੁਤ ਡੀਪਲੀ ਜਾਂਦੀਆਂ। ਇਹ ਤੁਹਾਨੂੰ ਇਹ ਨਹੀਂ ਦੇਖਦੀਆਂ ਕਿ ਤੁਹਾਡਾ ਕਾਗਜ਼ਾਂ ਦਾ ਰਿਸ਼ਤਾ ਹੈ ਕਿ ਨਹੀਂ। ਇਹ ਕਾਗਜ਼ਾਂ ਦਾ ਰਿਸ਼ਤਾ ਭਲਾ ਤੁਹਾਡੇ 'ਚ ਹੋਵੇ ਨਾ ਹੋਵੇ, ਤੁਹਾਡਾ ਵੈਸੇ ਰਿਸ਼ਤਾ ਹੋਣਾ ਜ਼ਰੂਰੀ ਆ। ਤੇ ਫਿਰ ਇਹ ਜਿਹੜੀ ਸ਼ਰਮਨਾਕ ਘਟਨਾ ਹੈ, ਜਦੋਂ ਇਹ ਵਰਲਡ ਲੈਵਲ 'ਤੇ ਇਹ ਜਾਊਗੀ, ਸਾਡੀ ਕਮਿਊਨਿਟੀ ਵੀ ਸ਼ਰਮਿੰਦੀ ਹੋਊਗੀ। ਪੰਜਾਬੀ ਲੋਕਾਂ ਨੂੰ ਇਸ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਊਗਾ। ਇਸ ਤੋਂ ਪਹਿਲਾਂ ਕਿ ਅਸੀਂ ਸ਼ਰਮਿੰਦਗੀ ਦਾ ਸਾਹਮਣਾ ਕਰੀਏ, ਸਾਨੂੰ ਅਲਰਟ ਹੋਣਾ ਚਾਹੀਦਾ। ਸਾਨੂੰ ਜੀਵਨ ਸਾਥੀ ਆਪਦਾ ਮਤਲਬ ਇੱਦਾਂ ਇਸ ਤਰੀਕੇ ਨਾਲ ਚੁਗਣਾ ਚਾਹੀਦਾ ਕਿ ਨਾ ਤਾਂ ਸਾਨੂੰ ਧੋਖਾ ਦੇਣਾ ਪਵੇ, ਨਾ ਉਹਨੂੰ ਮਰਨਾ ਪਵੇ। ਬਿਲਕੁਲ ਜੀ। ਸੋ ਬਿਲਕੁਲ ਤੁਸੀਂ ਆਪਣਾ ਪੱਖ ਰੱਖਿਆ, ਸ਼ੁਕਰੀਆ ਇਹਨਾਂ ਸਮਾਂ ਦੇਣ ਦੇ ਲਈ। ਔਰ ਤੁਸੀਂ ਆਪਣੀ ਜਿਹੜੀ ਗੱਲ ਰੱਖੀ ਉਹ ਵੀ ਹੈ। ਔਰ ਤੁਸੀਂ ਬਾਕੀ ਇਹ ਹੈ ਕਿ ਦੋਨੋਂ ਬੈਲੈਂਸ ਤਕੜੀ ਜਿਹੜੀ ਹੈ, ਦੋਨੋਂ ਪਾਸੇ ਜਿਹੜੀ ਹੈ ਸਿੱਧੀ ਹੋਣੀ ਚਾਹੀਦੀ ਹੈ, ਨਾ ਕਿ ਜੇ ਇੱਕ ਪਾਸਾ ਵੀ ਡੋਲ ਗਿਆ ਤਾਂ ਇਹ ਜ਼ਿੰਦਗੀ ਪੂਰੀ ਡੋਲ ਜਾਵੇਗੀ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਥੈਂਕ ਯੂ ਜੀ। ਸੋ ਬਿਲਕੁਲ ਜੇਸਨ ਸਾਡੇ ਨਾਲ ਬੇਅੰਤ ਕੌਰ ਗਿੱਲ ਮੈਮ, ਜਿਨ੍ਹਾਂ ਨੇ ਆਪਣਾ ਪੱਖ ਰੱਖਿਆ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ 'ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਸੀ ਕਿ ਉਹਨਾਂ ਕੁੜੀਆਂ ਦੇ ਹੱਕ ਵਿੱਚ ਆ ਜਿਹੜੀਆਂ ਕੁੜੀਆਂ ਉੱਥੇ ਜਾ ਕੇ ਮੁੱਕਰੀਆਂ ਨੇ, ਔਰ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਡਿਪੋਰਟ ਹੋ ਕੇ ਕਰਾ ਕੇ ਦੇਖੋ ਡਿਪੋਰਟ। ਬਟ ਅੱਜ ਇਹਨਾਂ ਦਾ ਪੱਖ ਜਾਣਨ ਦੇ ਲਈ ਪਹੁੰਚੇ ਸੀ। ਖੈਰ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਸਨ ਉਹਨਾਂ ਨੂੰ ਜ਼ਰੂਰ ਮਿਲ ਗਏ ਹੋਣਗੇ ਕਿ ਇਹਨਾਂ ਦੀ ਮਾਨਸਿਕਤਾ ਕੀ ਸੀ, ਕੀ ਕੁਝ ਕਹਿਣਾ ਚਾਹੁੰਦੇ ਸੀ। ਔਰ ਇਹ ਅੱਜ ਵੀ ਇਹ ਗੱਲ ਕਹਿੰਦੇ ਨੇ ਕਿ ਜਿਹੜੀਆਂ ਕੁੜੀਆਂ ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ, ਪਰ ਉਹਨਾਂ ਨੂੰ ਉਸ ਲਿਫਟ ਦਾ ਜਿਹੜਾ ਅੱਧ ਵਿਚਕਾਰੇ ਨਹੀਂ ਛੱਡਣਾ ਚਾਹੀਦਾ। ਉਹਨਾਂ ਨੂੰ ਪੂਰਨ ਤੌਰ 'ਤੇ ਜਿਹੜਾ ਉੱਥੇ ਬੁਲਾ ਕੇ ਮੁੰਡਿਆਂ ਨੂੰ, ਜੇ ਨਹੀਂ ਉਹਨਾਂ ਨਾਲ ਜ਼ਿੰਦਗੀ ਗੁਜ਼ਾਰਨਾ ਚਾਹੁੰਦੀਆਂ ਤਾਂ ਉੱਥੇ ਜਾ ਕੇ ਕਰੀ ਬੁਲਾ ਲੈਣ, ਕਿਉਂਕਿ ਉਹਨਾਂ ਨੇ ਪੈਸਾ ਉਹਨਾਂ ਦਾ ਲਿਆ ਹੁੰਦਾ ਹੈ। ਸੋ ਹੁਣ ਥਰਡ ਲਵਾਂਗੇ ਕਿਆ ਕੈਮਰਾਮੈਨ ਵਿੱਕੀ ਜਰਖੜ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।